ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਨੂੰ ਜਿਵੇਂ ਕਿ ਸਵਾਗਤ ਹੈ ਆਪ ਸਾਰੇ ਵੀਰਾਂ ਭੈਣਾਂ ਦਾ ਗੁਰਮਤਿ ਕਲਾਸ ਦੇ ਵਿੱਚ। ਜੀ ਆਇਆਂ ਆਖੇ ਦਿੰਦੇ ਸਾਰਿਆਂ ਨੂੰ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਸਾਰੇ ਹੀ ਵੀਰ ਭੈਣਾਂ ਮਿਲ ਕੇ ਜਪਜੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਜ਼ਿੰਦਗੀ ਜੀਣ ਵਾਸਤੇ ਗੁਰੂ ਦੀਆਂ ਸਿੱਖਿਆਵਾਂ ਅਸੀਂ ਸਿੱਖਣ ਦਾ ਯਤਨ ਕਰ ਰਹੇ ਹਾਂ ਸਾਰੇ ਵੀਰ ਭੈਣਾਂ। ਤੇ ਕੱਲ ਤੱਕ ਅਸੀਂ 18 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ, ਜਿਸ ਵਿੱਚ ਅਸੰਖ ਜਪ, ਅਸੰਖ ਭਾਉ ਵਾਲੀ ਪੌੜੀ ਔਰ ਅਸੰਖ ਮੂਰਖ ਅੰਧਕੂਰ ਵਾਲੀ ਪੌੜੀ ਵਿਚਾਰੀ ਸੀ। ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਕਿ ਉਹ ਕਾਰ ਚੰਗੀ ਹੈ ਜੋ ਰੱਬ ਦੀ ਰਜ਼ਾ ਦੇ ਵਿੱਚ ਕੀਤੀ ਜਾਏ, ਕਿਉਂਕਿ ਮਨੁੱਖ ਦਾ ਗੋਲ ਹੈ ਸਚਿਆਰ ਹੋਣਾ, ਤੇ ਸਚਿਆਰ ਹੋਣ ਵਾਸਤੇ ਇੱਕ ਹੀ ਸਾਧਨ ਹੈ ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ ਜਦੋਂ ਤੋਂ ਇਹ ਕਾਇਨਾਤ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਇਹ ਸਿਸਟਮ ਚੱਲਿਆ ਆਉਂਦਾ ਹੈ ਕਿ ਜੋ ਹੁਕਮ ਰਜ਼ਾ ਦੇ ਅੰਦਰ ਚੱਲੇਗਾ ਉਹ ਇਨਸਾਨ ਹੀ ਸਚਿਆਰ ਹੋਏਗਾ। ਔਰ ਸਚਿਆਰ ਦਾ ਮਤਲਬ ਕਿ ਉਹ ਰੱਬ ਵਰਗਾ ਹੋ ਜਾਏਗਾ। ਗੁਰਬਾਣੀ ਵਿੱਚ ਰੱਬ ਨੂੰ ਵੀ ਸਚਿਆਰ ਆਖਿਆ ਹੈ, ਤੂੰ ਕਰਤਾ ਸਚਿਆਰ ਮਹਿੰਦਾ ਸਾਈ। ਜੋ ਸਚਿਆਰ ਹੋਏਗਾ ਉਹ ਰੱਬ ਵਰਗਾ ਹੀ ਹੋ ਜਾਏਗਾ। ਇਸ ਲਈ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਚੋਂ ਸਾਨੂੰ ਐਸੀ ਪ੍ਰੇਰਣਾ ਔਰ ਐਸੇ ਜੀਵਨ ਦੀ ਜੁਗਤ ਮਿਲਦੀ ਹੈ ਜੋ ਕਿ ਹਰ ਇਨਸਾਨ ਨੂੰ ਰੱਬ ਵਰਗਾ ਬਣਾ ਸਕਦੀ ਹੈ। ਇਹ ਪੋਸੀਬਿਲਿਟੀ ਸਾਰਿਆਂ ਦੇ ਅੰਦਰ ਮੌਜੂਦ ਹੈ। ਤਾਂ ਆਓ ਅਸੀਂ ਅਗਲੀ ਵਿਚਾਰ ਦੇ ਨਾਲ ਜੁੜੀਏ। ਗੁਰਦੇਵ ਪਾਤਸ਼ਾਹ 19ਵੀਂ ਪੌੜੀ ਦੇ ਵਿੱਚ ਬਚਨ ਕਰਦੇ ਹਨ, ਅਸੰਖ ਨਾਮ ਅਸੰਖ ਥਾਮ, ਕਿ ਪ੍ਰਭੂ ਦੀ ਇਸ ਕੁਦਰਤ ਦੇ ਅੰਦਰ ਅਸੰਖਾਂ ਹੀ ਨਾਮ ਨੇ ਜੀਵ ਜਨਤਾ ਦੇ, ਵਨਸਪਤੀ ਦੇ, ਪਸ਼ੂ ਪੰਛੀਆਂ ਦੇ, ਖੰਡ ਮੰਡਲ ਬ੍ਰਹਿਮੰਡਾਂ ਦੇ, ਔਰ ਅਸੰਖਾਂ ਹੀ ਥਾਮ ਨੇ। ਯਾਨੀ ਜੇ ਨਾਮਾਂ ਦਾ ਔਰ ਥਾਵਾਂ ਦਾ ਗਿਣਤੀ ਕਰਨੀ ਸ਼ੁਰੂ ਕੀਤੀ ਜਾਏ ਤਾਂ ਉਹਨਾਂ ਦੀ ਗਿਣਤੀ ਹੋ ਨਹੀਂ ਸਕਦੀ। ਕਿੰਨੀਆਂ ਥਾਵਾਂ ਨੇ ਇਸ ਦੁਨੀਆ ਵਿੱਚ, ਕਿੰਨੀਆਂ ਧਰਤੀਆਂ ਨੇ, ਕਿੰਨੇ ਆਕਾਸ਼ ਦੇ ਅੰਦਰ ਤਾਰੇ ਨੇ, ਕਿੰਨੇ ਗ੍ਰਹਿ ਨੇ, ਨਕਸ਼ਤਰ ਆਦਿਕ ਨੇ। ਇਹਨਾਂ ਦੀ ਵਿਚਾਰ ਕਰਨੀ ਇੰਪੋਸੀਬਲ ਹੈ, ਇਹਨਾਂ ਦੀ ਗਿਣਤੀ ਕਰਨੀ ਇੰਪੋਸੀਬਲ ਹੈ। ਔਰ ਕਦਮ ਕਦਮ ਦੇ ਉੱਤੇ ਥਾਂ ਬਦਲ ਰਹੇ ਨੇ, ਉਹਨਾਂ ਥਾਵਾਂ ਦੀ ਗਿਣਤੀ ਕਰਨੀ ਅਸੰਭਵ ਹੈ ਔਰ ਨਾਮਾਂ ਦੀ ਗਿਣਤੀ ਕਰਨੀ ਅਸੰਭਵ ਹੈ। ਕਿੰਨੇ ਨਾਮ ਰੱਖੋਗੇ? ਜੇ ਇੱਕ ਇੱਕ ਤਾਰੇ ਦਾ ਨਾਮ ਰੱਖੀਏ ਤੇ ਕਿੰਨੇ ਨਾਮ ਰੱਖਾਂਗੇ? ਕਿਉਂਕਿ ਅਨੰਤ ਤਾਰੇ ਨੇ, ਅਨੰਤ ਗ੍ਰਹਿ ਨੇ, ਅਨੰਤ ਧਰਤੀਆਂ ਨੇ, ਅਨੰਤ ਜੀਵ ਜੰਤ ਨੇ, ਤਾਂ ਨਾਵਾਂ ਔਰ ਥਾਵਾਂ ਦਾ ਕੋਈ ਅੰਤ ਨਹੀਂ ਹੈ। ਪ੍ਰਭੂ ਦੀ ਇਹ ਕਾਇਨਾਤ ਅਸੀਮ ਔਰ ਅਨੰਤ ਹੈ। ਅਗੰਮ ਅਗੰਮ ਅਸੰਖ ਲੋਹ। ਅਗੰਮ ਦਾ ਮਤਲਬ ਅਪਹੁੰਚ, ਜਿੱਥੋਂ ਤੱਕ ਸਾਡੀ ਗਮਤਾ ਨਹੀਂ ਹੈ। ਅਸੰਖ ਲੋਹ, ਹੁਣ ਕਈਆਂ ਨੇ 3 ਲੋਕ ਹੀ ਮੰਨੇ ਨੇ, ਕਈ ਲੋਕਾਂ ਨੇ 14 ਲੋਕ ਮੰਨੇ ਨੇ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ 14 ਜਾਂ 3 ਹੀ ਲੋਕ ਨਹੀਂ, ਅਨੰਤ ਲੋਕ ਨੇ। ਔਰ ਅਨੰਤ ਐਸੇ ਲੋਕ ਨੇ, ਤਾਰੇ ਨੇ, ਗ੍ਰਹਿ ਨੇ, ਨਕਸ਼ਤਰ ਆਦਿਕ ਨੇ, ਜਿੱਥੇ ਬੰਦੇ ਦੀ ਪਹੁੰਚ ਨਹੀਂ ਹੈ, ਜਿੱਥੇ ਮਨੁੱਖ ਦੀ ਪਹੁੰਚ ਨਹੀਂ ਹੈ। ਹੁਣ ਮਨੁੱਖ ਨੇ ਇੱਕ ਗ੍ਰਹਿ ਤੋਂ ਦੂਜੇ ਗ੍ਰਹਿ ਤੇ ਪਹੁੰਚਣ ਦਾ ਯਤਨ ਕੀਤਾ ਹੈ। ਜਿਵੇਂ ਚੰਦਰਮਾ ਤੱਕ ਮਨੁੱਖ ਦੀ ਪਹੁੰਚ ਹੋਈ ਹੈ ਜਾਂ ਮੰਗਲ ਤੱਕ ਹੋਈ ਹੈ, ਜੇ ਨਹੀਂ ਤਾਂ ਹੋ ਜਾਏਗੀ। ਲੇਕਿਨ ਹਰ ਗ੍ਰਹਿ ਦੇ ਉੱਤੇ ਦੀ ਪਹੁੰਚ ਹੋ ਜਾਏ, ਐਸਾ ਨਹੀਂ ਹੈ। ਤੇ ਜੇ ਦਿਸਦੇ ਨੇ ਜਿੰਨੇ ਕਿ ਇਹਨਾਂ ਸਾਰਿਆਂ ਤੇ ਵੀ ਹੋ ਜਾਵੇ ਤਾਂ ਅਨੰਤ ਨੇ ਲੋਕ, ਅਗੰਮ ਅਸੰਖ ਅਸੰਖਾਂ ਅਣਗਿਣਤ ਐਸੇ ਗ੍ਰਹਿ ਨਕਸ਼ਤਰ ਤਾਰੇ ਆਦਿਕ ਨੇ ਜਿੱਥੇ ਮਨੁੱਖ ਦੀ ਪਹੁੰਚ ਨਹੀਂ ਹੈ ਔਰ ਜੋ ਸਾਡੀ ਨਜ਼ਰ ਵਿੱਚ ਵੀ ਨਹੀਂ ਆਉਂਦੇ। ਐਸੀਆਂ ਇਲੈਕਟ੍ਰੋਨਿਕ ਦੂਰਬੀਨਾਂ ਮਨੁੱਖ ਨੇ ਬਣਾਈਆਂ ਨੇ, ਜਿਸ ਰਾਹੀਂ ਕਈ ਮਿਲੀਅਨ, ਕਈ ਬਿਲੀਅਨ ਲਾਈਟ ਈਅਰ ਤੱਕ ਮਨੁੱਖ ਨੇ ਇਸ ਬ੍ਰਹਿਮੰਡ ਨੂੰ ਵੇਖਿਆ ਹੈ, ਪਰ ਉੱਥੇ ਮਨੁੱਖ ਦੀ ਪਹੁੰਚ ਦਾ ਅੰਤ ਹੈ। ਬ੍ਰਹਿਮੰਡ ਅੱਗੇ ਤੋਂ ਅੱਗੇ ਫੈਲਿਆ ਹੋਇਆ ਹੈ। ਅਗੰਮ ਅਗੰਮ ਅਸੰਖ ਲੋਕ, ਯਾਨੀ ਅਸੰਖਾਂ ਹੀ ਐਸੇ ਲੋਕ ਨੇ ਜਿੱਥੇ ਮਨੁੱਖ ਦੀ ਪਹੁੰਚ ਨਹੀਂ ਹੈ। ਮਨੁੱਖ ਦੀ ਕਲਪਨਾ ਤੋਂ ਵੀ ਬਾਹਰ ਦੀ ਗੱਲ ਹੈ, ਮਨੁੱਖ ਕਲਪਨਾ ਵੀ ਨਹੀਂ ਕਰ ਸਕਦਾ।
ਹੁਣ ਗੁਰੂ ਜੀ ਕਹਿੰਦੇ ਨੇ असंख कहें सिर पार होए। ਇਹਦੇ ਦੋ ਅਰਥ ਕੀਤੇ ਨੇ ਵਿਦਵਾਨ ਪੁਰਸ਼ਾਂ ਨੇ। ਇੱਕ ਤਾਂ ਇਹ ਕੀਤਾ ਹੈ ਕਿ ਜੇ ਅਸੀਂ असंख ਵੀ ਕਹਿੰਦੇ ਆ ਤਾਂ ਵੀ ਸਾਡੇ ਸਿਰ ਤੇ ਭਾਰ ਹੀ ਹੁੰਦਾ ਹੈ, ਉਹਦਾ ਅੰਤ ਨਹੀਂ ਪਾਇਆ ਜਾਂਦਾ। ਕਿਉਂਕਿ ਇਕਾਈ ਦਹਾਈ ਸੈਂਕੜਾ ਹਜ਼ਾਰ 10,000 ਲੱਖ 10 ਲੱਖ ਜੇਕਰ ਅਸੀਂ ਸੰਖ ਤੇ ਪਹੁੰਚੀਏ ਤੇ ਸੰਖ ਤੋਂ ਬਾਅਦ असंख ਕਹੀਏ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਵੀ ਸਿਰ ਤੇ ਭਾਰ ਲੈਣ ਵਾਲੀ ਗੱਲ ਹੀ ਹੈ, ਯਾਨੀ ਗਿਣਤੀ ਮਿਣਤੀ ਹੋ ਨਹੀਂ ਸਕਦੀ। ਤੇ ਦੂਜਾ ਅਰਥ ਵਿਦਵਾਨ ਪੁਰਸ਼ਾਂ ਨੇ ਕਿਹਾ ਹੈ ਕਿ असंख ਕਹੇ ਸਿਰ ਭਾਰ ਹੋਏ, ਕਿ ਸਿਰ ਭਾਰ ਹੋ ਕੇ असंखां ਹੀ ਕਹਿਣ ਦਾ ਯਤਨ ਕਰ ਰਹੇ ਹਨ। ਸਿਰ ਭਾਰ ਹੋ ਕੇ ਦਾ ਮਤਲਬ ਆਪਣਾ ਪੂਰੀ ਸੋਚ ਸਮਝ ਦਾ ਤਾਣ ਲਗਾ ਕੇ ਤਾਂ ਵੀ ਕਿਹਾ ਨਹੀਂ ਜਾਂਦਾ। ਪਰ ਜੋ ਬਹੁਤਾ ਅਰਥ ਪ੍ਰਚਲਿਤ ਹੈ ਉਹ ਇਹੀ ਹੈ, असंख ਕਹੇ ਸਿਰ ਭਾਰ ਹੋਏ। ਜੇ ਅਸੀਂ असंख ਵੀ ਕਹਿੰਦੇ ਆ ਤਾਂ ਵੀ ਸਾਡੇ ਸਿਰ ਤੇ ਭਾਰ ਹੀ ਹੁੰਦਾ ਹੈ, ਭਾਵ ਕਿ ਸਿਰ ਤੇ ਭਾਰ ਲੈਣ ਵਾਲੀ ਗੱਲ ਹੀ ਹੈ, ਅੰਤ ਪਾਇਆ ਨਹੀਂ ਜਾ ਸਕਦਾ। ਕਿਵੇਂ ਅੰਤ ਪਾਵਾਂਗੇ? ਇਸ ਕੁਦਰਤ ਦਾ ਅੰਤ ਪਾਇਆ ਨਹੀਂ ਜਾ ਸਕਦਾ। ਕੋਈ ਇਨਸਾਨ ਦਾਅਵਾ ਨਹੀਂ ਕਰ ਸਕਦਾ ਕਿ ਇੱਥੋਂ ਇਹ ਸੰਸਾਰ ਸ਼ੁਰੂ ਹੁੰਦਾ ਹੈ ਤੇ ਇੱਥੇ ਜਾ ਕੇ ਮੁੱਕ ਜਾਂਦਾ ਹੈ। ਕੋਈ ਦਾਅਵਾ ਨਹੀਂ ਕਰ ਸਕਦਾ ਕਿ ਇਸ ਸੰਸਾਰ ਦੇ ਅੰਦਰ ਇੰਨੀਆਂ ਕੁ ਦਾਤਾਂ ਨੇ, ਇੰਨੇ ਤਾਰੇ ਨੇ, ਗਿਣਤੀ ਮਿਣਤੀ ਹੋ ਨਹੀਂ ਸਕਦੀ। ਅਖਰੀ ਨਾਮ ਅਖਰੀ ਸਾਲਾ। ਨਾਮ ਦਾ ਮਤਲਬ ਹੈ ਸਰੂਪ, ਕਿ ਪ੍ਰਭੂ ਦਾ ਜੋ ਸਰੂਪ ਹੈ, ਹੋਂਦ ਹੈ, ਉਹਨੂੰ ਅੱਖਰਾਂ ਰਾਹੀਂ ਹੀ ਅਸੀਂ ਬਿਆਨ ਕਰ ਸਕਦੇ ਹਾਂ। ਸਾਡੇ ਕੋਲ ਹੋਰ ਕੋਈ ਸਾਧਨ ਹੈ ਨਹੀਂ। ਅੱਖਰਾਂ ਦੇ ਨਾਲ ਉਹਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ। ਬੇਸ਼ੱਕ ਅਨੰਤ ਨਾਮ ਨੇ, ਅਨੰਤ ਥਾਂ ਨੇ, ਅਗੰਮ ਅਗੰਮ असंख ਲੋਹ ਨੇ, असंख ਆਕਾਰ ਨੇ, असंख ਜੀਵ ਜੰਤ ਨੇ, ਅਣਗਿਣਤ ਵਨਸਪਤੀ ਹੈ, ਅਣਗਿਣਤ ਪਸ਼ੂ ਪੰਛੀ ਨੇ, ਔਰ ਫਿਰ ਇਹ ਤੇ ਇੱਕ ਧਰਤੀ ਦੀ ਗੱਲ ਹੈ, ਅਨੰਤ ਧਰਤੀਆਂ ਨੇ, ਅਨੰਤ ਖੰਡ ਮੰਡਲ ਨੇ। ਤਾਂ ਉਹਨਾਂ ਨੂੰ ਅੱਖਰਾਂ ਰਾਹੀਂ ਹੀ ਅਸੀਂ ਸਮਝਣ ਦਾ ਯਤਨ ਕਰਾਂਗੇ ਤੇ ਅੱਖਰਾਂ ਰਾਹੀਂ ਅਸੀਂ ਉਹਨਾਂ ਦਾ ਅੰਤ ਵੀ ਨਹੀਂ ਪਾ ਸਕਦੇ। ਸਾਡੇ ਕੋਲ ਅੱਖਰ ਖਤਮ ਹੋ ਜਾਣਗੇ ਪਰ ਉਹਨਾਂ ਦਾ ਅੰਤ ਨਹੀਂ ਪਵੇਗਾ। ਪਰ ਫਿਰ ਵੀ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਦੀ ਹੋਂਦ ਨੂੰ ਬਿਆਨ ਕਰਨ ਵਾਸਤੇ ਸਾਨੂੰ ਅੱਖਰ ਹੀ ਵਰਤਣੇ ਪੈਣਗੇ। ਅੱਖਰਾਂ ਰਾਹੀਂ ਹੀ ਅਸੀਂ ਰੱਬ ਦੀ ਹੋਂਦ ਦਾ ਜ਼ਿਕਰ ਕਰ ਸਕਦੇ ਹਾਂ। ਅੱਖਰੀ ਸਾਲਾ, ਸਾਲਾ ਦਾ ਮਤਲਬ ਸਿਫਤ ਸਲਾਹ, ਗੁਣ ਗਾਣੇ। ਜੇ ਅਸੀਂ ਰੱਬ ਦੇ ਗੁਣ ਗਾਣੇ ਨੇ, ਉਹਦੀ ਸਿਫਤ ਕਰਨੀ ਹੈ ਤਾਂ ਸਾਨੂੰ ਅੱਖਰਾਂ ਦੀ ਲੋੜ ਪਵੇਗੀ। ਹੁਣ ਮੈਂ ਆਪ ਦੇ ਨਾਲ ਵਿਚਾਰ ਕਰ ਰਿਹਾ ਹਾਂ ਤਾਂ ਅੱਖਰਾਂ ਰਾਹੀਂ ਕਰ ਰਿਹਾ ਹਾਂ। ਬਿਨਾਂ ਅੱਖਰਾਂ ਤੋਂ, ਬਿਨਾਂ ਸ਼ਬਦਾਂ ਤੋਂ, ਬਿਨਾਂ ਬੋਲਾਂ ਤੋਂ ਵਿਚਾਰ ਹੋ ਨਹੀਂ ਸਕਦੀ। ਵਿਚਾਰ ਬੋਲਾਂ ਰਾਹੀਂ ਹੋਏਗੀ, ਸਿਫਤ ਸਲਾਹ ਬੋਲਾਂ ਰਾਹੀਂ ਹੋਏਗੀ। ਬੋਲਾਂ ਰਾਹੀਂ ਹੀ ਅਸੀਂ ਉਹਦੀ ਹੋਂਦ ਦਾ ਜ਼ਿਕਰ ਕਰ ਸਕਦੇ ਹਾਂ, ਲੇਕਿਨ ਅੰਤ ਨਹੀਂ ਪਾ ਸਕਦੇ। ਪ੍ਰਭੂ ਦਾ ਹੁਕਮ, ਨਾਮ ਦਾ ਮਤਲਬ ਹੁਕਮ ਵੀ ਹੈ। ਜੇ ਉਹਦੇ ਹੁਕਮ ਦਾ, ਉਹਦੇ ਸਿਸਟਮ ਦਾ, ਲਾ ਆਫ ਨੇਚਰ ਦਾ ਅੰਤ ਕੋਈ ਪਾਣਾ ਚਾਹੇ ਤੇ ਨਹੀਂ ਪਾ ਸਕੇਗਾ। ਲੇਕਿਨ ਜੇ ਲਾ ਆਫ ਨੇਚਰ ਨੂੰ ਬਿਆਨ ਕਰਨਾ ਹੈ ਤਾਂ ਬਿਆਨ ਕਰਨ ਵਾਸਤੇ ਅੱਖਰਾਂ ਦੀ ਜ਼ਰੂਰਤ ਹੋਏਗੀ। ਜੇ ਅਸੀਂ ਪੋਜ਼ਿਟਿਵ ਸੋਚਣਾ ਹੈ, ਰੱਬ ਦੇ ਗੁਣ ਗਾਣੇ ਨੇ, ਸੱਚ ਦੀ, ਦਇਆ ਦੀ, ਧਰਮ ਦੀ, ਇਹਨਾਂ ਚੀਜ਼ਾਂ ਦੀ ਜੇ ਅਸੀਂ ਗੱਲ ਕਰਨੀ ਹੈ ਤਾਂ ਉਹਦੇ ਵਾਸਤੇ ਸਾਨੂੰ ਅੱਖਰ ਚਾਹੀਦੇ ਨੇ। ਅੱਖਰਾਂ ਤੋਂ ਬਿਨਾਂ ਇਹ ਕੁਝ ਹੋ ਨਹੀਂ ਸਕੇਗਾ। ਅਗਲਾ ਬਚਨ ਕਰਦੇ ਨੇ, ਅੱਖਰੀ ਗਿਆਨ ਗੀਤ ਗੁਣ ਗਾ। ਅੱਖਰਾਂ ਰਾਹੀਂ ਹੀ ਅਸੀਂ ਗਿਆਨ ਦੀ ਵਰਤੋਂ ਕਰ ਸਕਦੇ ਹਾਂ। ਜੇ ਅਸੀਂ ਇੱਕ ਦੂਜੇ ਨਾਲ ਗਿਆਨ ਸਾਂਝਾ ਕਰਨਾ ਹੈ, ਆਪਣਾ ਤਜਰਬਾ ਸਾਂਝਾ ਕਰਨਾ ਹੈ ਤਾਂ ਅੱਖਰਾਂ ਦੀ ਜ਼ਰੂਰਤ ਪਵੇਗੀ, ਭਾਸ਼ਾ ਦੀ ਲੋੜ ਪਵੇਗੀ। ਮਨੁੱਖ ਇਸੇ ਕਰਕੇ ਦੂਜੀਆਂ ਜੂਨਾਂ ਦੇ ਨਾਲੋਂ ਸ੍ਰੇਸ਼ਟ ਹੈ ਕਿ ਇਸ ਦੇ ਕੋਲ ਦਿਮਾਗ ਹੈ, ਇਹ ਭਲੇ ਬੁਰੇ ਦੀ ਸੋਚ ਰੱਖਦਾ ਹੈ, ਭਲੇ ਬੁਰੇ ਬਾਰੇ ਸੋਚ ਸਕਦਾ ਹੈ, ਹਾਂ ਜਾਂ ਨਾ ਦੇ ਵਿੱਚ ਜਵਾਬ ਦੇ ਸਕਦਾ ਹੈ, ਹਾਂ ਜਾਂ ਨਾ ਦੇ ਵਿੱਚ ਆਪਣਾ ਨਿਰਣਾ ਲੈ ਸਕਦਾ ਹੈ ਕਿ ਮੈਂ ਕਿਹੜਾ ਨਿਰਣਾ ਲੈਣਾ ਹੈ, ਕਿਹੜਾ ਨਹੀਂ ਲੈਣਾ, ਕਿਹੜਾ ਕੰਮ ਕਰਨਾ ਹੈ, ਕਿਹੜਾ ਨਹੀਂ ਕਰਨਾ। ਮਨੁੱਖ ਦਾ ਵਿਕਾਸ ਇਹਨਾਂ ਅੱਖਰਾਂ ਕਰਕੇ ਹੀ ਹੋਇਆ ਹੈ, ਕਿਉਂਕਿ ਇਹਨੇ ਆਪਣਾ ਤਜਰਬਾ ਦੂਜਿਆਂ ਤੱਕ ਅੱਖਰਾਂ ਰਾਹੀਂ ਪਹੁੰਚਾਇਆ। ਸਾਡਾ ਇੱਕ ਦੂਜੇ ਦੇ ਨਾਲ ਤਾਲਮੇਲ ਇਹਨਾਂ ਅੱਖਰਾਂ ਔਰ ਸ਼ਬਦਾਂ ਰਾਹੀਂ ਹੀ ਬਣਿਆ ਹੈ। ਜਦੋਂ ਅਸੀਂ ਮਿੱਠੇ ਪਿਆਰੇ ਬੋਲ ਬੋਲਦੇ ਹਾਂ
ਤਾਂ ਸਾਡੀ ਪ੍ਰੀਤ ਆਪਸ ਦੇ ਵਿੱਚ ਗੰਢੀ ਜਾਂਦੀ ਹੈ। ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਨੂੰ ਅੱਖਰਾਂ ਰਾਹੀਂ ਸੁਣ ਕੇ ਸਮਝਦੇ ਹਾਂ। ਇੱਕ ਦੂਜੇ ਦੀਆਂ ਭਾਵਨਾਵਾਂ ਦੀ ਫਿਰ ਅਸੀਂ ਕਦਰ ਕਰਨੀ ਨਾ ਕਰਨੀ ਉਹ ਤਾਂ ਇੱਕ ਅਗਲਾ ਟੌਪਿਕ ਹੈ, ਲੇਕਿਨ ਅਸੀਂ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰ ਸਕਦੇ ਹਾਂ। ਜੋ ਗਿਆਨ ਹੈ ਉਹ ਅੱਖਰਾਂ ਰਾਹੀਂ ਹੀ ਅੱਗੇ ਕਿਸੇ ਨੂੰ ਦਿੱਤਾ ਜਾ ਸਕਦਾ ਹੈ। ਜਿੰਨੇ ਵੀ ਸਕੂਲਾਂ ਦੇ ਅੰਦਰ ਪੜ੍ਹਾਈ ਹੋ ਰਹੀ ਹੈ, ਕਾਲਜ ਨੇ, ਯੂਨੀਵਰਸਿਟੀਜ਼ ਨੇ, ਇਹਨਾਂ ਸਾਰਿਆਂ ਦੇ ਅੰਦਰ ਅੱਖਰ ਹੀ ਯੂਜ਼ ਕੀਤੇ ਜਾ ਰਹੇ ਨੇ। ਔਰ ਜਿਨ੍ਹਾਂ ਨੇ ਇਹਨਾਂ ਅੱਖਰਾਂ ਨੂੰ ਸੁਣਿਆ ਹੈ, ਲਿਖਿਆ ਹੈ, ਪੜ੍ਹਿਆ ਹੈ, ਗਾਵਿਆ ਹੈ, ਇਹਨਾਂ ਰਾਹੀਂ ਯਤਨ ਕੀਤਾ ਹੈ, ਉਹਨਾਂ ਲੋਕਾਂ ਨੇ ਕਿੰਨਾ ਸਾਰਾ ਵਿਕਾਸ ਕੀਤਾ ਹੈ। ਤੇ ਅੱਜ ਤਾਂ ਇਸ ਯੁੱਗ ਦੇ ਅੰਦਰ ਪੜ੍ਹਨਾ ਹੋਰ ਅਤਿਅੰਤ ਜ਼ਰੂਰੀ ਹੈ। ਅੱਜ ਦੇ ਇਸ ਯੁੱਗ ਦੇ ਅੰਦਰ ਜੋ ਅਨਪੜ੍ਹ ਮਨੁੱਖ ਹੈ, ਜਿਸ ਦੇ ਕੋਲ ਅੱਖਰ ਗਿਆਨ ਨਹੀਂ ਹੈ, ਉਹਦੇ ਵਾਸਤੇ ਤਾਂ ਜੀਣਾ ਬਹੁਤ ਜ਼ਿਆਦਾ ਔਖਾ ਹੈ। ਔਰ ਆਉਣ ਵਾਲੇ ਟਾਈਮ ਦੇ ਅੰਦਰ ਤਾਂ ਜਿਹੜੇ ਅੱਜ ਦੇ ਪੜ੍ਹੇ ਹੋਏ ਨੇ ਉਹ ਵੀ ਹੋ ਸਕਦਾ ਹੈ ਕਿ ਅਨਪੜ੍ਹਾਂ ਦੇ ਵਿੱਚ ਸ਼ਾਮਲ ਹੋ ਜਾਣ, ਜੇਕਰ ਉਹ ਆਪਣੇ ਆਪ ਨੂੰ ਅੱਗੇ ਅਪਡੇਟ ਨਹੀਂ ਕਰਦੇ। ਮਿਸਾਲ ਵਜੋਂ ਹੁਣ ਆਉਣ ਵਾਲੇ ਸਮੇਂ ਦੇ ਅੰਦਰ ਹੋ ਸਕਦਾ ਹੈ 5-7 ਸਾਲ ਦੇ ਵਿੱਚ ਡਰਾਈਵਰ ਨਾਮ ਦੀ ਜੌਬ ਇਸ ਦੁਨੀਆ ਚੋਂ ਖਤਮ ਹੋ ਜਾਏ, ਕਿਉਂਕਿ ਕਾਰਾਂ, ਬੱਸਾਂ, ਟਰੱਕ ਡਰਾਈਵਰਲੈਸ ਆ ਜਾਣਗੇ। ਇਸ ਬਾਰੇ ਖੋਜਾਂ ਚੱਲ ਰਹੀਆਂ ਨੇ। ਮੈਂ ਇੱਥੇ ਜਰਮਨ ਸੀ ਤੇ ਜਰਮਨ ਸਟੁਟਗਾਰਟ ਕਲਾਸ ਲਗਾ ਰਿਹਾ ਸੀ, ਕੁਝ ਸੈਮੀਨਾਰ ਸੀ ਫੈਮਿਲੀ ਰਿਲੇਸ਼ਨਸ਼ਿਪ ਬਾਰੇ, ਰਿਸ਼ਤਿਆਂ ਦੀ ਮਹਾਨਤਾ ਔਰ ਇੱਕ ਚਿੰਤਾ ਰੋਗ ਔਰ ਉਸ ਦਾ ਇਲਾਜ, ਇਸ ਬਾਰੇ ਅਸੀਂ ਵਿਚਾਰਾਂ ਕਲਾਸ ਵਿੱਚ ਕਰਦੇ ਸੀ। ਤੇ ਉੱਥੇ ਇੱਕ ਨੌਜਵਾਨ ਸਿੱਖ ਵੀਰ ਕਲਾਸ ਵਿੱਚ ਆਉਂਦੇ ਸੀ ਜੋ ਇਸ ਬਾਰੇ ਕੰਮ ਕਰ ਰਹੇ ਨੇ ਸੌਫਟਵੇਅਰ ਦੇ ਵਿੱਚ, ਕਿ ਜੋ ਕਾਰਾਂ ਨੇ ਉਹ ਬਿਨਾਂ ਡਰਾਈਵਰ ਤੋਂ ਡਰਾਈਵਰਲੈਸ ਕਾਰਾਂ ਵਾਸਤੇ, ਤੇ ਜਿਨ੍ਹਾਂ ਦੇ ਵਿੱਚ ਕਰੀਬ ਉਹ 2 ਸਟੈਪ ਕਰ ਚੁੱਕੇ ਨੇ, 3 ਸਟੈਪ ਉਹਨਾਂ ਦੇ ਹੋਰ ਰਹਿੰਦੇ ਨੇ। ਉਸ ਤੋਂ ਬਾਅਦ ਕਾਰਾਂ ਬਿਲਕੁਲ ਡਰਾਈਵਰਲੈਸ ਆ ਜਾਣਗੀਆਂ। 45 ਸੈਕਿੰਡ ਵਾਸਤੇ ਵੀਰ ਜੀ ਨੇ ਦੱਸਿਆ ਸੀ ਕਿ 45 ਸੈਕਿੰਡ ਵਾਸਤੇ ਕਾਰ ਜਿਹੜੀ ਹੈ ਬਿਨਾਂ ਡਰਾਈਵਰ ਤੋਂ ਚੱਲਦੀ ਹੈ, ਲਾਲ ਬੱਤੀ ਤੇ ਰੁਕਦੀ ਵੀ ਹੈ, ਹਰੀ ਤੇ ਚੱਲਦੀ ਹੈ। ਜੇ ਕੋਈ ਅੱਗੇ ਕਾਰ ਆ ਰਹੀ ਹੈ ਤਾਂ ਉਹਨੂੰ ਬਿਲਕੁਲ ਆਪਣਾ ਠੀਕ ਕੰਮ ਕਰ ਰਹੀ ਹੈ। 45 ਸੈਕਿੰਡ ਬਾਅਦ ਉਹ ਆਵਾਜ਼ ਦਿੰਦੀ ਹੈ ਕਿ ਆਪਣਾ ਸਟੀਅਰਿੰਗ ਸੰਭਾਲੋ। ਤਾਂ ਹੁਣ ਡਰਾਈਵਰ ਨਾਮ ਦੀ ਜੌਬ ਜੇਕਰ ਦੁਨੀਆ ਤੋਂ ਖਤਮ ਹੁੰਦੀ ਹੈ ਤਾਂ ਜੋ ਡਰਾਈਵਰ ਵੀਰ ਨੇ ਉਹਨਾਂ ਦੀ ਜੌਬ ਜਾਏਗੀ, ਔਰ ਜੋ ਡਰਾਈਵਰ ਦੀਆਂ ਜੌਬਾਂ ਤੇ ਕੰਮ ਅੱਗੋਂ ਕਿਸੇ ਨੇ ਕਰਨਾ ਸੀ ਤੇ ਉਹ ਖਤਮ ਹੋਏਗਾ। ਇਹਦਾ ਮਤਲਬ ਕੁਛ ਹੋਰ ਕੰਮ ਲੱਭਣਾ ਪਵੇਗਾ ਨਾ। ਮੈਂ ਆਮ ਗੱਲਾਂ ਕਰ ਰਿਹਾ ਹਾਂ, ਗਿਆਨ ਦੀ ਗੱਲ। ਇਸ ਤੋਂ ਇਲਾਵਾ ਸ਼ਾਪਿੰਗ ਜਿਹੜੀ ਹੈ ਕਰੀਬ ਆਨਲਾਈਨ ਹੋਣ ਲੱਗ ਗਈ ਹੈ, ਤੇ ਬਾਕੀ ਆਉਣ ਵਾਲੇ ਟਾਈਮ ਦੇ ਅੰਦਰ ਆਮ ਆਦਮੀ ਆਨਲਾਈਨ ਸ਼ਾਪਿੰਗ ਕਰੇਗਾ ਤਾਂ ਜਿਹੜੇ ਛੋਟੀਆਂ ਦੁਕਾਨਾਂ ਜਾਂ ਛੋਟੇ ਸਟੋਰ ਨੇ ਉਹਨਾਂ ਦੇ ਉੱਤੇ ਅਸਰ ਪੈਣਾ ਸੁਭਾਵਿਕ ਹੈ। ਇਸੇ ਤਰ੍ਹਾਂ ਜਿਵੇਂ ਵਕੀਲ ਨੇ ਤਾਂ ਹੁਣ ਆਮ ਸੌਫਟਵੇਅਰ ਆ ਜਾਣਗੇ ਜਿਹਦੇ ਵਿੱਚ ਛੋਟਾ ਮੋਟਾ ਕੇਸ ਤੁਸੀਂ ਆਪਣਾ ਆਪ ਸੌਫਟਵੇਅਰ ਰਾਹੀਂ ਹੀ ਲੜ ਸਕੋਗੇ। ਤਾਂ ਕਹਿਣ ਤੋਂ ਭਾਵ ਮੇਰਾ ਇੰਨਾ ਕਿ ਸਿਰਫ ਕਿ ਇਹ ਗਿਆਨ ਮਨੁੱਖ ਨੇ ਹਾਸਲ ਕੀਤਾ ਹੈ ਔਰ ਇਹ ਗਿਆਨ ਸਾਰਾ ਅੱਖਰਾਂ ਰਾਹੀਂ ਹੀ ਅੱਗੇ ਬਿਆਨ ਕੀਤਾ ਜਾ ਰਿਹਾ ਹੈ। ਔਰ ਸਾਨੂੰ ਅੱਖਰਾਂ ਦੇ ਨਾਲ, ਵਿਦਿਆ ਦੇ ਨਾਲ ਜੁੜਨਾ ਚਾਹੀਦਾ ਹੈ। ਹਰ ਇਨਸਾਨ ਨੂੰ ਹਰ ਵੇਲੇ ਅਪਡੇਟ ਹੋਣ ਦੀ ਜ਼ਰੂਰਤ ਹੈ। ਨਵੇਂ ਤੋਂ ਨਵਾਂ ਗਿਆਨ ਉਹਨੂੰ ਸਿੱਖਣ ਦੀ ਲੋੜ ਹੈ, ਤੇ ਇਹ ਸਾਰੇ ਦਾ ਸਾਰਾ ਗਿਆਨ ਅੱਖਰਾਂ ਰਾਹੀਂ ਹੀ ਬਿਆਨ ਕੀਤਾ ਜਾਂਦਾ ਹੈ, ਅੱਖਰਾਂ ਰਾਹੀਂ ਹੀ ਸਿੱਖਿਆ ਜਾਂਦਾ ਹੈ। ਇਸ ਲਈ ਸਾਨੂੰ ਗਿਆਨ ਦੀ ਵਰਤੋਂ ਕਰਨੀ ਚਾਹੀਦੀ। ਇੱਥੋਂ ਸਾਨੂੰ ਕੀ ਸਿੱਖਿਆ ਮਿਲਦੀ? ਸਿੱਖਿਆ ਸਾਨੂੰ ਇਹ ਮਿਲ ਰਹੀ ਹੈ ਕਿ ਅਨੰਤ ਲੋਕ ਨੇ, ਅਸੰਖਾਂ ਹੀ ਨਾਮ ਨੇ, ਅਸੰਖਾਂ ਹੀ ਥਾਮ ਨੇ, ਔਰ ਗਿਆਨ ਜਿਹੜਾ ਹੈ ਉਹ ਵੀ ਅਨੰਤ ਹੈ। ਤੇ ਇਸ ਲਈ ਸਾਨੂੰ ਆਪਣੇ ਗਿਆਨ ਦੇ ਵਿੱਚ ਵਾਧਾ ਕਰਨਾ ਚਾਹੀਦਾ। ਔਰ ਗਿਆਨ ਦੇ ਵਿੱਚ ਵਾਧਾ ਕਰਨ ਵਾਸਤੇ ਹਰ ਮਨੁੱਖ ਦੇ ਅੰਦਰ ਸੰਭਾਵਨਾ ਹੈ। ਜਿਵੇਂ ਅਸੀਂ ਪਿੱਛੇ ਵਿਚਾਰਿਆ ਸੀ ਕਿ ਕਰੀਬ 1500 ਕਰੋੜ ਕੰਪਿਊਟਰ ਦੀ ਹਾਰਡ ਡਰਾਈਵ ਜਿੰਨੀ ਮੈਮਰੀ ਮਨੁੱਖ ਦੇ ਦਿਮਾਗ ਦੇ ਵਿੱਚ ਹੈ। ਇੰਨੀ ਮੈਮਰੀ ਅਨੰਤ ਮੈਮਰੀ ਹੈ। ਇੱਕ ਗੱਲ ਬੰਦਾ ਯਾਦ ਕਰਦਾ ਹੈ ਤਾਂ 10 ਗੱਲਾਂ ਹੋਰ ਯਾਦ ਕਰਨ ਵਾਸਤੇ ਅੱਗੇ ਜਗ੍ਹਾ ਪਹਿਲਾਂ ਤਿਆਰ ਹੋ ਜਾਂਦੀ ਹੈ। ਇੰਨੀ ਮੈਮਰੀ, ਔਰ ਇੰਨੀ ਮੈਮਰੀ ਹੋਣ ਤੋਂ ਬਾਅਦ ਜੇ ਇਹ ਬੰਦਾ ਗਿਆਨ ਹਾਸਲ ਨਾ ਕਰੇ ਤਾਂ ਫਿਰ ਠੀਕ ਨਹੀਂ ਹੈ। ਯਾਨੀ ਸਾਡੇ ਕੋਲ ਅਨੰਤ ਗਿਆਨ ਦੀ ਸੰਭਾਵਨਾ ਹੈ, ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਜਿਵੇਂ ਅਸੀਂ ਦੇਖਦੇ ਹਾਂ ਪਾਰਸੀ ਲੋਕ ਨੇ, ਇਜ਼ਰਾਈਲ ਦੇ ਜੋ ਲੋਕ ਨੇ, ਉਹਨਾਂ ਦੇ ਉੱਤੇ ਕਿੰਨਾ ਅਤਿਆਚਾਰ ਹੋਇਆ, ਕਿੰਨੇ ਲੋਕ ਉਹਨਾਂ ਤੇ ਮਾਰੇ ਗਏ, ਤੇ ਜਿਹੜੇ ਉਹਨਾਂ ਦੇ ਸਿਆਣੇ ਲੋਕ ਸਨ
ਉਹਨਾਂ ਨੇ ਇੱਕ ਮਤਾ ਪਾਸ ਕੀਤਾ ਸੀ। ਕਹਿਣ ਲੱਗੇ ਕਿ ਜੇ ਅਸੀਂ ਇਸ ਦੁਨੀਆ ਦੇ ਉੱਤੇ ਆਪਣੀ ਹੋਂਦ ਬਚਾਣੀ ਹੈ ਤਾਂ ਫਿਰ ਸਾਨੂੰ ਆਪਣੇ ਬੱਚਿਆਂ ਨੂੰ ਐਜੂਕੇਟ ਕਰਨਾ ਪਵੇਗਾ। ਉਹਨਾਂ ਨੇ ਆਪਣਾ ਬਦਲੇ ਲੈਣ ਦੀ ਬਜਾਏ ਟੋਟਲ ਜਿਹੜਾ ਧਿਆਨ ਹੈ ਵਿਦਿਆ ਦੇ ਉੱਤੇ ਦਿੱਤਾ। ਔਰ ਅੱਜ ਇਜ਼ਰਾਈਲ ਦੇ ਕੋਲ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਇਹਨਾਂ ਬਜਟ ਹੈ ਫ੍ਰੀ ਕਿ ਜਿੰਨਾ ਸ਼ਾਇਦ ਅਮਰੀਕਾ ਦਾ ਵੈਸੇ ਹੀ ਬਜਟ ਹੋਵੇ, ਆਪਣੇ ਉਹ ਫ੍ਰੀ ਪੜ੍ਹਾਈ ਕਰਾ ਸਕਦੇ ਨੇ। ਔਰ ਜਿਵੇਂ ਇਜ਼ਰਾਈਲ ਦੇ ਲੋਕਾਂ ਨੇ ਆਪਣਾ ਵਿਦਿਆ ਦਾ ਤਾਂਕ ਪੂਰੀ ਦੁਨੀਆ ਦੇ ਉੱਤੇ ਜਮਾਈ ਹੈ, ਉਹ ਕਿਸੇ ਤੋਂ ਭੁੱਲੀ ਹੋਈ ਨਹੀਂ ਹੈ। ਤਾਂ ਇਸ ਕਰਕੇ ਸਾਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਮੈਂ ਆਪ ਨੂੰ ਇੱਕ ਸੁਜੈਸ਼ਨ ਦੇ ਰਿਹਾ ਹਾਂ ਕਿ ਜੋ ਸਿੱਖ ਜਗਤ ਹੈ, ਸਾਡੇ ਜੋ ਸ਼੍ਰੋਮਣੀ ਕਮੇਟੀ ਹੈ ਜਾਂ ਹੋਰ ਜਿਹੜੀਆਂ ਵੀ ਸੰਸਥਾਵਾਂ ਨੇ ਜਾਂ ਸਿੱਖ ਚਿੰਤਕ ਨੇ ਜਾਂ ਸਾਡੇ ਲੀਡਰ ਨੇ, ਉਹਨਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਆਪਣੇ ਬੱਚਿਆਂ ਨੂੰ ਐਜੂਕੇਟ ਕੀਤਾ ਜਾਏ ਔਰ ਵੱਧ ਤੋਂ ਵੱਧ ਐਜੂਕੇਸ਼ਨ ਦਿੱਤੀ ਜਾਏ। ਜਿਹੜੇ ਸਾਡੇ ਹੁਸ਼ਿਆਰ ਬੱਚੇ ਨੇ, ਉਹਨਾਂ ਦੇ ਕੋਲ ਪੈਸਾ ਨਹੀਂ ਹੈ, ਬਹੁਤ ਸਾਰੇ ਸਾਡੇ ਬੱਚੇ ਸਿਰਫ ਪੈਸੇ ਕਰਕੇ ਪੜ੍ਹਨ ਤੋਂ ਰਹਿ ਜਾਂਦੇ ਨੇ। ਤਾਂ ਜੇ ਅਸੀਂ ਆਪਣਾ ਕੋਈ 5-4% ਵੀ ਉਹਨਾਂ ਬੱਚਿਆਂ ਵਾਸਤੇ ਖਰਚੀਏ ਤਾਂ ਸਾਡੇ ਬੱਚੇ ਬਹੁਤ ਕਾਬਲੀਅਤ ਹਾਸਲ ਕਰ ਸਕਦੇ ਨੇ। ਸਭ ਤੋਂ ਜ਼ਿਆਦਾ ਡਾਕਟਰ, ਇੰਜੀਨੀਅਰ, ਵਿਗਿਆਨਿਕ, ਮਨੋਵਿਗਿਆਨਿਕ ਸਿੱਖ ਜਗਤ ਵਿੱਚ ਹੋਣੇ ਚਾਹੀਦੇ ਸੀ, ਕਿਉਂਕਿ ਸਾਡੇ ਕੋਲ ਇੰਨਾ ਵੱਡਾ ਗਿਆਨ ਦਾ ਖਜ਼ਾਨਾ ਹੈ। ਇਧਰ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਔਰ ਇਸ ਗਿਆਨ ਦੇ ਅੰਦਰ ਸਾਨੂੰ ਪ੍ਰਾਪਤੀ ਕਰਨੀ ਚਾਹੀਦੀ ਹੈ। ਜਦੋਂ ਤੱਕ ਅਸੀਂ ਆਪਣੇ ਬੱਚਿਆਂ ਨੂੰ ਇਸ ਪਾਸੇ ਨਹੀਂ ਪ੍ਰੇਰਿਤ ਕਰਾਂਗੇ ਤਾਂ ਸਾਡਾ ਇਸ ਦੁਨੀਆ ਦੇ ਉੱਤੇ ਆਉਣਾ ਕੋਈ ਸਾਰਥਕ ਨਹੀਂ ਹੈ। ਜਿਨ੍ਹਾਂ ਕੌਮਾਂ ਦੀ ਸਮਾਜਿਕ ਔਰ ਆਰਥਿਕ ਔਰ ਵਿਦਿਅਕ ਤੌਰ ਤੇ ਉਤਥਾਨ ਜੋ ਨਹੀਂ ਕਰਦੇ, ਉਹ ਕੌਮਾਂ ਹੌਲੀ ਹੌਲੀ ਦੁਨੀਆ ਤੋਂ ਖਤਮ ਹੋ ਜਾਂਦੀਆਂ ਨੇ। ਸਿੱਖ ਜਗਤ ਨੇ ਬਾਹਰ ਆਣ ਕੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ ਤੇ ਇਸ ਵਿਦਿਆ ਵਾਲੇ ਪਾਸੇ ਸਾਨੂੰ ਹੋਰ ਧਿਆਨ ਦੀ ਜ਼ਰੂਰਤ ਹੈ। ਅਸੰਖ ਅੱਖਰੀ ਗਿਆਨ, ਗੀਤ ਗੁਣ ਗਾਹ। ਗੀਤ ਦਾ ਮਤਲਬ ਰੱਬੀ ਗੀਤ, ਰੱਬ ਦੀ ਸਿਫਤ ਸਲਾਹ ਦੇ ਗੀਤ ਗਾਏ ਜਾ ਸਕਦੇ ਨੇ ਅੱਖਰਾਂ ਰਾਹੀਂ। ਦੇਖੋ, ਗੁਰਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ ਤਾਂ ਅੱਖਰਾਂ ਰਾਹੀਂ ਹੀ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੱਖਰਾਂ ਰਾਹੀਂ ਹੀ ਲਿਖੀ ਗਈ ਹੈ। ਅੱਖਰਾਂ ਰਾਹੀਂ ਅਸੀਂ ਵੇਖ ਕੇ ਅਸੀਂ ਪੜ੍ਹਦੇ ਹਾਂ, ਅੱਖਰ ਹੀ ਬੋਲ ਕੇ ਅੱਗੇ ਸੁਣਾਏ ਔਰ ਸੁਣੇ ਜਾਂਦੇ ਨੇ। ਇਹਨਾਂ ਅੱਖਰਾਂ ਰਾਹੀਂ ਹੀ ਗਿਆਨ ਪੈਦਾ ਹੁੰਦਾ ਹੈ ਔਰ ਇਹਨਾਂ ਅੱਖਰਾਂ ਰਾਹੀਂ ਹੀ ਬੰਦਾ ਜਿਹੜਾ ਹੈ ਰੱਬ ਦੀ ਸਿਫਤ ਸਲਾਹ ਕਰਦਾ ਹੈ। ਤਾਂ ਦੂਜੀ ਬੇਨਤੀ ਇਹ ਹੈ ਕਿ ਸਾਨੂੰ ਆਪ ਬਾਣੀ ਪੜ੍ਹਨ ਦਾ ਯਤਨ ਕਰਨਾ ਚਾਹੀਦਾ ਹੈ। ਜਿਵੇਂ ਅਸੀਂ ਸਾਰੇ ਭੈਣ ਭਰਾ ਮਿਲ ਕੇ ਤੇ ਇਹ ਯਤਨ ਕਰ ਰਹੇ ਹਾਂ, ਸਮਝਣ ਦਾ ਯਤਨ ਕਰ ਰਹੇ ਹਾਂ। ਜਿੰਨੀ ਕੁ ਮੈਨੂੰ ਮੱਤ ਮਹਾਰਾਜ ਨੇ ਦਿੱਤੀ ਹੈ, ਉਨੀ ਕੁ ਮੱਤ ਮੈਂ ਆਪ ਦੇ ਨਾਲ ਉਸ ਮੱਤ ਨਾਲ ਸਾਂਝੀ ਕਰ ਰਿਹਾ ਹਾਂ। ਤੇ ਜੋ ਜਿਵੇਂ ਤੁਹਾਡੇ ਵਿੱਚ ਬਹੁਤ ਸਾਰੀਆਂ ਹਾਈਲੀ ਐਜੂਕੇਟਡ ਭੈਣਾਂ ਨੇ, ਵੀਰ ਨੇ, ਪੜ੍ਹੇ ਲਿਖੇ ਤੁਸੀਂ ਲੋਕ ਹੋ, ਜੋ ਇਸ ਵਿਚਾਰ ਤੋਂ ਬਾਅਦ ਤੁਸੀਂ ਆਪਣੀ ਵੀ ਸੁਜੈਸ਼ਨ ਦਿੰਦੇ ਹੋ, ਤਾਂ ਆਪਣੇ ਵਿਚਾਰ ਪੇਸ਼ ਕਰਦੇ ਹੋ, ਆਪਣੇ ਵਿਊਜ਼ ਰੱਖਦੇ ਹੋ, ਤਾਂ ਸਾਨੂੰ ਇੱਕ ਦੂਜੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਇਹ ਸਾਨੂੰ ਸਿੱਖਣਾ ਚਾਹੀਦਾ ਹੈ। ਹਰ ਸਿੱਖ ਨੂੰ ਬਾਣੀ ਆਪ ਪੜ੍ਹਨੀ ਚਾਹੀਦੀ ਹੈ, ਹਰ ਸਿੱਖ ਨੂੰ ਬਾਣੀ ਆਪ ਸਮਝਣੀ ਚਾਹੀਦੀ ਹੈ ਔਰ ਗੁਰਬਾਣੀ ਦੇ ਉੱਤੇ ਅਮਲ ਕਰਕੇ ਆਪਣੀ ਜ਼ਿੰਦਗੀ ਨੂੰ ਚੰਗਾ ਬਣਾਉਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਦੀ ਇਸ ਵਿਚਾਰਧਾਰਾ ਨੂੰ ਸੰਸਾਰ ਦੇ ਆਖਰੀ ਮਨੁੱਖ ਤੱਕ ਪਹੁੰਚਾਉਣ ਵਾਸਤੇ ਯਤਨ ਕਰਨਾ ਚਾਹੀਦਾ ਹੈ, ਯਤਨਸ਼ੀਲ ਹੋਣਾ ਚਾਹੀਦਾ ਹੈ। ਅਗਲਾ ਬਚਨ ਕਰਦੇ ਨੇ, ਅੱਖਰੀ ਲਿਖਣ ਬੋਲਣ ਬਾਣ। ਬਾਣ ਦਾ ਮਤਲਬ ਬਾਣੀ, ਬਾਣੀ। ਅੱਖਰਾਂ ਦੇ ਨਾਲ ਹੀ ਲਿਖਣਾ ਹੁੰਦਾ ਹੈ ਔਰ ਅੱਖਰਾਂ ਦੇ ਨਾਲ ਹੀ ਬਾਣੀ ਬੋਲੀ ਜਾਂਦੀ ਹੈ। ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਵੀ ਅੱਖਰਾਂ ਰਾਹੀਂ ਲਿਖੀ ਜਾਂਦੀ ਹੈ, ਅੱਖਰਾਂ ਰਾਹੀਂ ਬੋਲੀ ਜਾਂਦੀ ਹੈ। ਤੇ ਸਾਡੀ ਜੋ ਆਮ ਭਾਸ਼ਾ ਹੈ, ਆਮ ਕਿਸੇ ਬੰਦੇ ਦੀ ਲੈਂਗੁਏਜ ਹੈ, ਉਹ ਵੀ ਅੱਖਰਾਂ ਰਾਹੀਂ ਬੋਲੀ ਜਾਂਦੀ ਹੈ, ਅੱਖਰਾਂ ਰਾਹੀਂ ਲਿਖੀ ਜਾਂਦੀ ਹੈ। ਇਸ ਲਈ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਯਾਨੀ ਅਸੀਂ ਹਰ ਸਿੱਖ ਜਿਹੜਾ ਹੈ ਨਾ, ਉਹ ਪੜ੍ਹਿਆ ਲਿਖਿਆ ਹੋਵੇ। ਬੇਸ਼ੱਕ ਦੁਨਿਆਵੀ ਤੌਰ ਤੇ ਅੱਜ ਕੱਲ੍ਹ ਹਰ ਬੰਦਾ ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਗੁਰੂ ਪਾਤਸ਼ਾਹ ਨੇ ਦਿੱਤੀ ਹੈ ਤਾਂ ਉਹ ਬੜੇ ਵੱਡੇ ਲੰਬੇ ਦੂਰ ਦ੍ਰਿਸ਼ਟਾ ਸਨ। ਉਹ ਇਸੇ ਕਰਕੇ ਕਿ ਹਰ ਸਿੱਖ ਪੜ੍ਹਿਆ ਹੋਏਗਾ। ਗੁਰੂ ਦੇ ਨਾਲ ਸੰਬੰਧ ਤਾਂ ਹੀ ਜੁੜੇਗਾ ਨਾ ਜੇ ਸਿੱਖ ਪੜ੍ਹਿਆ ਹੋਏਗਾ, ਔਰ ਗੁਰੂ ਦੇ ਨਾਲ ਸੰਬੰਧ ਤਾਂ ਹੀ ਜੁੜੇਗਾ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੇਗਾ। ਹੁਣ ਜੇ ਅਸੀਂ ਬਾਣੀ ਨਹੀਂ ਪੜ੍ਹਾਂਗੇ ਤਾਂ ਸਾਡਾ ਗੁਰੂ ਦੇ ਨਾਲ ਡਾਇਰੈਕਟ ਸੰਬੰਧ ਨਹੀਂ ਬਣੇਗਾ।
ਸਾਨੂੰ ਵਿੱਚ ਕੋਈ ਨਾ ਕੋਈ ਵਿਚੋਲਾ ਪਾਣਾ ਪਵੇਗਾ। ਔਰ ਉਹ ਵਿਚੋਲੇ ਜਿਹੜੇ ਨੇ ਬਹੁਤ ਸਾਰੇ ਬਣ ਗਏ ਨੇ, ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਬਣ ਗਏ ਨੇ। ਔਰ ਹਰ ਵਕਤ ਹੀ ਇਹ ਲੋਕ ਤਿਆਰ ਰਹਿੰਦੇ ਨੇ। 9ਵੇਂ ਪਾਤਸ਼ਾਹ ਦੇ ਟਾਈਮ ਕਿੰਨੇ ਸਾਰੇ ਲੋਕ ਸਨ। 22 ਮੰਜੀਆਂ ਤਾਂ ਮਸ਼ਹੂਰ ਹੀ ਨੇ ਨਾ, ਕਿ 22 ਲੋਕਾਂ ਨੇ ਉੱਥੇ ਮੰਜੀਆਂ ਜਾ ਕੇ ਲਾ ਲਈਆਂ ਸਨ ਕਿ ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ, ਅਸੀਂ ਤੁਹਾਨੂੰ ਰੱਬ ਦੇ ਨਾਲ ਮਿਲਾਵਾਂਗੇ। ਅੱਜ ਵੀ ਅਸੀਂ ਵੇਖਦੇ ਹਾਂ ਕਿੰਨੇ ਸਾਰੇ ਬਾਬੇ, ਕਿੰਨੇ ਸਾਰੇ ਡੇਰੇ, ਕਿੰਨੇ ਸਾਰੇ ਦੇਹਧਾਰੀ ਗੁਰੂ ਬਣੇ ਬੈਠੇ ਨੇ ਕਿ ਆਓ ਤੁਹਾਨੂੰ ਰੱਬ ਦੇ ਨਾਲ ਅਸੀਂ ਜੋੜਦੇ ਹਾਂ। ਗੁਰੂ ਦੇ ਨਾਲ ਤੇ ਸਿੱਖ ਦਾ ਸਾਂਝਾ ਨਾਤਾ ਹੈ। ਗੁਰੂ ਦੇ ਨਾਲ ਤੇ ਸਿੱਧਾ ਸਿੱਖ ਦਾ ਡਾਇਰੈਕਟ ਸੰਬੰਧ ਹੈ। ਗੁਰੂ ਤੇ ਆਪ ਸਿੱਖ ਨੂੰ ਆਵਾਜ਼ ਮਾਰਦਾ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਕਿ ਗੁਰੂ ਦੇ ਪਿਆਰੇ ਸਿੱਖਾ ਆ ਤੇ ਬਾਣੀ ਗਾ, ਬਾਣੀ ਸਮਝ। ਅਸੀਂ ਗੁਰੂ ਦੀ ਗੋਦ ਦਾ ਆਨੰਦ ਡਾਇਰੈਕਟ ਮੰਨਣਾ ਸੀ, ਪਰ ਅਸੀਂ ਵਿੱਚ ਵਿਚੋਲੇ ਖੜੇ ਕਰ ਬੈਠੇ, ਜਿਸ ਕਰਕੇ ਸਾਡਾ ਵਿਕਾਸ ਨਹੀਂ ਹੋਇਆ, ਜਿਸ ਕਰਕੇ ਸਾਨੂੰ ਆਤਮਕ ਜੀਵਨ ਨਹੀਂ ਮਿਲ ਪਾਇਆ, ਜਿਸ ਕਰਕੇ ਬਹੁਤੇ ਲੋਕ ਗੁਰਬਾਣੀ ਦੇ ਗਿਆਨ ਤੋਂ ਵਾਂਝੇ ਰਹਿ ਗਏ, ਕਿਉਂਕਿ ਉਹ ਦੂਜੇ ਦੇ ਉੱਤੇ ਆਸ਼ਰਿਤ ਹੋ ਗਏ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪ ਬਾਣੀ ਪੜ੍ਹੀਏ। ਜੋ ਸਾਡੇ ਮਨਾਂ ਵਿੱਚ ਬਿਠਾ ਦਿੱਤਾ ਗਿਆ ਹੈ ਨਾ ਕਿ ਬਾਣੀ ਪੜ੍ਹਨੀ ਬਹੁਤ ਔਖੀ ਹੈ, ਤੁਹਾਡੇ ਤੋਂ ਪੜ੍ਹੀ ਨਹੀਂ ਜਾਣੀ, ਤੁਹਾਡੇ ਤੋਂ ਸਮਝੀ ਨਹੀਂ ਜਾਣੀ, ਇੱਕ ਬਹੁਤ ਵੱਡੀ ਸਾਜ਼ਿਸ਼ ਹੈ। ਮੈਂ ਇਹਨੂੰ ਸਾਜ਼ਿਸ਼ ਹੀ ਕਹਿ ਸਕਦਾ ਹਾਂ, ਕਿਉਂਕਿ ਬਾਣੀ ਪੜ੍ਹਨੀ ਔਖੀ ਨਹੀਂ ਹੈ, ਬਾਣੀ ਪੜ੍ਹਨੀ ਸੌਖੀ ਹੈ। 35 ਅੱਖਰ ਹੀ ਨੇ, ਉਹੀ ਲਗ ਮਾਤਰਾ ਪੰਜਾਬੀ ਵਿੱਚ ਨੇ, ਉਹੀ ਲਗ ਮਾਤਰਾ ਗੁਰਬਾਣੀ ਵਿੱਚ ਨੇ। ਜਿਵੇਂ ਅਸੀਂ ਪਹਿਲੇ ਦਿਨ ਸਕੂਲ ਜਦੋਂ ਪੜ੍ਹਨ ਗਏ ਸਾਂ ਤੇ ਸਾਨੂੰ ਮਾਸਟਰ ਨੇ ਕਿਹਾ ਸੀ ਕਿ ਨਾ 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 ਨਾ, ਤੁਹਾਡੇ ਤੋਂ ਪੜ੍ਹਾਈ ਨਹੀਂ ਹੋਣੀ, ਇਹ ਤਾਂ ਪੜ੍ਹਾਈ ਬੜੀ ਔਖੀ ਹੈ, ABCD ਸਿੱਖਣੀ ਕੋਈ ਸੌਖੀ ਹੈ, ਊੜਾ ਐੜਾ ਸਿੱਖਣਾ, ਕ ਖ ਸਿੱਖਣਾ, ਇਹ ਤਾਂ ਏ ਸਿੱਖਣਾ, ਇਹ ਤਾਂ ਬਹੁਤ ਔਖਾ ਹੈ, ਤੁਹਾਡੇ ਤੋਂ ਨਹੀਂ ਪੜ੍ਹੀ ਜਾਣੀ। ਤਾਂ ਟੀਚਰ ਨੇ ਜੇਕਰ ਇਹ ਕਿਹਾ ਹੁੰਦਾ ਔਰ ਅਸੀਂ ਇਹਦੇ ਤੇ ਵਿਸ਼ਵਾਸ ਕੀਤਾ ਹੁੰਦਾ ਤਾਂ ਫਿਰ ਅਸੀਂ ਪੜ੍ਹ ਨਹੀਂ ਸੀ ਨਾ ਸਕਣਾ। ਸਗੋਂ ਅਸੀਂ ਆਪਣੇ ਬੱਚਿਆਂ ਨੂੰ ਆਪ ਛੱਡ ਕੇ ਆਏ ਸਾਂ ਕਿ ਬੇਟੇ ਪੜ੍ਹਨਾ ਤੇ ਬੜਾ ਸੌਖਾ ਹੈ, ਦੂਜਾ ਪੜ੍ਹ ਸਕਦਾ, ਤੂੰ ਹੀ ਕਿਉਂ ਨਹੀਂ ਪੜ੍ਹ ਸਕਦਾ। ਤਾਂ ਅਸੀਂ ਊੜਾ ਐੜਾ ਸਿੱਖ ਗਏ ਨਾ, ਹਿੰਦੀ ਦਾ ਕਾਖਾ ਸਿੱਖ ਗਏ, ABCD ਸਿੱਖ ਗਏ, ਡਾਕਟਰ ਇੰਜੀਨੀਅਰ ਲੋਕ ਬਣ ਗਏ। ਹੁਣ ਗੁਰਬਾਣੀ ਪੜ੍ਹਨੀ ਸਾਨੂੰ ਔਖੀ ਕਿਉਂ ਲੱਗੀ? ਕਿਉਂਕਿ ਅਸੀਂ ਟਾਈਮ ਨਹੀਂ ਦਿੱਤਾ, ਟਾਈਮ ਹੀ ਨਹੀਂ ਦਿੱਤਾ। ਹੁਣ ਦੇਖੋ, ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਸਿਰਫ ਹਿੰਦੀ ਪੜ੍ਹਿਆ ਹੋਇਆ ਹਾਂ। ਰਾਜਸਥਾਨ ਵਿੱਚ ਜਨਮ ਮੇਰਾ, ਉੱਥੇ ਪੰਜਾਬੀ ਹੈ ਹੀ ਨਹੀਂ ਸੀ, ਪ੍ਰਚਾਰਕ ਕਦੀ ਕੋਈ ਗਿਆ ਨਹੀਂ ਸੀ। ਔਰ ਇਹ ਮੇਵਾਤ ਦਾ ਇਲਾਕਾ ਸੀ, ਬੈਕਵਰਡ ਇਲਾਕਾ ਸੀ। ਉਦੋਂ ਬਿਜਲੀ ਵੀ ਨਹੀਂ ਸੀ ਹੁੰਦੀ। ਸਾਡੇ ਵੇਖਦਿਆਂ ਉੱਥੇ ਬਿਜਲੀ ਆਈ, ਨਲਕੇ ਮੇਰੇ ਵੇਖਦਿਆਂ ਲੱਗੇ ਨੇ, ਨਹੀਂ ਤੇ ਖੂਹਾਂ ਤੋਂ ਪਾਣੀ ਭਰ ਕੇ ਲਿਆਈਦਾ ਸੀ। ਤਾਂ ਐਸੇ ਇਲਾਕੇ ਦੇ ਵਿੱਚ ਮੈਂ ਕੇਵਲ ਹਿੰਦੀ ਪੜ੍ਹਿਆ ਵਾਂ। ਤੇ ਜਦੋਂ ਬਾਅਦ ਦੇ ਵਿੱਚ ਪੰਜਾਬੀ ਮੈਂ ਸਿੱਖਣੀ ਸ਼ੁਰੂ ਕੀਤੀ ਤਾਂ ਊੜੇ ਏੜੇ ਤੋਂ ਬਾਅਦ ਹੋਰ ਕੁਛ ਲੋੜ ਨਹੀਂ ਪਈ, ਕਿਉਂਕਿ ਮਾਤਰਾ ਤਾਂ ਉਹੀ ਨੇ। ਤੇ ਮੈਂ ਪਾਠ ਕਰਨਾ ਸਿੱਖ ਗਿਆ ਸੀ, ਤੇ ਪਾਠ ਕਰਨਾ ਸਿੱਖਣ ਤੋਂ ਬਾਅਦ ਵੀ ਮੈਨੂੰ ਪੰਜਾਬੀ ਲਿਖਣੀ ਨਹੀਂ ਸੀ ਆਉਂਦੀ। ਮੈਂ ਡਿਊਟੀਆਂ ਪਾਠੀ ਸਿੰਘਾਂ ਦੀਆਂ ਹਿੰਦੀ ਵਿੱਚ ਲਿਖਦਾ ਰਿਹਾ, ਲੇਕਿਨ ਫਿਰ ਮੈਂ ਪ੍ਰੈਕਟਿਸ ਕੀਤੀ ਤਾਂ ਹੌਲੀ ਹੌਲੀ ਮੈਂ ਸਿੱਖ ਗਿਆ। ਤਾਂ ਇਹਦਾ ਮਤਲਬ ਅਸੀਂ ਕਿਸੇ ਵੀ ਏਜ ਦੇ ਅੰਦਰ ਸਿੱਖ ਸਕਦੇ ਹਾਂ, ਕਿਸੇ ਵੀ ਏਜ ਵਿੱਚ, ਕਦੇ ਵੀ। ਹੁਣ ਜੇ ਕੋਈ ਬੰਦਾ ਕਵੇ ਕਿ ਜੇ ਨਾ ਜੀ ਤੁਹਾਡੇ ਤੋਂ ਗਲਤੀਆਂ ਹੋਣਗੀਆਂ, ਗਲਤ ਬਾਣੀ ਨਹੀਂ ਪੜ੍ਹਨੀ ਚਾਹੀਦੀ, ਇਸ ਲਈ ਪਹਿਲਾਂ ਸਿੱਖੋ ਤੇ ਫਿਰ ਪੜ੍ਹੋ। ਹੁਣ ਪੜ੍ਹੋਗੇ ਤਾਂ ਹੀ ਸਿੱਖੋਗੇ ਨਾ, ਜੇ ਗਲਤੀ ਕਰੋਗੇ ਤਾਂ ਹੀ ਸਿੱਖੋਗੇ। ਜੇ ਕੋਈ ਹੁਣ ਪਾਣੀ ਦੇ ਵਿੱਚ ਮੈਂ ਤੈਰਨਾ ਸਿੱਖਣਾ ਚਾਹਾਂ ਤੇ ਮੈਨੂੰ ਪਾਣੀ ਦੇ ਵਿੱਚ ਤੈਰਨਾ ਸਿਖਾਉਣ ਵਾਲਾ ਬੰਦਾ ਕਵੇ ਕਿ ਨਾ, ਪਾਣੀ ਵਿੱਚ ਜੇ ਭਾਈ ਜੀ ਵੜੋਗੇ ਤੇ ਗੋਤੇ ਆਉਣਗੇ, ਪਹਿਲਾਂ ਤੈਰਨਾ ਸਿੱਖ ਕੇ ਆਓ ਫਿਰ ਪਾਣੀ 'ਚ ਵੜਿਆ। ਤੇ ਹੁਣ ਤੈਰਨਾ ਮੈਂ ਰੇਤੇ ਤੇ ਕਿਵੇਂ ਸਿੱਖਾਂ, ਫਰਸ਼ ਤੇ ਕਿਵੇਂ ਤੈਰਨਾ ਸਿੱਖਾਂ? ਪਾਣੀ ਵਿੱਚ ਵੜੇਗਾ ਬੰਦਾ, ਕੁਛ ਗਲਤੀ ਕਰੇਗਾ, ਇੱਕ ਦੋ ਗੋਤੇ ਆਉਣਗੇ ਤਾਂ ਹੀ ਸਿੱਖੇਗਾ ਨਾ। ਬਾਣੀ ਪੜ੍ਹੋਗੇ, ਕੁਛ ਗਲਤੀਆਂ ਹੋ ਜਾਣਗੀਆਂ ਤਾਂ ਹੀ ਸਿੱਖੋਗੇ ਨਾ ਕਿੱਥੇ ਗਲਤੀ ਹੋ ਰਹੀ ਹੈ। ਤਾਂ ਬਾਣੀ ਆਪ ਪੜ੍ਹਨੀ ਚਾਹੀਦੀ ਹੈ ਸਾਨੂੰ। ਟਰਾਈ ਕਰੋ ਸਾਰੇ, ਜਿਵੇਂ ਅਸੀਂ ਟਰਾਈ ਕਰ ਰਹੇ ਹਾਂ। ਤਾਂ ਗੁਰੂ ਜੀ ਕਹਿੰਦੇ ਨੇ, ਅੱਖਰੀ ਲਿਖਣ ਬੋਲਣ ਬਾਣ। ਅੱਖਰਾਂ ਰਾਹੀਂ ਹੀ ਲਿਖਣਾ ਹੁੰਦਾ ਹੈ, ਅੱਖਰਾਂ ਰਾਹੀਂ ਹੀ ਬਾਣੀ ਬੋਲੀ ਜਾਂਦੀ। ਅੱਖਰਾਂ ਸਿਰ ਸੰਜੋਗ ਵਖਾਣ। ਵਖਾਣ ਦਾ ਮਤਲਬ ਵਿਖਿਆਨ ਕੀਤਾ ਜਾਂਦਾ, ਸੰਜੋਗ ਦਾ ਮਤਲਬ ਮਿਲਾਪ ਦਾ। ਹੁਣ ਇਹਨਾਂ ਚੀਜ਼ਾਂ ਦੇ ਕਈ ਵਾਰ ਨਾ ਬੜੇ ਗਲਤ ਅਰਥ ਕਰਕੇ ਸਮਝਾਏ ਜਾਂਦੇ ਨੇ ਕਿ ਉੱਤੋਂ ਹੀ ਸੰਜੋਗ ਬਣ ਕੇ ਆਉਂਦੇ ਨੇ। ਨਹੀਂ ਤੇ ਕਹਿੰਦੇ ਨਾ ਵੀ ਜੋੜੀਆਂ ਉੱਤੋਂ ਬਣ ਕੇ ਆਉਂਦੀਆਂ ਨੇ, ਰੱਬ ਲਿਖ ਕੇ ਘੱਲਦਾ। ਵੀ ਜੋੜੀਆਂ ਪਤੀ ਪਤਨੀ ਦੇ ਸੰਜੋਗ ਉੱਤੋਂ ਰੱਬ ਨੇ ਲਿਖ ਕੇ ਘੱਲੇ, ਆਮ ਕਹਿੰਦੇ ਨੇ ਨਾ।
ਤੇ ਫਿਰ ਤਾਂ ਜੇ ਤਲਾਕਾਂ ਹੁੰਦੀਆਂ ਨੇ ਉਹਦੇ ਵਿੱਚ ਰੱਬ ਦੀ ਗਲਤੀ, ਸਾਡੀ ਕਾਹਦੀ, ਕਿਉਂਕਿ ਸੰਜੋਗ ਉਹਨੇ ਬਣਾਏ ਸਨ। ਇਹਦਾ ਮਤਲਬ ਜੇ ਹੁਣ ਘਰ ਵਾਲੀ ਗੱਲ ਪੈਂਦੀ ਹੈ ਸਵੇਰੇ ਉੱਠਦਿਆਂ ਸਾਰ, ਤਾਂ ਉਹਦੇ ਵਿੱਚ ਘਰ ਵਾਲੀ ਦਾ ਗੁਨਾਹ ਤੇ ਨਹੀਂ, ਤਾਂ ਰੱਬ ਨੇ ਸਾਡਾ ਸੰਜੋਗ ਬਣਾ ਦਿੱਤਾ। ਜਾਂ ਪਤੀ ਜੇਕਰ ਲੜਾਕਾ ਹੈ, ਸ਼ਰਾਬ ਪੀਂਦਾ ਹੈ, ਇਹਦਾ ਮਤਲਬ ਕਿਸੇ ਔਰਤ ਦੀ ਕਿਸਮਤ ਦੇ ਵਿੱਚ ਰੱਬ ਨੇ ਸ਼ਰਾਬੀ ਪਤੀ ਲਿਖ ਦਿੱਤਾ। ऐसा नहीं है। संजोग का मतलब मेल मिलाप, विजोग और संजोग। संजोग का मतलब मिलाप ते विजोग का मतलब विछोड़ा। हुण संजोग नूं और विछोड़े नूं असीं किवें बयान करांगे? अखरां राहीं करांगे ना। देखो असीं सारे भैन भरा मिल के बैठे हां, तां साडा संजोग है। संजोग का मतलब मिल बैठना। हुण संजोग नूं इहनूं असीं अखरां राहीं बयान कर रहे हां, मैं बोल रहा, तुसीं सुन रहे हो, ते 3:15 वजे तुसीं बोलना शुरू करना है, मैं सुनना है। संजोग मिलाप दीयां गल्लां। और किसी दा जे विछोड़ा हो जाए, पति पत्नी दी तलाक, ते लोकी गल्लां करदे ने ना अखरां राहीं कि उन्हां दी इस गल तो विछोड़ा हो गया, इस गल तो विछोड़ा हो गया। पहली गल। दूजी गल है कि अखरां राहीं ही संजोग बनदा है, मिलाप बनदा है। जे असीं चंगीआं बोलियां बोलदे हां, एक दूजे नाल प्यारे बचन करदे हां, तां साडा संजोग बन जांदा है। जे असीं एक दूजे नाल माड़ा बोलांगे तां साडा विजोग हो जाएगा। अखरां राहीं हो रिहा ना। देखो किन्ने सारे लोक हुंदे ने जिन्हां दे बोल उस चिट्ठी वर्गे हुंदे ने जिस चिट्ठी नूं बार-बार पढ़न ते जी करदा। कुछ लोकां दे इन्ने प्यारे बोल हुंदे ने, जी करदा है इह बोली जाए ते असीं सुणी जाइए। कुछ लोकां दे बोलां दे अंदर इन्नी मिठास हुंदी है कि वो सदा वास्ते साडे दिल विच उतर जांदे ने। कुछ लोकां दी बोली इन्नी प्यारी, पॉजिटिव और मिठी हुंदी है कि वो बेगाने हुंदे हुए भी साडे सदा वास्ते अपने बन जांदे ने। उन्हां नाल संजोग बन जांदा है, उन्हां नाल मिलाप हो जांदा है, सारी जिंदगी दा मिलवर्तन बन जांदा है, फैमिली रिलेशन बन जांदा है। एक दूजे नूं असीं विआहां ढंगां ते सदन लग जांदे हां। और दूजे कुछ ऐसे बोल हुंदे ने जिहड़े बड़े करखत हुंदे ने। कुछ साडे बोल ही अपनिआं नूं भी बेगाना बना दिंदे ने, भैणां भरावां दे विच विछोड़ा पा दिंदे ने। तां गुरु जी कह रहे ने अखरां सिर संजोग वखाण। अखरां सिर दा मतलब अखरां दे नाल, संजोग वखाण दा मतलब जो मेल मिलाप है उहदा व्याख्यान कीता जांदा है, उहदे बारे सोचिया जांदा है, उहदे बारे बोलिया जांदा है। ਅਸੀਂ ਸੋਚ ਸਕਦੇ ਹਾਂ ਕਿ ਸਾਡਾ ਆਪਸੀ ਤਾਲਮੇਲ ਕਿਵੇਂ ਚੰਗਾ ਰਹਿ ਸਕਦਾ ਹੈ। ਪਰਿਵਾਰ ਵਿੱਚ ਬੈਠੋ, ਜੇ ਕਿਤੇ ਗੜਬੜ ਹੈ ਪਿਓ ਪੁੱਤਰ ਦੀ, ਨੂੰਹ ਸੱਸ ਦੀ, ਪਤੀ ਪਤਨੀ ਦੀ, ਤਾਂ ਪ੍ਰੋਬਲਮ ਬਾਰੇ ਗੱਲ ਨਾ ਕਰੋ, ਸੋਲੂਸ਼ਨ ਬਾਰੇ ਸੋਚੋ ਕਿ ਇਹਦਾ ਸੋਲੂਸ਼ਨ ਕੀ ਹੈ, ਅਸੀਂ ਕਿਵੇਂ ਇਕੱਠੇ ਰਹਿ ਸਕਦੇ ਹਾਂ, ਅਸੀਂ ਕਿਵੇਂ ਪਿਆਰ ਦੇ ਨਾਲ ਰਹਿ ਸਕਦੇ ਹਾਂ। ਇੱਕ ਪਤੀ ਪਤਨੀ ਸਨ ਤੇ ਉਹਨਾਂ ਦੀ ਆਪਸੀ ਤਾਲਮੇਲ ਵਿਗੜ ਗਿਆ। ਪਤੀ ਨੇ ਕੋਈ 2 ਥੱਪੜ ਮਾਰ ਦਿੱਤੇ, ਪਤਨੀ ਨੇ ਜੁੱਤੀ ਚੁੱਕ ਕੇ ਮਾਰੀ ਤੇ ਪਤੀ ਦੇ ਸਿਰ ਦੇ ਕੋਲੋਂ ਦੀ ਲੰਘ ਗਈ। ਲੇਕਿਨ ਉਹ ਇੱਕ ਦੂਜੇ ਦੇ ਨਾਲ ਖਰਵੇ ਹੋਏ ਤੇ ਪਤਨੀ ਨੇ ਆਪਣਾ ਚੱਕਿਆ ਸਮਾਨ ਤੇ ਪੇਕੇ ਚਲੀ ਗਈ। ਪਤੀ ਵੀ ਨਾਰਾਜ਼ ਹੋ ਗਿਆ, ਤਲਾਕ ਦੇ ਕਾਗਜ਼ ਦੇ ਦਿੱਤੇ ਤੇ ਦੋਵਾਂ ਧਿਰਾਂ ਦੇ ਲੋਕ ਮਿਲ ਗਏ। ਆਪਣੀ ਇੱਜ਼ਤ ਬਣਾ ਲਈ ਨਾ, ਆਪਣੀ ਹੋਮੇ ਬਣਾ ਲਈ। ਲੜਕੀ ਵਾਲਿਆਂ ਨੇ ਆਪਣੀ ਹੋਮੇ, ਲੜਕੇ ਵਾਲਿਆਂ ਨੇ ਆਪਣੀ ਹੋਮੇ ਵੀ ਇਹ ਕੌਣ ਹੁੰਦੀ ਜੁੱਤੀ ਮਾਰਨ ਵਾਲੀ, ਉਧਰੋਂ ਉਹਦੀ ਵੀ ਇਹ ਕੌਣ ਹੁੰਦਾ ਥੱਪੜ ਮਾਰਨ ਵਾਲਾ। ਤਲਾਕ ਅਦਾਲਤਾਂ ਵਿੱਚ ਦੋਵਾਂ ਧਿਰਾਂ ਦੇ ਬੰਦੇ ਜਾ ਰਹੇ ਨੇ। ਆਖਿਰ ਤਲਾਕ ਹੋ ਗਈ, ਦੋਵਾਂ ਨੂੰ ਕਾਗਜ਼ ਤਲਾਕ ਦੇ ਫੜਾ ਦਿੱਤੇ ਗਏ। ਕੁਦਰਤੀ ਚਾਹ ਮੰਗਾਈ ਸੀ ਦੋਵਾਂ ਧਿਰਾਂ ਨੇ ਤੇ ਉਹ ਇੱਕੋ ਹੀ ਬੈਂਚ ਦੇ ਉੱਤੇ ਬੈਠ ਕੇ ਚਾਹ ਪੀਣ ਲੱਗ ਗਏ। ਤੇ ਪਤਨੀ ਨੇ ਪਤੀ ਵੱਲ ਦੇਖਿਆ ਤੇ ਪਤਨੀ ਨੇ ਸੋਚਿਆ ਵੀ ਕਿੰਨਾ ਚੰਗਾ ਔਰ ਭੋਲਾ ਬੰਦਾ ਸੀ। ਤੇ ਪਤਨੀ ਪੁੱਛਣ ਲੱਗੀ ਵੀ ਤੁਸੀਂ ਦਵਾਈ ਖਾਂਦੇ ਹੋ? ਕਹਿੰਦੀ ਤੁਹਾਡੇ ਕਮਰ ਵਿੱਚ ਦਰਦ ਹੁੰਦਾ ਹੈ, ਦਵਾਈ ਖਾਂਦੇ ਹੋ? ਆਪਣਾ ਧਿਆਨ ਰੱਖਿਆ ਜੇ। ਨਾਲ ਅੱਖਾਂ ਵਿੱਚ ਹੰਝੂ ਆ ਗਏ ਤੇ ਪਤੀ ਨੇ ਵੀ ਸੋਚਿਆ ਵੀ ਕਿੰਨੀ ਚੰਗੀ ਸੀ, ਮੇਰਾ ਕਿੰਨਾ ਖਿਆਲ ਰੱਖਦੀ ਸੀ, ਮੈਨੂੰ ਸਵੇਰੇ ਚਾਹ ਪਾਣੀ ਬਣਾ ਕੇ ਦਿੰਦੀ ਸੀ, ਕੱਪੜੇ ਪ੍ਰੈਸ ਕਰਦੀ ਸੀ, ਰਾਤ ਨੂੰ ਮੈਨੂੰ ਪੁੱਛਦੀ ਸੀ ਦਵਾਈ ਖਾਧੀ ਹੈ ਕਿ ਨਹੀਂ। ਕਹਿਣ ਲੱਗਾ ਖਾ ਲੈਣਾ ਵਾ ਦਵਾਈ, ਮੇਰੀਆਂ ਗੋਲੀਆਂ ਖਤਮ ਹੋਈਆਂ ਨੇ। ਕਹਿੰਦੀ ਤੁਸੀਂ ਕਿੰਨੇ ਅਵੇਸਲੇ ਹੋ, ਗੋਲੀਆਂ ਟਾਈਮ ਨਾਲ ਲੈ ਆਇਆ ਕਰੋ। ਤੇ ਉਹ ਕਹਿਣ ਲੱਗਾ ਕਿ ਏਦਾਂ ਹੈ ਕਿ ਮੈਂ ਤੈਨੂੰ 4 ਲੱਖ ਰੁਪਇਆ ਦੇਣਾ ਹੈ ਨਾ,
ਤੇ ਮੇਰੇ ਕੋਲ 4 ਲੱਖ ਰੁਪਈਆ ਹੈ ਨਹੀਂ, ਤੇ ਜਿਹੜਾ ਸਾਡਾ ਉਹ ਫਲੈਟ ਹੈ ਉਹ ਮੈਂ ਤੇਰੇ ਨਾਲ ਲਵਾ ਦਿੰਦਾ। ਪਰ ਕਹਿਣ ਲੱਗੀ ਉਹ ਤੇ 25 ਲੱਖ ਦਾ। ਕਹਿਣ ਲੱਗਾ ਕੋਈ ਨਹੀਂ, ਅੱਗੋਂ ਬੇਟੀ ਹੈ, ਤੂੰ ਉਹਨੂੰ ਵੀ ਪੜ੍ਹਾਉਣਾ ਹੈ, ਉਹਦਾ ਵਿਆਹ ਕਰਨਾ ਹੈ, ਉਹਦੇ ਵਾਸਤੇ ਚਾਹੀਦੇ ਨਾ ਪੈਸੇ, ਤੇ ਤੂੰ ਫਲੈਟ ਰੱਖ ਲੈ। ਤੇ ਕਹਿਣ ਲੱਗੀ ਬੱਚੀ ਦੇ ਖਰਚ ਵਾਸਤੇ ਤੁਸੀਂ ਕਿੱਥੇ ਰਹੋਗੇ, ਬੱਚੀ ਦੇ ਖਰਚ ਵਾਸਤੇ ਤੁਸੀਂ 6000 ਮੈਨੂੰ ਦੇਣਾ ਹੈ ਨਾ ਮਹੀਨੇ ਦਾ। ਕਹਿਣ ਲੱਗਾ ਉਹ ਤੇ ਮੈਂ ਦਿੰਦਾ ਰਵਾਂਗਾ, ਤਨਖਾਹ ਦੇ ਵਿੱਚੋਂ ਦਿੰਦਾ ਰਵਾਂਗਾ। ਆਖਿਰ ਪਤਨੀ ਨੇ ਕਿਹਾ ਵੀ ਤੁਸੀਂ ਕਿੰਨੇ ਚੰਗੇ ਹੋ, ਤੇ ਪਤੀ ਨੇ ਵੀ ਕਿਹਾ ਵੀ ਸੌਰੀ ਮੇਰੇ ਤੋਂ ਗਲਤੀ ਹੋ ਗਈ, ਤੂੰ ਕਿੰਨੀ ਚੰਗੀ ਸੈਂ। ਦੋਵੇਂ ਗੱਲਾਂ ਕਰੀ ਜਾ ਰਹੇ ਨੇ, ਤੇ ਜਿਹੜੇ ਉਹਨਾਂ ਨੂੰ ਲੜਾਉਣ ਵਾਲੇ ਸਨ ਉਹ ਆਪਸ ਦੇ ਵਿੱਚ ਮੁੱਠਾਂ ਨੂੰ ਪਾ ਦੇ ਕੇ ਪਾਸੇ ਬੈਠੇ ਹੋਏ ਨੇ। ਤੇ ਪਤੀ ਨੇ ਕਿਹਾ ਕਿ ਮੈਂ ਤੈਨੂੰ ਹੁਣ ਵੀ ਬੜਾ ਪਿਆਰ ਕਰਦਾ। ਉਹ ਕਹਿਣ ਲੱਗੀ ਮੈਨੂੰ ਪਤਾ ਹੈ ਮੈਂ ਵੀ ਤੈਨੂੰ ਪਿਆਰ ਕਰਦੀ, ਚਲੋ ਤੁਸੀਂ ਤਲਾਕ ਚਾਹੁੰਦੇ ਸੀ, ਤਲਾਕ ਹੋ ਗਈ। ਪਰ ਕਹਿਣ ਲੱਗੀ ਵੀ ਮੇਰਾ ਜੀ ਕਰਦਾ ਇੱਕ ਗੱਲ ਕਹਿਣ ਨੂੰ। ਕਹਿਣ ਲੱਗਾ ਬੋਲ। ਕਹਿਣ ਲੱਗੀ ਅਸੀਂ ਫਿਰ ਇਕੱਠੇ ਹੋ ਜਾਈਏ ਔਰ ਉਸੇ ਤਰ੍ਹਾਂ ਪਿਆਰ ਦੇ ਨਾਲ ਰਹੀਏ। ਤੇ ਪਤੀ ਕਹਿਣ ਲੱਗਾ ਵੀ ਜੀ ਤੇ ਮੇਰਾ ਵੀ ਇਹੀ ਕਰਦਾ, ਪਰ ਹੁਣ ਤਲਾਕ ਦੇ ਕਾਗਜ਼ ਇਹਨਾਂ ਦਾ ਕੀ ਕਰਾਂਗੇ। ਕਹਿਣ ਲੱਗੀ ਇਹਨਾਂ ਨੂੰ ਪਾੜ ਦਿੰਦੇ ਆ। ਪਤਨੀ ਨੇ ਤਲਾਕ ਵਾਲੇ ਕਾਗਜ਼ ਪਾੜ ਦਿੱਤੇ, ਪਤੀ ਨੇ ਵੀ ਤਲਾਕ ਵਾਲੇ ਕਾਗਜ਼ ਪਾੜ ਦਿੱਤੇ। ਇੱਕ ਦੂਜੇ ਨੂੰ ਜੱਫੀ ਪਾਈ ਔਰ ਹੱਥ ਵਿੱਚ ਹੱਥ ਫੜ ਕੇ ਆਪਣੇ ਘਰਾਂ ਨੂੰ ਚਲੇ ਗਏ, ਗੱਲਾਂ ਕਰਦੇ ਮੁਸਕਰਾਉਂਦੇ। ਤੇ ਉਹ ਜਿਹੜੇ ਦੂਜੇ ਲੋਕ ਸਨ ਉਹ ਹੈਰਾਨ ਪਰੇਸ਼ਾਨ ਸਨ ਕਿ ਇਹਨਾਂ ਨੇ ਕੀ ਕੀਤਾ, ਹੁਣ ਫਿਰ ਇਕੱਠੇ ਹੋ ਗਏ ਨੇ ਔਰ ਚਲੇ ਗਏ। ਦੇਖੋ ਜ਼ਿੰਦਗੀ ਠੀਕ ਰਾਹਾਂ ਤੇ ਲਿਆਂਦੀ ਜਾ ਸਕਦੀ ਹੈ, ਇਹਨਾਂ ਸਮੱਸਿਆਵਾਂ ਦਾ ਸੋਲੂਸ਼ਨ ਹੈ, ਇਹਨਾਂ ਸਮੱਸਿਆਵਾਂ ਨੂੰ ਵਧਣ ਤੋਂ ਬਿਲਕੁਲ ਰੋਕਿਆ ਜਾ ਸਕਦਾ ਹੈ, ਪੋਸੀਬਿਲਿਟੀ ਹੈ। ਜੇ ਉਹ ਚਾਹੁੰਦੇ ਤਾਂ ਪਹਿਲੋਂ ਵੀ ਐਸਾ ਨਹੀਂ ਸੀ ਹੋਣਾ। ਲੇਕਿਨ ਜੇ ਕਿਤੇ ਗਲਤੀ ਹੋ ਜਾਂਦੀ ਹੈ ਤੇ ਜਿਹੜੇ ਬਾਹਰ ਦੇ ਲੋਕ ਨੇ ਉਹਦੇ ਵਿੱਚ ਅੱਗ ਦੇ ਵਿੱਚ ਤੇਲ ਪਾਉਣ ਦਾ ਕੰਮ ਹੋਰ ਕਰਦੇ ਨੇ। ਇਹਨਾਂ ਚੀਜ਼ਾਂ ਤੋਂ ਸੁਚੇਤ ਰਹਿਣਾ ਚਾਹੀਦਾ। ਇਹਨਾਂ ਨੂੰ ਕਹਿੰਦੇ ਨੇ ਅੱਖਰਾਂ ਸਿਰ ਸੰਜੋਗ ਵਖਾਣ, ਕਿ ਇਹਨਾਂ ਅੱਖਰਾਂ ਰਾਹੀਂ ਸੰਜੋਗ ਬਿਆਨ ਕੀਤੇ ਜਾਂਦੇ ਨੇ। ਉਹ ਅੱਖਰ ਬੋਲੋ ਜਿਨ੍ਹਾਂ ਰਾਹੀਂ ਮੇਲ ਮਿਲਾਪ ਹੋਵੇ, ਉਹ ਅੱਖਰ ਨਾ ਬੋਲੋ ਜਿਨ੍ਹਾਂ ਅੱਖਰਾਂ ਦੇ ਨਾਲ ਤੁਹਾਡਾ ਵਿਛੋੜਾ ਹੋ ਜਾਣਾ ਹੈ। ਜਿਨ੍ਹਾਂ ਅੱਖਾਂ ਦੇ ਨਾਲ ਮਾਂ ਧੀ ਦਾ, ਨੂੰਹ ਸੱਸ ਦਾ, ਪਿਓ ਪੁੱਤਰ ਦਾ, ਭੈਣ ਭਰਾਵਾਂ ਦਾ ਦੂਰੀ ਵੱਧ ਜਾਣੀ, ਉਹ ਅੱਖਰ ਨਾ ਬੋਲੋ। ਅੱਖਰ ਹੀ ਨੇ ਨਾ। ਸਾਡੀ ਜ਼ਿੰਦਗੀ ਸਾਡੀ ਵਰਡਿੰਗ ਦੇ ਉੱਤੇ ਡਿਪੈਂਡ ਕਰਦੀ ਹੈ। ਜਿੰਨੇ ਲੋਕ ਡਿਪਰੈਸ਼ਨ ਦੇ ਅੰਦਰ ਚਲੇ ਗਏ ਨੇ, ਨਿਊਰੋਸਥੀਨੀਆ ਦਾ ਸ਼ਿਕਾਰ ਨੇ, ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਹੋ ਗਏ ਨੇ, ਜਾਂ ਉਹ ਫੋਬੀਆ ਦਾ ਸ਼ਿਕਾਰ ਹੋ ਗਏ ਨੇ, ਜਾਂ ਉਹ ਹੈਲੂਸੀਨੇਸ਼ਨ ਵਗੈਰਾ ਵਗੈਰਾ ਦਾ ਸ਼ਿਕਾਰ ਹੋ ਗਏ ਨੇ, ਸਿਰਫ ਉਹਨਾਂ ਦੀ ਵਰਡਿੰਗ ਗਲਤ ਹੈ। ਨੈਗੇਟਿਵ ਵਰਡਿੰਗ, ਨਕਾਰਾਤਮਕ ਵਰਡਿੰਗ ਅਸੀਂ ਬੋਲਦੇ ਹਾਂ, ਸੁਣਦੇ ਹਾਂ। ਆਪਣੇ ਵਾਸਤੇ ਪੋਜ਼ਿਟਿਵ ਵਰਡਿੰਗ ਬੋਲੋ, ਸਕਾਰਾਤਮਕ ਬੋਲੋ, ਨੈਗੇਟਿਵ ਨਾ ਸੁਣੋ। ਨਕਾਰਾਤਮਕ ਬੋਲਣਾ ਦੁਨੀਆ ਦਾ ਸਭ ਤੋਂ ਵੱਡਾ ਅਪਰਾਧ ਹੈ, ਅਤਿਆਚਾਰ। ਇਹ ਅਤਿਆਚਾਰ ਕਿਸੇ ਤੇ ਨਾ ਕਰੋ ਕਿ ਤੁਹਾਡੇ ਤੋਂ ਇਹ ਕੰਮ ਨਹੀਂ ਹੋਣਾ, ਬੜਾ ਵੱਡਾ ਅਤਿਆਚਾਰ ਹੈ, ਨਾ ਕਰੋ। ਆਪਣੇ ਤੇ ਵੀ ਨਾ ਹੋਣ ਦਿਓ, ਜੇ ਤੁਹਾਨੂੰ ਕਹੇ ਕਿ ਇਹ ਕੰਮ ਤੁਹਾਡੇ ਤੋਂ ਨਹੀਂ ਹੋਣਾ, ਅਤਿਆਚਾਰ ਨਾ ਹੋਣ ਦਿਓ। ਔਰ ਆਪਣੇ ਤੇ ਵੀ ਅਤਿਆਚਾਰ ਨਾ ਕਰੋ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ। ਕਹੋ ਮੈਂ ਕਰ ਸਕਦਾ, ਮੈਂ ਖੁਸ਼ ਹਾਂ, ਮੈਂ ਪ੍ਰਸੰਨ ਹਾਂ। ਸੰਜੋਗ ਵਾਲੇ, ਖੁਸ਼ੀ ਵਾਲੇ ਬੋਲੋ। ਅੱਖਰਾਂ ਸਿਰ ਸੰਜੋਗ ਵਖਾਣ, ਅੱਖਰਾਂ ਰਾਹੀਂ ਹੀ ਇਹ ਮੇਲ ਮਿਲਾਪ ਸੰਜੋਗ ਦਾ ਵਿਆਖਿਆਨ ਕੀਤਾ ਜਾਂਦਾ ਹੈ। ਗੁਰੂ ਜੀ ਕਹਿੰਦੇ ਨੇ ਜਿਨ ਇਹ ਲਿਖੇ ਤਿਸ ਸਿਰ ਨਾਹੇ। ਜਿਸ ਰੱਬ ਨੇ ਇਹ ਸੰਜੋਗ ਆਦਿਕ ਬਣਾਏ ਨੇ, ਯਾਨੀ ਇਹ ਸਾਰੀ ਦੁਨੀਆ ਦਾ ਮੇਲ ਮਿਲਾਪ ਕੀਤਾ ਹੈ, ਇੱਥੇ ਲਿਖੇ ਦਾ ਮਤਲਬ ਹੈਗਾ ਹੁਕਮ। ਜਿਸ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਇਹ ਹੋ ਰਿਹਾ ਨਾ, ਉਸ ਰੱਬ ਦੇ ਮੱਥੇ ਦੇ ਉੱਤੇ ਇਹ ਲੇਖ ਐਸੇ ਨਹੀਂ ਹਨ। ਉਹ ਇਹਨਾਂ ਕਰਮਾਂ ਦੇ ਬੰਧਨਾਂ ਤੋਂ ਬਿਲਕੁਲ ਆਜ਼ਾਦ ਹੈ। ਉਸ ਸਿਸਟਮ ਨੂੰ, ਉਸ ਰੱਬ ਨੂੰ ਅਸੀਂ ਅੱਖਰਾਂ ਰਾਹੀਂ ਬਿਆਨ ਨਹੀਂ ਕਰ ਸਕਦੇ ਮੁਕੰਮਲ ਤੌਰ ਤੇ। ਇਹ ਚੀਜ਼ ਸਮਝਣ ਵਾਲੀ ਹੈ। ਜਿਨ ਇਹ ਲਿਖੇ ਤਿਸ ਸਿਰ ਨਾਹੇ ਦਾ ਮਤਲਬ ਜਿਹਦਾ ਇਹ ਹੁਕਮ ਹੈ, ਜਿਹਦਾ ਇਹ ਸਿਸਟਮ ਹੈ ਬਣਾਇਆ, ਉਹਦੇ ਸਿਰ ਤੇ ਅੱਖਰ ਨਹੀਂ ਹਨ, ਯਾਨੀ ਉਹ ਅੱਖਰਾਂ ਦੇ ਮੁਹਤਾਜ ਨਹੀਂ ਹੈ। ਉਹਦਾ ਅੰਤ ਅੱਖਰਾਂ ਰਾਹੀਂ ਨਹੀਂ ਪਾਇਆ ਜਾ ਸਕਦਾ, ਉਹਨੂੰ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਮੁਕੰਮਲ ਕਿਵੇਂ ਬਿਆਨ ਕਰੋਗੇ? ਅੱਖਰ ਮੁੱਕ ਜਾਣਗੇ।
शब्दावली मुक जाएगी, सोच मुक जाएगी, ਤੁਹਾਡੀ कल्पना खत्म हो जाएगी, कल्पना भी नहीं कर पाओगे। किवें कल्पना करोगे अंत पाने वास्ते? अनंत है वो। ਤਾਂ ਇਹਦਾ ਮਤਲਬ ਸਾਡੇ ਅੰਦਰ ਵੀ ਅਨੰਤ ਸੰਭਾਵਨਾਵਾਂ ਨੇ, ਕਿਉਂਕਿ ਅਸੀਂ ਉਹਦਾ ਹੀ ਤੇ ਰੂਪ ਹਾਂ। ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੀ ਅਹਿਮੀਅਤ ਪਹਿਚਾਣੋ। ਤੁਸੀਂ ਉਸ ਰੱਬ ਦਾ ਰੂਪ ਹੋ। ਇੱਕ ਬੂੰਦ ਨੂੰ ਆਪਣੀ ਅਹਿਮੀਅਤ ਦਾ ਨਹੀਂ ਪਤਾ ਕਿ ਮੈਂ ਸਾਗਰ ਦਾ ਰੂਪ ਹਾਂ। ਜੇ ਮੈਂ ਆਪਣੇ ਆਪ ਨੂੰ ਸਾਗਰ ਵਿੱਚ ਮਿਲਾ ਦਿਆਂ, ਮੈਂ ਸਾਗਰ ਹੋ ਸਕਦੀ ਹਾਂ। ਅਸੀਂ ਵੀ ਤੇ ਉਸ ਰੱਬ ਦੀ ਇੱਕ ਬੂੰਦ ਹੀ ਹਾਂ। ਜੇ ਅਸੀਂ ਵੀ ਉਸ ਸਾਗਰ ਵਿੱਚ ਮਿਲਾ ਦਈਏ ਤਾਂ ਅਸੀਂ ਰੱਬ ਹੋ ਸਕਦੇ ਹਾਂ। ਤਾਂ ਆਪਣੇ ਵਾਸਤੇ ਸੋਚੋ, ਆਪਣੇ ਮੂਲ ਨੂੰ ਪਛਾਣੋ, ਆਪਣੀ ਹੋਂਦ ਨੂੰ ਪਛਾਣੋ, ਆਪਣੇ ਅੰਦਰ ਜੋ ਪੋਸੀਬਿਲਿਟੀਜ਼ ਨੇ ਉਹਨਾਂ ਨੂੰ ਪਛਾਣੋ। ਆਪਣੀ ਅਹਿਮੀਅਤ ਦੇਖੋ ਕਿ ਤੁਹਾਡੀ ਅਹਿਮੀਅਤ ਕਿੰਨੀ ਵੱਡੀ ਹੈ। ਤੁਸੀਂ ਇਸ ਦੁਨੀਆ ਵਿੱਚ ਰੁਲਣ ਵਾਸਤੇ ਨਹੀਂ ਹੋ। ਤੁਹਾਡੀ ਜ਼ਿੰਦਗੀ ਇਹ ਕੌਡੀਆਂ ਦੇ ਭਾਗਵਾਨ ਵਾਲੀ ਨਹੀਂ ਕਿ ਇਹਨੂੰ ਈਰਖਾ ਦਵੇਸ਼ ਵਿੱਚ ਗਵਾ ਦਿਓ। ਤੁਹਾਡੀ ਇਹ ਜ਼ਬਾਨ ਐਸੇ ਅੱਖਰ ਬੋਲਣ ਵਾਸਤੇ ਨਹੀਂ ਕਿ ਤੁਸੀਂ ਸਾਰਾ ਦਿਨ ਕਿਸੇ ਦੀ ਨਿੰਦਿਆ ਕਰਦੇ ਰਹੋ, ਚੁਗਲੀ ਕਰਦੇ ਰਹੋ, ਆਪਣੇ ਹੰਕਾਰ ਦੀਆਂ ਗੱਲਾਂ, ਇਹਦੇ ਵਾਸਤੇ ਥੋੜੀ ਹੋ ਤੁਸੀਂ। ਤੁਹਾਡੀ ਜ਼ਬਾਨ ਤਾਂ ਤੁਹਾਨੂੰ ਉੱਚਾ ਬਣਾ ਦੇਣ ਵਾਲੀ ਹੈ। ਤੁਹਾਡੀ ਜ਼ਬਾਨ ਤਾਂ ਤੁਹਾਨੂੰ ਪੋਜ਼ਿਟਿਵ ਕਰ ਸਕਦੀ ਹੈ। ਤੁਹਾਡੀ ਜ਼ਬਾਨ ਤਾਂ ਇਸ ਸੰਸਾਰ ਦੇ ਵਿੱਚ ਮਾਣ ਆਦਰ ਖੱਟ ਸਕਦੀ ਹੈ। ਪਰ ਅਸੀਂ ਕਹਿਣ ਦੀ ਲੋੜ ਨਹੀਂ ਨਾ। ਤਾਂ ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਸਗੋਂ ਜੀਵ ਫੁਰਮਾਏ ਤਿਵ ਤਿਵ ਪਾਹੇ। ਜਿਵੇਂ ਉਹ ਫੁਰਮਾਨ ਕਰਦਾ ਹੈ, ਤਿਵੇਂ ਤਿਵੇਂ ਹੀ ਇਹ ਜੀਵ ਪਾਉਂਦੇ ਨੇ। ਹੁਣ ਇੱਥੇ ਫੁਰਮਾਨ ਦਾ ਮਤਲਬ ਸਾਨੂੰ ਗਲਤ ਸਮਝਾਇਆ ਜਾਂਦਾ ਹੈ ਕਿ ਸ਼ਾਇਦ ਰੱਬ ਉੱਤੋਂ ਬਹਿ ਕੇ ਕਿਤੇ ਫੁਰਮਾਨ ਕਰ ਰਿਹਾ ਹੈ, ਉਤਲੇ ਆਕਾਸ਼ ਤੋਂ। ਇੱਕ ਗੱਲ ਯਾਦ ਰੱਖਣੀ ਹੈ ਕਿ ਰੱਬ ਕਿਤੇ ਵੱਖਰਾ ਬੈਠਾ ਹੋਇਆ ਨਹੀਂ ਹੈ ਇਸ ਦੁਨੀਆ ਤੋਂ, ਜਿਹੜਾ 6ਵੇਂ 7ਵੇਂ 8ਵੇਂ ਆਸਮਾਨ ਵਿੱਚ ਬੈਠਾ ਹੈ, ਜੋ ਅਰਸ਼ਾਂ ਕੁਰਸ਼ਾਂ ਦੇ ਵਿੱਚ ਬੈਠਾ ਹੈ, ਜੋ ਕਿਸੇ ਬੈਕੁੰਠ ਵਿੱਚ ਬੈਠਾ ਹੈ, ਜੋ ਕਿਸੇ ਸਵਰਗ ਵਿੱਚ ਬੈਠਾ ਹੈ, ਜਾਂ ਜੋ ਵੱਖਰੇ ਕਿਸੇ ਸੱਚਖੰਡ ਵਿੱਚ ਬੈਠਾ ਹੈ, ਉਹ ਰੱਬ ਨਹੀਂ ਹੈ ਗੁਰੂ ਨਾਨਕ ਦੇਵ ਦਾ। ਗੁਰੂ ਨਾਨਕ ਦੇਵ ਦਾ ਰੱਬ ਹੈ ਇੱਕ ਓੰਕਾਰ ਸਮਾਇਆ ਹੋਇਆ ਹੈ। ਜੋ ਦਿਸੈ ਸੋ ਤੇਰਾ ਰੂਪ, ਜੋ ਦਿਸ ਰਿਹਾ ਹੈ ਪ੍ਰਭੂ ਇਹ ਤੇਰਾ ਰੂਪ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ। ਜੇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਹਾਰੇ। ਜਿੰਨੀਆਂ ਵੀ ਔਰਤਾਂ ਔਰ ਜਿੰਨੇ ਵੀ ਮਰਦ ਨੇ ਪ੍ਰਭੂ ਇਹ ਤੇਰਾ ਰੂਪ ਨੇ। ਪਰ ਹੁਣ ਚੱਕਰ ਇਹ ਹੈ, ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਗੁਰੂ ਨੂੰ ਮਹਾਨ ਕਹਿੰਦੇ ਜ਼ਰੂਰ ਹਾਂ, ਪਰ ਗੱਲ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਗੁਰੂ ਦੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ। ਵਿਸ਼ਵਾਸ ਅਸੀਂ ਕੀਤਾ ਬਾਬਿਆਂ ਦੀ ਗੱਲ ਤੇ ਕਿ ਉਹ 10ਮ ਦੁਆਰ ਵਿੱਚ ਪ੍ਰਾਣ ਚੜਾਓਗੇ ਤਾਂ ਮਿਲੇਗਾ, ਮਾਲਾ ਫੇਰੋਗੇ ਤਾਂ ਮਿਲੇਗਾ, ਪੁੰਨ ਦਾਨ ਕਰੋਗੇ ਤਾਂ ਮਿਲੇਗਾ। ਜੇ ਅਸੀਂ ਗੁਰੂ ਦੀ ਗੱਲ ਤੇ ਸਿੱਧਾ ਵਿਸ਼ਵਾਸ ਕੀਤਾ ਹੁੰਦਾ ਕਿ ਜੋ ਦਿਸੈ ਸੋ ਤੇਰਾ ਰੂਪ, ਜੇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਹਾਰੇ, ਤੇ ਜੇ ਅਸੀਂ ਇੱਕ ਦੂਜੇ ਨੂੰ ਰੱਬ ਦਾ ਰੂਪ ਸਮਝ ਕੇ ਇੱਕ ਦੂਜੇ ਨਾਲ ਪਿਆਰ ਕਰੀਏ, ਵਿਹਾਰ ਕਰੀਏ, ਤੇ ਦੱਸੋ ਪ੍ਰੋਬਲਮ ਰਹਿ ਜਾਏਗੀ? ਨਹੀਂ ਰਹੇਗੀ। ਪਰ ਅਸੀਂ ਗੁਰੂ ਤੇ ਵਿਸ਼ਵਾਸ ਨਹੀਂ ਕੀਤਾ, ਅਸੀਂ ਬਾਣੀ ਆਪ ਨਹੀਂ ਪੜ੍ਹੀ। ਇਸ ਲਈ ਸਿੱਖ ਗੁਰੂ ਦੀ ਪਾਵਨ ਬਾਣੀ ਆਪ ਪੜ੍ਹੇ, ਆਪ ਵਿਚਾਰੇ ਜਿਵੇਂ ਅਸੀਂ ਵਿਚਾਰ ਰਹੇ ਹਾਂ, ਔਰ ਇਹਦੇ ਤੇ ਅਮਲ ਕਰੇ। ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੋ ਜਾਏਗਾ। ਤੁਸੀਂ ਮਹਾਨ ਹੋ ਜਾਓਗੇ, ਰੱਬ ਵਰਗੇ ਹੋ ਜਾਓਗੇ, ਸਚਿਆਰ ਹੋ ਜਾਓਗੇ। ਤਾਂ ਗੁਰੂ ਜੀ ਕਹਿੰਦੇ ਨੇ ਜਿਵੇਂ ਉਹ ਫਰਮਾ ਰਿਹਾ ਹੈ ਨਾ, ਜਿਵੇਂ ਉਹਦਾ ਫਰਮਾਨ ਹੈ, ਯਾਨੀ ਹੁਕਮ ਹੈ, ਸਿਸਟਮ ਹੈ, ਲਾ ਆਫ ਨੇਚਰ ਹੈ, ਉਵੇਂ ਹੀ ਸਾਨੂੰ ਇਸ ਦੁਨੀਆ ਦੇ ਵਿੱਚੋਂ ਕੋਈ ਚੀਜ਼ ਮਿਲੇਗੀ। ਸਿਸਟਮ ਤੋਂ ਬਾਹਰ ਨਹੀਂ ਮਿਲੇਗੀ। ਜੇ ਸਿਸਟਮ ਤੋੜ ਕੇ ਕੁਝ ਪਾਣਾ ਚਾਹੋ ਤੇ ਨਹੀਂ ਮਿਲੇਗਾ। ਜੇ ਤੁਸੀਂ ਇੱਜ਼ਤ ਮਾਨ ਆਦਰ ਪਾਣਾ ਚਾਹੋ ਤੇ ਸਿਸਟਮ ਤੋੜ ਕੇ ਪਾਣਾ ਚਾਹੋ ਕਿ ਲੋਕਾਂ ਨੂੰ ਗਾਲਾਂ ਕੱਢੋ, ਲੋਕਾਂ ਦੀਆਂ ਕਾਰਾਂ ਪੈਂਚਰ ਕਰ ਦਿਓ, ਜਾਂਦੇ ਕਿਸੇ ਦੀ ਕਾਰ ਦੇ ਉੱਤੇ ਝਰੀਟ ਮਾਰ ਜਾਓ ਤੇ ਕਹੋ ਕਿ ਉਹ ਤੁਹਾਨੂੰ ਘਰ ਸੱਦ ਕੇ ਤੇ ਸਰੋਪਾ ਪਾਏ ਕਿਉਂਕਿ ਮੈਂ ਉਹਦੀ ਕਾਰ ਤੇ ਝਰੀਟਾਂ ਮਾਰੀਆਂ ਨੇ, ਮੈਂ ਕਿਸੇ ਦੇ ਬੱਚੇ ਨੂੰ ਕੁੱਟਿਆ ਹੈ, ਕਿਸੇ ਬੱਚੇ ਦੀਆਂ ਮੈਂ ਕਿਤਾਬਾਂ ਪਾੜੀਆਂ ਨੇ ਤੇ ਮੈਨੂੰ ਘਰ ਦੇ ਸੱਦਣ ਘਰ ਤੇ ਮੈਨੂੰ ਸਰੋਪਾ ਪਾਣ, ਮੇਰੀ ਗੱਲ ਚ ਐਵੇਂ ਤੇ ਨਹੀਂ ਨਾ ਹੋਣਾ। ਮਾਣ ਪਾਣਾ ਚਾਹੁੰਦੇ ਆ ਨਾ, ਤਾਂ ਫਿਰ ਮਾਣ ਪਾਣ ਵਾਲੇ ਕੰਮ ਕਰੋ। ਸਿਸਟਮ ਤੋਂ ਬਾਹਰ ਕੁਝ ਨਹੀਂ ਮਿਲੇਗਾ। ਜੇ ਤੁਸੀਂ ਬਣਨਾ ਹੈ ਕੋਈ ਡਾਕਟਰ, ਇੰਜੀਨੀਅਰ, ਵਿਗਿਆਨਿਕ ਆਦਿ ਤਾਂ ਬਣ ਸਕਦੇ ਹੋ, ਪਰ ਸਿਸਟਮ ਵਿੱਚ ਬਣੋਗੇ।
क्लासां अटेंड करनियां पैणगियां, स्कूल जाना पवेगा, कॉलेज यूनिवर्सिटी जाना पवेगा, पढ़ाई पूरी करनी पवेगी, पेपर देने पैणगे, नंबर लेने पैणगे, प्रैक्टिकल करना पवेगा, तां ही है ना। सिस्टम है, इस सिस्टम तो बाहर नहीं कुछ हो सकता। ਤੇ ਜੇ ਅਸੀਂ ਰੱਬ ਨੂੰ ਮਿਲਣਾ ਚਾਹੀਏ ਤਾਂ ਸਿਸਟਮ ਹੈ ਨਾ ਕਿ ਆਪਣੀ ਮੱਤ ਨੂੰ ਛੱਡੋ, ਗੁਣਾ ਦੇ ਧਾਰਨੀ ਹੋ ਤੇ ਰੱਬ ਬਣ ਜਾਓ, ਅਵਗੁਣ ਛੋੜ ਗੁਣਾ ਕੋ ਤਾਵੋ। ਤਾਂ ਗੁਰੂ ਜੀ ਕਹਿੰਦੇ ਨੇ ਉਹਦੇ ਹੁਕਮ ਤੋਂ ਬਿਨਾ ਕੁਛ ਨਹੀਂ ਹੁੰਦਾ। ਜੇਤਾ ਕੀਤਾ ਤੇਤਾ ਨਾਉ। ਇੱਥੇ ਨਾਉ ਦਾ ਮਤਲਬ ਹੈ ਸਰੂਪ, ਹਸਤੀ। ਜਦੋਂ ਅਸੀਂ ਕਿਸੇ ਦਾ ਨਾਮ ਲੈਂਦੇ ਆ ਨਾ, ਜਦੋਂ ਅਸੀਂ ਕਿਸੇ ਵੀਰ ਦਾ ਨਾਮ ਲੈਂਦੇ ਆ, ਮੰਨ ਲਓ ਸਾਹਮਣੇ ਮੇਰੇ ਵੀਰ ਜੀ ਬੈਠੇ ਨੇ ਅਵਤਾਰ ਸਿੰਘ ਜੀ, ਤਾਂ ਅਵਤਾਰ ਸਿੰਘ ਨਾਮ ਹੈ, ਪਰ ਜਦੋਂ ਮੈਂ ਅਵਤਾਰ ਸਿੰਘ ਕਹਾਂਗਾ ਨਾ ਤਾਂ ਮੇਰੇ ਸਾਹਮਣੇ ਅਵਤਾਰ ਸਿੰਘ ਵੀਰ ਜੀ ਦੀ ਸ਼ਕਲ ਆਏਗੀ, ਇੱਕ ਸਰੂਪ, ਇੱਕ ਹਸਤੀ ਆਏਗੀ, ਇੱਕ ਹੋਂਦ ਆਏਗੀ। ਇਸੇ ਤਰ੍ਹਾਂ ਨਾਮ ਦਾ ਮਤਲਬ ਹੈ ਇੱਥੇ ਹੋਂਦ, ਹਸਤੀ। ਤਾਂ ਗੁਰੂ ਜੀ ਕਹਿੰਦੇ ਨੇ ਜੇਤਾ ਕੀਤਾ ਤੇਤਾ ਨਾਉ। ਨਾਉ ਦਾ ਮਤਲਬ ਸਰੂਪ, ਕਿ हे ਪ੍ਰਭੂ ਜਿੰਨਾ ਵੀ ਆ ਸੰਸਾਰ ਤੂੰ ਪੈਦਾ ਕੀਤਾ ਹੈ ਇਹ ਤੇਰਾ ਸਰੂਪ ਹੈ, ਇਹ ਤੇਰਾ ਸਰੂਪ ਹੈ। ਹੁਣ ਕੋਈ ਹੱਥ ਖੜਾ ਕਰੇਗਾ ਕਿ ਸਾਨੂੰ ਰੱਬ ਦੇ ਦਰਸ਼ਨ ਨਹੀਂ ਹੋ ਰਹੇ, ਕਿਉਂਕਿ ਜਿੰਨਾ ਸੰਸਾਰ ਹੈ ਰੱਬ ਦਾ ਹੀ ਰੂਪ ਹੈ, ਉਹਦਾ ਸਰੂਪ ਹੈ। ਜੇ ਅਸੀਂ ਬਾਣੀ ਨੂੰ ਸਮਝਿਆ ਹੁੰਦਾ ਰੱਬ ਦੇ ਦਰਸ਼ਨ ਤੇ ਹੋ ਰਹੇ ਨੇ, ਪਰ ਅਸੀਂ ਰੱਬ ਦੇ ਨਾਲ ਵਰਤਾਵ ਰੱਬ ਵਰਗਾ ਨਹੀਂ ਕਰ ਰਹੇ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ। ਜਿਹੜੇ ਰੱਬ ਦੇ ਦਰਸ਼ਨ ਸਾਨੂੰ ਕਰਨ ਵਾਸਤੇ ਸਮਾਧੀਆਂ ਲਵਾਈਆਂ ਜਾ ਰਹੀਆਂ ਨੇ, ਉਹਦੇ ਨਾਲ ਨਾ ਸਾਡਾ ਕਦੇ ਮਿਲਾਪ ਹੋਣਾ ਹੈ ਨਾ ਹੋਵੇਗਾ, ਕਿਉਂਕਿ ਉਹੋ ਜਿਹਾ ਹੈ ਹੀ ਨਹੀਂ। ਤੇ ਜਿਹੜਾ ਪ੍ਰਤੱਖ ਹੈ ਉਹਨੂੰ ਅਸੀਂ ਵੇਖ ਨਹੀਂ ਰਹੇ। ਗੁਰੂ ਜੀ ਕਹਿੰਦੇ ਨੇ ਜੇਤਾ ਕੀਤਾ ਤੇਤਾ ਨਾਉ। ਨਾਉ ਦਾ ਮਤਲਬ ਹਸਤੀ, ਸਰੂਪ, ਰੂਪ, ਕਿ ਜਿੰਨਾ ਵੀ ਸੰਸਾਰ ਅੰਦਰ ਤੂੰ ਕੁਝ ਪੈਦਾ ਕੀਤਾ ਹੈ ਇਹ ਸਾਰੇ ਤੇਰਾ ਹੀ ਤੇ ਰੂਪ ਹੈ। ਹੁਣ ਦੇਖੋ ਇਸੇ ਚੀਜ਼ ਨੂੰ ਗੁਰੂ ਅਮਰਦਾਸ ਜੀ ਨੇ ਕਿੰਨਾ ਸੌਖੇ ਲਫ਼ਜ਼ਾਂ ਵਿੱਚ ਬਿਆਨ ਕੀਤਾ ਨਾ, ਕਿ ਇਹ ਵਿਸ਼ ਸੰਸਾਰ ਤੁਮ ਜੇ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹੁਣ ਇੱਥੇ ਵਿਸ਼ ਦਾ ਮਤਲਬ ਕਈਆਂ ਨੇ ਜ਼ਹਿਰ ਕੀਤਾ, ਪਰ ਜ਼ਹਿਰ ਨਹੀਂ ਹੈ। ਇੱਥੇ ਵਿਸ਼ ਜਿਹੜਾ ਹੈ ਵਿਸ਼ਵ ਦਾ ਛੋਟਾ ਰੂਪ ਹੈ। ਵਿਸ਼ਵ, ਇਹ ਵਿਸ਼ ਸੰਸਾਰ, ਵਿਸ਼ਵ ਸੰਸਾਰ ਦਾ ਮਤਲਬ ਪੂਰਾ ਸੰਸਾਰ ਜੋ ਤੁਸੀਂ ਦੇਖ ਰਹੇ ਹੋ ਇਹ ਰੱਬ ਦਾ ਸ਼ਰੀਰ ਹੀ ਹੈ, ਰੱਬ ਦਾ ਰੂਪ ਹੀ ਹੈ, ਰੱਬ ਦਾ ਸਰੂਪ ਹੈ। ਗੁਰੂ ਜੀ ਕਹਿੰਦੇ ਨੇ ਰੱਬ ਦਾ ਰੂਪ ਹੀ ਨਜ਼ਰੀ ਪੈ ਰਿਹਾ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਹੁਣ ਕਿਹੜੇ ਰੱਬ ਨੂੰ ਵੇਖਣਾ ਚਾਹੁੰਦੇ? ਤਾਂ ਰੱਬ ਤਾਂ ਦਿਸ ਰਿਹਾ ਸਾਡੇ ਇੱਕ ਦੂਜੇ ਦੇ ਵਿੱਚ ਹੈ। ਹੁਣ ਅਸੀਂ ਰੱਬ ਦੀਆਂ ਲੱਤਾਂ ਤੋੜ ਰਹੇ ਹਾਂ, ਬੰਬ ਧਮਾਕੇ ਕਰਕੇ ਰੱਬ ਨੂੰ ਪ੍ਰਤੱਖ ਤੌਰ ਤੇ ਮਾਰ ਰਹੇ ਹਾਂ, ਰੱਬ ਨੂੰ ਗਾਲਾਂ ਕੱਢ ਰਹੇ ਹਾਂ, ਰੱਬ ਤੋਂ ਦਹੇਜ ਮੰਗ ਰਹੇ ਹਾਂ, ਰੱਬ ਨੂੰ ਅਸੀਂ ਅੱਗਾਂ ਲਾ ਕੇ ਸਾੜ ਰਹੇ ਹਾਂ, ਰੱਬ ਦੀਆਂ ਚੁਗਲੀਆਂ ਕਰ ਰਹੇ ਹਾਂ, ਰੱਬ ਦਾ ਸਿਰ ਪਾੜਨਿਆ ਪਏ, ਰੱਬ ਨੂੰ ਵੇਖ ਵੇਖ ਕੇ ਇੱਕ ਦੂਜੇ ਵੱਲ ਐਨ ਭੂਰੀਆਂ ਵੱਟਨਿਆ ਪਏ, ਮੱਥੇ ਸਾਡੇ ਐਨ ਵੱਟੋ ਵੱਟ ਹੋਏ ਪਏ ਨੇ ਤੇ ਵੇਖਣਾ ਚਾਹੁੰਦੇ ਹਾਂ ਰੱਬ ਨੂੰ। ਤਾਂ ਕਿੰਨੀ ਦੇਖੋ ਕਿੰਨੀ ਆਸਾਨ ਜ਼ਿੰਦਗੀ ਕਰਦੀ ਹੈ ਨਾ ਗੁਰਬਾਣੀ ਸਾਡੀ, ਪਰ ਅਸੀਂ ਇਹਨਾਂ ਚੀਜ਼ਾਂ ਨੂੰ ਇਸ ਐਂਗਲ ਤੋਂ ਵੇਖਿਆ ਨਹੀਂ। ਜੋ ਗੁਰਬਾਣੀ ਦੀ ਵਿਆਖਿਆ ਵੀ ਕੀਤੀ ਗਈ ਨਾ ਮੇਰੇ ਖਿਆਲ ਦੇ ਅੰਦਰ, ਜੋ ਮੈਂ ਸਮਝਦਾ, ਉਹ ਇਸ ਢੰਗ ਦੇ ਨਾਲ ਕੀਤੀ ਗਈ ਕਿ ਧਰਮ ਨੂੰ ਹੀ ਔਖਾ ਬਣਾ ਦਿੱਤਾ, ਰੱਬ ਨੂੰ ਹੀ ਕੁਛ ਹੋਰ ਬਣਾ ਦਿੱਤਾ, ਬੰਦੇ ਨੂੰ ਕੁਛ ਹੋਰ ਬਣਾ ਦਿੱਤਾ। ਜਦੋਂ ਕਿ ਰੱਬ ਇੱਕ ਜ਼ਿੰਦਗੀ ਦਾ ਦਰਿਆ ਹੈ ਤੇ ਅਸੀਂ ਸਾਰੇ ਉਹਦੀਆਂ ਲਹਿਰਾਂ ਔਰ ਬੁਲਬੁਲੇ। ਅਗਲਾ ਬਚਨ ਕਰਦੇ ਨੇ ਵਿਣ ਨਾਵੇਂ ਨਾਹੀ ਕੋ ਥਾਉ। ਨਾਮ ਦਾ ਮਤਲਬ ਸਰੂਪ, ਹੋਂਦ। ਰੱਬ ਦੀ ਹੋਂਦ ਤੋਂ ਬਿਨਾਂ ਦੁਨੀਆ ਵਿੱਚ ਕੋਈ ਥਾਂ ਹੀ ਨਹੀਂ ਹੈ, ਕੋਈ ਥਾਂ ਨਹੀਂ। ਕੋਈ ਤੁਹਾਡੇ ਵਿੱਚੋਂ ਹੱਥ ਖੜਾ ਕਰਕੇ ਕਹਿ ਸਕਦਾ ਹੈ ਕਿ ਹਾਂ ਮੈਨੂੰ ਐਸੀ ਜਗ੍ਹਾ ਦਾ ਪਤਾ ਹੈ ਜਿੱਥੇ ਰੱਬ ਨਹੀਂ ਹੈ। ਅਸੀਂ ਕਹਿੰਦੇ ਆ ਨਾ ਜਲ ਥਲ ਮਹੀਲ ਪੂਰਿਆ, ਤੇ ਫਿਰ ਕਿਹੜੇ ਰੱਬ ਨੂੰ ਲੱਭਦੇ ਫਿਰਦੇ ਆ? ਕਿੰਨੇ ਅਸੀਂ ਡਬਲ ਮਾਈਂਡਡ ਕਹਾਂਗੇ, ਜਾਂ ਦੁਬਦਾ ਦੇ ਵਿੱਚ ਕਵਾਂਗੇ, ਕਨਫਿਊਜ਼ ਕਵਾਂਗੇ, ਕਿ ਅਸੀਂ ਕਹਿੰਦੇ ਆ ਕਿ ਰੱਬ ਸਭ ਥਾਵਾਂ ਤੇ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਬੜੇ ਵਿਸ਼ਵਾਸ ਨਾਲ ਕਹਿ ਰਹੇ ਹਾਂ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਹੋਣਾ, ਕਿ ਹਰ ਥਾਂ ਦੇ ਉੱਤੇ ਉਹ ਸਮਾਇਆ ਹੋਇਆ ਹੈ, ਜੋ ਦਿਸੈ ਸੋ ਤੇਰਾ ਰੂਪ। ਇੱਕ ਤੇ ਇਹ ਕਹਿ ਰਹੇ ਹਾਂ, ਤੇ ਨਾਲ ਅਸੀਂ ਕਹਿ ਰਹੇ ਹਾਂ ਵੀ ਰੱਬ ਨੂੰ ਅਸੀਂ ਲੱਭਣਾ ਹੈ। ਸਾਡੀ ਕੰਡੀਸ਼ਨ ਉਸ ਬੱਚੇ ਵਰਗੀ ਹੈ ਜਿਸ ਬੱਚੇ ਤੋਂ ਕਿਸੇ ਨੇ ਪੁੱਛਿਆ ਵੀ ਕਿੱਥੋਂ ਆਇਆ,
कहन लगा मैं अपने डैडी कोलों घरों डैडी कोलों आया ते बेटा चलिया कित्थे मैं कहन लगा डैडी कोल ते कहन लगा आया की लैण सा कहंदा डैडी नूं लभण आया सा डैडी कोलों आया डैडी कोल जा रहा ते आया की लैण सैं डैडी नूं लभण ਅਸੀਂ ਕਹਿੰਦੇ ਆ ਰੱਬ ਕੋਲੋਂ ਆਏ ਆ ਰੱਬ ਕੋਲ ਜਾਣਾ ਹੈ ਤੇ ਆਏ ਕੀ ਲੈਣੋ ਰੱਬ ਨੂੰ ਲੱਭਣ ਮੂਰਖਤਾ ਹੀ ਹੈ ਨਾ ਬੇਸਮਝੀ ਹੈ ਨਾ ਹਾਂ ਬੇਟਾ ਤੈਨੂੰ ਕਿੰਨੇ ਭੇਜਿਆ ਕਹਿਣ ਲੱਗਾ ਮੇਰੇ ਡੈਡੀ ਨੇ ਭੇਜਿਆ ਤੇ ਚੱਲਿਆ ਕਿੱਥੇ ਮੇਰੇ ਡੈਡੀ ਦਾ ਫੋਨ ਆਇਆ ਮੈਨੂੰ ਸੱਦਿਆ ਡੈਡੀ ਨੇ ਭੇਜਿਆ ਡੈਡੀ ਨੇ ਸੱਦਿਆ ਤੇ ਆਇਆ ਕੀ ਲੈਣ ਸੈਂ ਡੈਡੀ ਨੂੰ ਲੱਭਣ ਹੁਣ ਅਸੀਂ ਵੀ ਕਹਿੰਦੇ ਰੱਬ ਨੇ ਭੇਜਿਆ ਤੇ ਅਸੀਂ ਆ ਗਏ ਰੱਬ ਸੱਦੇਗਾ ਤੇ ਚੱਲੇ ਜਾਵਾਂਗੇ ਤੇ ਆਏ ਕੀ ਲੈਣ ਸੋ ਰੱਬ ਨੂੰ ਲੱਭਣ ਵਾਸਤੇ ਹੈ ਨਾ ਕੁਛ ਅਨੋਖੀ ਜੀ ਖੇਲ ਬਣੀ ਹੋਈ ਤਾਂ ਇਸ ਅਗਿਆਨਤਾ ਨੂੰ ਛੱਡਣ ਦੀ ਲੋੜ ਹੈ ਥੋੜੀ ਜੀ ਸਮਝਦਾਰੀ ਵਰਤਣ ਦੀ ਲੋੜ ਹੈ ਗਿਆਨ ਦੀ ਜ਼ਰੂਰਤ ਹੈ ਸਮਝ ਦੀ ਜ਼ਰੂਰਤ ਹੈ ਅਕਲੀ ਸਾਹਿਬ ਸੇਵੀਐ ਅਕਲੀ ਕੀਚੈ ਦਾਨ ਅਕਲੀ ਪੜ ਕੇ ਬੁੱਝੀਏ ਅਕਲੀ ਪਾਈਏ ਮਾਨ ਨਾਨਕ ਆਖੇ ਰਾਹ ਇਹ ਹੋਰ ਗੱਲਾਂ ਸ਼ੈਤਾਨ ਗਿਆਨ ਤੋਂ ਬਿਨਾਂ ਸ਼ੈਤਾਨੀਅਤ ਦਾ ਅੱਡਾ ਬਣ ਜਾਂਦਾ ਤਾਂ ਵਿਣ ਨਾਵੇਂ ਨਾਹੀ ਕੋ ਥਾਉ ਦੁਨੀਆ ਦੇ ਅੰਦਰ ਕੋਈ ਥਾਂ ਐਸੀ ਨਹੀਂ ਜਿਹੜੀ ਰੱਬ ਦੀ ਹੋਂਦ ਤੋਂ ਬਿਨਾਂ ਹੋਵੇ ਹਰ ਥਾਂ ਹਰ ਵਿਅਕਤੀ ਰੱਬ ਦੀ ਹੋਂਦ ਦਾ ਪ੍ਰਮਾਣ ਹੈ ਮੈਂ ਰੱਬ ਦੀ ਹੋਂਦ ਦਾ ਪ੍ਰਮਾਣ ਹਾਂ ਜੇ ਰੱਬ ਹੈ ਤੇ ਮੈਂ ਹਾਂ ਜੇ ਰੱਬ ਨਾ ਹੁੰਦਾ ਮੈਂ ਵੀ ਨਹੀਂ ਸੀ ਹੋਣਾ ਤੁਸੀਂ ਸਾਰੇ ਰੱਬ ਦੀ ਹੋਂਦ ਦਾ ਪ੍ਰਮਾਣ ਹੋ ਜੇ ਰੱਬ ਨਾ ਹੁੰਦਾ ਤੁਸੀਂ ਵੀ ਨਹੀਂ ਸੀ ਹੋਣਾ ਤਾਂ ਹਰ ਬੰਦਾ ਰੱਬ ਦੀ ਹੋਂਦ ਦਾ ਪ੍ਰਮਾਣ ਹੈ ਹਰ ਥਾਂ ਰੱਬ ਦੀ ਹੋਂਦ ਦਾ ਪ੍ਰਮਾਣ ਹੈ ਹਰ ਥਾਂ ਤੇ ਤੁਸੀਂ ਦੇਖੋਗੇ ਨਾ ਜਦੋਂ ਦੇਖਣ ਦਾ ਨਜ਼ਰੀਆ ਬਦਲੇਗਾ ਨਜ਼ਾਰੇ ਬਦਲ ਤੁਸੀਂ ਜਦੋਂ ਇਸ ਕੁਦਰਤ ਨੂੰ ਐਨ ਰਿਲੈਕਸ ਹੋ ਕੇ ਖੁਸ਼ੀ ਦੇ ਨਾਲ ਕਰਤੇ ਨੂੰ ਕੁਦਰਤ ਦੇ ਅੰਦਰ ਵਸਦਿਆਂ ਹੋਇਆ ਦੇਖੋਗੇ ਤੇ ਤੁਹਾਨੂੰ ਰੁੱਖ ਨੱਚਦੇ ਹੋਏ ਨਜ਼ਰੀ ਪੈਣਗੇ ਤੁਹਾਨੂੰ ਪੰਛੀ ਗਾਉਂਦੇ ਹੋਏ ਨਜ਼ਰੀ ਪੈਣਗੇ ਔਰ ਗੁਰੂ ਨਾਨਕ ਦੇਵ ਜੀ ਤਾਂ ਕਿੰਨੇ ਗਹਿਰਾ ਉਹਨਾਂ ਦਾ ਨਜ਼ਰੀਆ ਹੋਏਗਾ ਕਿ ਗਾਵਨ ਤੁਧ ਨੂੰ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਪੂਰੀ ਸ੍ਰਿਸ਼ਟੀ ਉਹਨਾਂ ਨੂੰ ਗਾਉਂਦੀ ਹੋਈ ਨਜ਼ਰੀ ਪੈ ਰਹੀ ਹੈ ਔਰ ਰੱਬ ਦੀ ਸਿਫਤ ਸਲਾਹ ਕਰਦੀ ਨਜ਼ਰੀ ਪੈ ਰਹੀ ਕਿੰਨੇ ਪਿਆਰ ਦੇ ਨਾਲ ਕਹਿੰਦੇ ਨੇ ਕਿ ਹੇ ਪ੍ਰਭੂ ਤੇਰੀ ਆਰਤੀ ਕਰ ਰਹੀ ਹੈ ਸਾਰਾ ਸੰਸਾਰ ਤੇਰੀ ਆਰਤੀ ਕਰ ਰਿਹਾ ਹੈ ਗगन में थाल रव चंद दीपक बने तारका मंडल जनक मोती या सूरज और चंद्रमा ये दो तारे ने दीवे ने जिन्ने भी तारे ने ये मानो मोती जड़े ने थाल दे अंदर पवन चवर कर रही है ये सारी कैसी आरती हुई कितनी अद्भुत आरती हो रही है तेरी पवखंडना तेरी आरती ते फिर रूप बयान करते ने सहस तव नैन या जो हजारों अखा ने ना आ हजारां अखा ये तेरियां ही अखा ने इन्हां विच तूं ही वेख रहा सहस मूर्त आ सारियां मूर्तियां होंद तेरे ही शरीर ने सहस पर बिमल पर कोमल कोमल सोहने सोहने पैर तेरे ही ने जदों असीं बाणी पढ़ने ना सोहने नक जिन लंबड़े वाला हुण रब दे सोहने सोहने नक ने कदी किसी बंदे दा वेखिया 4-5 नक होण एक ही नक हुंदा जे रब दा कोई वखरा स्वरूप हुंदा ते गुरु जी ने कहना सी सोहना नक भी तेरा नक बड़ा सोहना पर गुरु जी सोहने नक वरत रहे ने प्लूरल शब्द है सोहने कि तेरे नक बड़े सोहने ने भाव आ जिहड़े तुहाडे नक ने ना ये रब दा ही नक ने ये सारे बड़े सोहने किन्नी सुंदरता ना हुण रब नूं देखो एक दूजे दे विच तां कैसा नजरिया होएगा कैसा नजारा होएगा सोहने नक जिन लंबड़े वाला आ जो लम्मे लम्मे वाल ने प्रभु तेरे ही ने ये सोहने नक वालियां दे अंदर सोहने वाला वालियां दे अंदर तू ही है क्योंकि तू बड़ा सुंदर है इस करके संसार की सुंदरता है विण नावे नाही को थाओ तेरी होंद तो बिना कोई जगह नहीं है सारा संसार तेरा रूप है हुण गुरु जी कहंदे ने कुदरत कवण कहां विचार इत्थे कुदरत फीमेल जेंडर है कुदरत दा मतलब शक्ति कुदरत कवण इत्थे कवण दा नाना जिहड़ा है मुक्ता है जे नाने थले औंकड़ हुंदा तां इहने मेल जेंडर बन जाना सी लेकिन इत्थे ये फीमेल जेंडर है कुदरत कवण केड़ी ताकत है मेरे विच कहां विचार कि मैं तेरे बारे विचार करां समग्र विचार कवां मेरे विच ताकत नहीं है
ਮੇਰੇ ਕੋਲ ਇੰਨੇ ਬੋਲ ਨਹੀਂ ਹਨ, ਇੰਨੇ ਅੱਖਰ ਨਹੀਂ ਹਨ ਜਿਨ੍ਹਾਂ ਅੱਖਰਾਂ ਰਾਹੀਂ ਮੈਂ ਤੇਰੀ ਸਮਗਰਤਾ ਨੂੰ ਬਿਆਨ ਕਰ ਸਕਾਂ। ਮੇਰੇ ਵਿੱਚ ਤਾਕਤ ਨਹੀਂ ਹੈ, ਮੇਰੇ ਵਿੱਚ ਇੰਨਾ ਗਿਆਨ ਨਹੀਂ ਹੈ ਕਿ ਤੈਨੂੰ ਮੈਂ ਸਮਗਰ ਤੌਰ ਤੇ ਤੇਰੇ ਸਿਸਟਮ ਬਾਰੇ ਬਿਆਨ ਕਰ ਸਕਾਂ। ਤੇਰੀਆਂ ਦਾਤਾਂ, ਤੇਰੇ ਜੀਵ ਜਨ, ਤੇਰੀ ਸ਼ਕਤੀ, ਤੇਰਾ ਖਿਲ ਰਿਹਾ ਹੋਇਆ ਬ੍ਰਹਿਮੰਡ, ਤੇਰਾ ਰੂਪ, ਤੇਰਾ ਸਰੂਪ, ਤੇਰੇ ਗੁਣ, ਇਹਨਾਂ ਦਾ ਮੈਂ ਅੰਤ ਪਾ ਸਕਾਂ। ਮੇਰੇ ਕੋਲ ਇਹ ਤਾਕਤ ਨਹੀਂ ਹੈ। ਤੇ ਅਖੀਰ ਵਿੱਚ ਕਹਿੰਦੇ ਨੇ, ਵਾਰਿਆ ਨਾ ਜਾਵਾਂ ਏਕ ਵਾਰ। ਮੇਰੇ ਵਿੱਚ ਤੇ ਇੰਨੀ ਤਾਕਤ ਵੀ ਨਹੀਂ ਕਿ ਮੈਂ ਤੇਰੇ ਤੋਂ ਕੁਰਬਾਨ ਹੋ ਜਾਵਾਂ। ਦੇਖੋ, ਕੁਰਬਾਨ ਹੋਣ ਤੇ ਜੀ ਕਰਦਾ ਨਾ ਰੱਬ ਤੋਂ। ਜਦੋਂ ਅਸੀਂ ਇਹ ਵਿਚਾਰ ਸੁਣਦੇ ਹਾਂ, ਕੁਰਬਾਨ ਹੋਣ ਤੇ ਜੀ ਕਰਦਾ। ਤੁਸੀਂ ਕਿਤੇ ਪਹਾੜਾਂ ਵੱਲ ਜਾਓ, ਉਹ ਸੁੰਦਰਤਾ ਨੂੰ ਤੁਸੀਂ ਦੇਖੋ ਤੇ ਉਹ ਸੁੰਦਰਤਾ ਤੋਂ ਕੁਰਬਾਨ ਹੋਣ ਤੇ ਜੀ ਕਰਦਾ ਹੈ ਨਾ। ਮੇਰੇ ਖਿਆਲ ਚ ਅੱਜ ਪੁਨੀਤ ਕੌਰ ਭੈਣ ਜੀ ਉਹ ਜਾ ਰਹੇ ਸਨ ਕਾਰ ਦੇ ਵਿੱਚ ਕਿਸੇ ਪਹਾੜਾਂ ਦੇ ਸਾਈਡ ਦੇ ਵਿੱਚ ਸ਼ਾਇਦ, ਤੇ ਬੜਾ ਸੋਹਣਾ ਸੀ ਉਹ ਸੀਨ, ਮੈਂ ਫੇਸਬੁੱਕ ਤੇ ਲਾਈਵ ਦੇਖ ਰਿਹਾ ਸੀ। ਤਾਂ ਜਦੋਂ ਅਸੀਂ ਪਹਾੜਾਂ ਵੱਲ ਜਾਂਦੇ ਹਾਂ, ਪੌਂਟਾ ਸਾਹਿਬ ਵੱਲ ਜਾਈਏ ਜਾਂ ਕਸ਼ਮੀਰ ਵੱਲ ਜਾਈਏ ਜਾਂ ਮਤਲਬ ਹੋਰ ਕਿਤੇ ਜਾਂਦੇ ਹਾਂ, ਹਿਮਾਲੇ ਵੱਲ ਜਾਂਦੇ ਹਾਂ, ਕਿੰਨੀ ਸੁੰਦਰਤਾ ਹੈ। ਔਰ ਉਹਨਾਂ ਫੁੱਲਾਂ ਦੀਆਂ ਘਾਟੀਆਂ ਤੋਂ ਕੁਰਬਾਨ ਜਾਣ ਤੇ ਜੀ ਕਰਦਾ, ਇੱਕ ਇੱਕ ਫੁੱਲ ਤੋਂ ਕੁਰਬਾਨ ਜਾਣ ਤੇ ਜੀ ਕਰਦਾ। ਤਾਂ ਗੁਰੂ ਜੀ ਕਹਿੰਦੇ ਨੇ, ਵਾਰਿਆ ਨਾ ਜਾਵਾਂ ਏਕ ਵਾਰ। ਮੇਰੇ ਵਿੱਚ ਤੇ ਇੰਨੀ ਸ਼ਕਤੀ ਵੀ ਨਹੀਂ, ਇੰਨੀ ਤਾਕਤ ਵੀ ਨਹੀਂ ਕਿ ਮੈਂ ਤੇਰੇ ਤੋਂ ਇੱਕ ਵਾਰ ਕੁਰਬਾਨ ਹੋ ਜਾਵਾਂ। ਯਾਨੀ ਅਸੀਂ ਕੁਰਬਾਨ ਹੋਣ ਜੋਗੇ ਵੀ ਨਹੀਂ। ਚਾਹੀਦਾ ਹੈ ਅਸੀਂ ਰੱਬ ਤੋਂ ਕੁਰਬਾਨ ਹੋ ਜਾਈਏ, ਅਸੀਂ ਵਾਰ ਨੇ ਸਦਕੇ ਜਾਈਏ। ਜੋ ਤੁਧ ਭਾਵੈ ਸਾਈ ਭਲੀਕਾਰ। ਜੋ ਵੀ ਸਾਨੂੰ ਪਾਉਂਦਾ ਹੈ, ਜੋ ਤੈਨੂੰ ਪਾਉਂਦਾ ਹੈ, ਉਹ ਕਾਰ ਚੰਗੀ ਹੈ, ਉਹ ਕੰਮ ਚੰਗਾ ਹੈ। ਯਾਨੀ ਕਿਹੜਾ ਕੰਮ ਚੰਗਾ ਹੈ? ਜੋ ਤੈਨੂੰ ਪਾਉਂਦਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ, ਜੋ ਤੇਰੀ ਰਜ਼ਾ ਵਿੱਚ ਕੀਤਾ ਜਾਏ, ਜੋ ਲਾ ਆਫ ਨੇਚਰ ਨੂੰ ਸਮਝ ਕੇ ਉਹਦੇ ਮੁਤਾਬਕ ਕੀਤਾ ਜਾਏ, ਉਹ ਕਰਮ ਚੰਗਾ ਹੈ। ਯਾਨੀ ਰੱਬ ਦੀ ਭਗਤੀ, ਰੱਬ ਦੀ ਬੰਦਗੀ, ਰੱਬ ਤੋਂ ਕੁਰਬਾਨ ਜਾਣਾ, ਇਹ ਸਾਰਾ ਕੁਛ ਕੀ ਹੈ? ਉਹਦੀ ਰਜ਼ਾ ਮੁਤਾਬਕ ਤੁਰਨਾ, ਹੁਕਮ ਰਜ਼ਾਈ ਚੱਲਣਾ। ਜਿਹੜਾ ਹੁਕਮ ਰਜ਼ਾ ਅਨੁਸਾਰ ਚੱਲੇਗਾ ਉਹ ਸਚਿਆਰ ਹੋ ਜਾਏਗਾ। ਤੂੰ ਸਦਾ ਸਲਾਮਤ ਨਿਰੰਕਾਰ ਹੈ ਪ੍ਰਭੂ, ਤੂੰ ਸਦਾ ਹੈ, ਤੂੰ ਸਲਾਮਤ ਹੈ, ਤੂੰ ਨਿਰਾਕਾਰ ਹੈ। ਤੇਰਾ ਕੋਈ ਆਕਾਰ ਨਹੀਂ, ਤੇਰਾ ਕੋਈ ਵੱਖਰਾ ਆਕਾਰ ਨਹੀਂ, ਤੇਰਾ ਕੋਈ ਵੱਖਰਾ ਰੂਪ ਨਹੀਂ। ਹਰ ਇੱਕ ਦੇ ਅੰਦਰ ਤੂੰ ਸਮਾਇਆ ਹੋਇਆ ਹੈ। ਤੈਨੂੰ ਮੁਕੰਮਲ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਤਾਂ ਅੱਜ ਦੇ ਇਸ ਪਾਵਨ ਪੌੜੀ ਰਾਹੀਂ, ਅੱਖਰਾਂ ਰਾਹੀਂ ਹੀ ਅਸੀਂ ਬਿਆਨ ਕਰਦੇ ਹਾਂ, ਅੱਖਰਾਂ ਰਾਹੀਂ ਹੀ ਬਾਣੀ ਬੋਲੀ ਜਾਂਦੀ ਹੈ, ਅੱਖਰਾਂ ਰਾਹੀਂ ਹੀ ਮੇਲ ਮਿਲਾਪ ਨੂੰ ਬਿਆਨ ਕੀਤਾ ਜਾਂਦਾ ਹੈ, ਅੱਖਰਾਂ ਰਾਹੀਂ ਹੀ ਸਿਫਤ ਸਲਾਹ ਕੀਤੀ ਜਾਂਦੀ ਹੈ, ਅੱਖਰਾਂ ਰਾਹੀਂ ਹੀ ਅਸੀਂ ਪ੍ਰਭੂ ਦੇ ਸਿਫਤ ਸਲਾਹ ਦੇ ਗੀਤ ਗਾਉਂਦੇ ਹਾਂ। ਲੇਕਿਨ ਅੱਖਰਾਂ ਰਾਹੀਂ ਰੱਬ ਦੀ ਸਮਗਰਤਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਹੁਕਮ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕੇਵਲ ਹੁਕਮ ਮੁਤਾਬਕ ਜ਼ਿੰਦਗੀ ਜੀਵੀ ਜਾ ਸਕਦੀ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਡੇ ਅੰਦਰ ਉਹ ਪਾਵਰ ਹੈ, ਸਾਡੇ ਅੰਦਰ ਉਹ ਤਾਕਤ ਹੈ। ਜੇ ਅਸੀਂ ਆਪਣੀ ਵਰਡਿੰਗ ਨੂੰ ਚੇਂਜ ਕਰੀਏ, ਆਪਣੇ ਵਾਸਤੇ ਵੀ ਦੂਜਿਆਂ ਵਾਸਤੇ ਵੀ ਉਹ ਬੋਲ ਬੋਲੀਏ ਜਿਨ੍ਹਾਂ ਦੇ ਨਾਲ ਸਾਡਾ ਆਪਸ ਵਿੱਚ ਤਾਲਮੇਲ ਬੈਠੇ, ਜਿਨ੍ਹਾਂ ਸ਼ਬਦਾਂ ਬਚਨਾਂ ਰਾਹੀਂ ਰੱਬ ਦੇ ਨਾਲ ਤਾਲਮੇਲ ਬੈਠੇ, ਅਸੀਂ ਇਸ ਸੰਸਾਰ ਨੂੰ ਰੱਬ ਦਾ ਰੂਪ ਕਰਕੇ ਜਾਣੀਏ, ਇੱਕ ਦੂਜੇ ਦੇ ਨਾਲ ਰੱਬ ਵਰਗਾ ਪਿਆਰ ਕਰੀਏ, ਇੱਕ ਦੂਜੇ ਦਾ ਰੱਬ ਜਿੰਨਾ ਸਤਿਕਾਰ ਕਰੀਏ, ਸਾਡੀ ਇਹ ਜ਼ਿੰਦਗੀ ਬਦਲ ਜਾਏਗੀ। ਅਸੀਂ ਸਚਿਆਰ ਹੋ ਜਾਵਾਂਗੇ, ਅਸੀਂ ਰੱਬ ਦੇ ਅੰਦਰ ਸਮਾ ਕੇ ਰੱਬ ਦਾ ਰੂਪ ਹੋ ਜਾਵਾਂਗੇ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਗੁਰੂ ਜੀ ਰਹਿਮਤ ਕਰਨ, ਅਸੀਂ ਪਾਵਨ ਬਾਣੀ ਨੂੰ ਆਪ ਸਮਝ ਕੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ। ਹੁਣ ਵੀਰ ਜੀ ਭਾਈ ਸਾਹਿਬ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਕਰਨਗੇ। ਹੋਈਆਂ ਭੁੱਲਾਂ ਦੀ ਖਿਮਾ, ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹਮੇਸ਼ਾ ਦੀ ਤਰ੍ਹਾਂ ਗਿਆਨੀ ਜੀ ਦਾ। ਤੇ ਆਪ ਜੀ ਨੂੰ ਬੇਨਤੀ ਹੈ ਕਿ ਆਪ ਅਨਮਿਊਟ ਹੋ ਜਾਓ, ਤੇ ਜੇ ਕੋਈ ਸਵਾਲ ਤੁਸੀਂ ਗਿਆਨੀ ਜੀ ਨੂੰ ਪੁੱਛਣਾ ਹੋਵੇ ਤਾਂ ਉਹ ਤੁਸੀਂ ਹੁਣ ਪੁੱਛ ਸਕਦੇ ਆ ਜੀ। ਅੱਜ ਦੀ ਕਥਾ ਜਿਹੜੀ ਹੋਈ ਹੈ ਆਪਕੇ ਸਾਰਿਆਂ ਨੇ ਸੁਣੇ ਲਈ ਹੈ। ਤੇ ਗਿਆਨੀ ਜੀ ਆ ਰਹੇ ਵਾਪਸ, ਤੇ ਉਹ ਜਦ ਤੱਕ ਵੇਟ ਕਰਦੇ ਆ, ਤੁਸੀਂ ਅਨਮਿਊਟ ਹੋ ਜਾਓ ਜੀ। ਮੈਨੂੰ ਇਸ ਵੇਲੇ ਕੋਈ ਨਹੀਂ ਹੈਗਾ, ਤਾਂ ਇਹਦਾ ਮਤਲਬ ਤੁਸੀਂ ਕੋਈ ਸਵਾਲ ਜਵਾਬ ਨਹੀਂ ਪੁੱਛਣਾ। ਗੁਰਚਰਨ ਸਿੰਘ ਢੇਸੀ ਜੀ ਤੁਸੀਂ ਅਨਮਿਊਟ ਹੋਏ ਆ, ਤੇ ਉਹਦੇ ਅੱਗੇ ਇੱਕ ਜਗਜੀਤ ਕੌਰ ਵੀ ਹੋਏ ਆ, ਤੇ ਹੋਰਨਾਂ ਨੂੰ ਵੀ ਇਹ ਬੇਨਤੀ ਹੈ ਜੀ, ਤੇ ਸੰਗੋ ਨਾ
ਤੁਸੀਂ ਸੁਣਿਆ ਜ਼ਰੂਰ ਹੈ ਸਾਰਾ ਕੁਝ, ਪਰ ਉਹਦੇ ਵਿੱਚ ਜੇ ਕੋਈ ਸਵਾਲ ਜਵਾਬ ਤੁਹਾਡਾ ਹੈਗਾ ਮਾੜਾ ਮੋਟਾ ਕੁਝ ਵੀ ਹੈ, ਤੁਸੀਂ ਉਹ ਪੁੱਛ ਸਕਦੇ ਆ। ਤੇ ਸਭ ਤੋਂ ਪਹਿਲਾਂ ਮੈਂ ਗੁਰਚਰਨ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣਾ ਸਵਾਲ ਜਾਂ ਆਪਣੇ ਵਿਚਾਰ ਰੱਖੋ। ਹਾਂਜੀ। ਯਾਨੀ ਜੀ ਸਵਾਲ ਤਾਂ ਨਹੀਂ ਹੈਗਾ ਵੀ ਯਾਨੀ ਆਹ ਜਿਹੜੀ ਪੌੜੀ ਆ 19ਵੀਂ ਯਾਨੀ ਕਿ ਨਾ ਬਹੁਤ ਤੁਸੀਂ ਇਹਦੇ ਵਿੱਚ ਅੱਛੀ ਤਰ੍ਹਾਂ ਢੰਗ ਨਾਲ ਸਾਨੂੰ ਦੱਸਿਆ। ਇਨਸਾਨ ਨੂੰ ਯਾਨੀ ਕਿ ਨਾ ਆਪਣੀ ਜਿਹੜੀ ਹੋਂਦ ਹੈ ਕਿ ਨਾ ਪ੍ਰਗਟ ਹੈ ਕਿ ਨਾ ਉਹ ਮਹਿਸੂਸ ਕਰਨੀ ਚਾਹੀਦੀ ਵੀ ਮੈਂ ਕੁਛ ਹੈਗਾ ਆ। ਤੇ ਜਦੋਂ ਅਸੀਂ ਇਹ ਜਿਹੜੀ ਪਾਵਰ ਇੰਟਰਨਲ ਪਾਵਰ ਆ ਅਸੀਂ ਉਹਨੂੰ ਨਹੀਂ ਪਛਾਣਦੇ ਤੇ ਉਹਦੇ ਕਰਕੇ ਇੱਕ ਨਾ ਜਿਹੜੀਆਂ ਮਾਨਸਿਕ ਬਿਮਾਰੀਆਂ ਤੁਸੀਂ ਮੈਂਸ਼ਨ ਕੀਤਾ ਡਿਪਰੈਸ਼ਨ ਵਗੈਰਾ ਉਹਦੇ ਕਰਕੇ ਹੋ ਜਾਂਦਾ। ਆਹ ਦੇ ਲਓ ਤੁਸੀਂ ਸੁਣੇ ਹੋਣਾ ਗਿਆ ਐਕਟਰ ਸੀਗਾ, ਦੇ ਲਓ ਅਮੀਰ ਵੀ ਇੰਨਾ ਸੀ, ਪੈਸਾ ਵੀ ਸੀ, ਸਭ ਕੁਛ ਸੀਗਾ, ਉਹਨੇ ਆਤਮ ਹੱਤਿਆ ਕਰ ਲਈ। ਸਾਡੇ 4-5 ਦਿਨ ਹੋਏ ਆ, ਯੰਗ ਮੁੰਡਾ 45-46 ਸਾਲ ਦਾ, PhD ਕੀਤੀ ਉਹ ਆ, ਗੱਡੀ ਮੂਹਰੇ ਛਾਲ ਮਾਰੀ। ਮਤਲਬ ਯੰਗ ਮੁੰਡੇ ਇਹੀ ਗੱਲ ਆ ਕਿ ਵੀ ਅਸੀਂ ਆਪਣੇ ਆਪ ਨੂੰ ਅੰਦਰੋਂ ਹੀ ਨਹੀਂ ਪਛਾਣਦੇ ਕਿ ਮੈਂ ਕੀ ਕੇਪੇਬਲ ਹੈਗਾ ਕੁਛ ਕਰਨ ਜੋਗਾ। ਜਿਹੜਾ ਲੜਕਾ ਇੰਨਾ ਪੜ੍ਹਿਆ ਲਿਖਿਆ ਹੋਊਗਾ ਕਿ ਉਹਦੇ ਦਿਮਾਗ ਦੇ ਵਿੱਚ ਹੋਊਗੀ ਨਾ ਕਿ ਵੀ ਮੈਂ ਕੁਛ ਕਰ ਸਕਦਾ ਹਾਂ। ਹੁਣ ਮੈਂ ਉਹਦੇ ਲੜਕੇ ਦੀ ਮਦਰ ਨਾਲ ਗੱਲ ਬਾਪ ਨਾਲ ਕਰਨੀ ਸੀਗੀ ਮੀਟਿੰਗ ਆਪਣੀ ਤੋਂ ਪਹਿਲਾਂ, ਤਾਂ ਉਹ ਕਹਿੰਦੇ ਜੀ ਉਹ ਬੈਡ 'ਚ ਪਿਆ ਗੱਲ ਨਹੀਂ ਕਰ ਸਕਦਾ, ਇੰਨਾ ਅਪਸੈਟ ਆ। ਹੁਣ ਦੇਖੋ ਬਾਪ ਆਪ ਤਾਂ ਉਹ ਚਲੇ ਗਿਆ, ਬਾਪ ਲਈ ਤਾਂ ਮਾਂ ਬਾਪ ਲਈ ਤਾਂ ਮੁਸੀਬਤ ਖੜੀ ਕਰ ਗਿਆ ਹੈਗਾ ਨਾ ਇੱਕ ਕਿਸਮ ਦੀ। ਬਿਲਕੁਲ ਵੀਰ ਜੀ, ਅਸਲ ਦੇ ਵਿੱਚ ਨਾ ਜਿਹੜਾ ਡਿਪਰੈਸ਼ਨ ਹੈ ਇਹਦੇ ਬਾਰੇ ਮੈਂ ਥੋੜਾ ਸਮਝ ਸਕਦਾ ਵਾਂ ਕਿਉਂਕਿ ਮੈਂ ਆਪ ਇਸ ਉਹਦੇ ਵਿੱਚੋਂ ਨਾ ਨਿਕਲਿਆ ਵਾਂ ਔਰ ਇਹਦੇ ਬਾਰੇ ਜਿੰਨਾ ਮੈਂ ਮਤਲਬ ਸਟੱਡੀ ਕਰ ਸਕਿਆ ਵਾਂ ਉਹਦੇ ਨਾਲ ਕੁਝ ਰੀਜ਼ਨ ਹੁੰਦੇ ਨੇ, ਕੁਝ ਤਾਂ ਸਾਡੇ ਦਿਮਾਗ ਦੇ ਕੈਮੀਕਲ ਇੰਬੈਲੈਂਸ ਹੋ ਜਾਂਦੇ ਨੇ। ਹਾਂਜੀ ਹਾਂਜੀ। ਉਹ ਇੰਬੈਲੈਂਸ ਹੋ ਜਾਣ ਨਾਲ ਸਾਨੂੰ ਜਿੰਨੀ ਵੀ ਛੇਤੀ ਹੋਏ ਕਿਸੇ ਸਾਈਕੈਟ੍ਰਿਕ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਸਾਈਕੋਲੋਜਿਸਟ ਦੀ ਜਾਂ ਸਾਈਕੈਟ੍ਰਿਕ ਦੀ ਸਲਾਹ ਲੈਣੀ ਚਾਹੀਦੀ ਹੈ। ਲੇਕਿਨ ਸਾਡਾ ਲੋਕਾਂ ਦਾ ਨਾ ਵਿਸ਼ਵਾਸ ਨਹੀਂ ਹੈ। ਅਸੀਂ ਇਹ ਸਮਝਦੇ ਹਾਂ ਕਿ ਜੇ ਸਾਈਕੈਟ੍ਰਿਕ ਦੇ ਕੋਲ ਗਏ ਤੇ ਲੋਕ ਕਹਿਣਗੇ ਵੀ ਪਾਗਲ ਹੈ। ਬਸ ਆਹ ਹੀ ਗੱਲ ਹੈ ਕਿ ਅਸੀਂ ਉਹ ਸਾਨੂੰ ਇਹਨਾਂ ਬਿਮਾਰੀ ਚੀਜ਼ਾਂ ਨੂੰ ਬਾਰੇ ਪਛਾਣਦੇ knowledge ਨਹੀਂ ਹੈ। ਇਹੀ ਨੁਕਸ ਹੈ ਜੀ। ਹਾਂਜੀ। ਇਸ ਲਈ ਹਰ ਸਿੰਘ ਜੀ ਮੈਂ ਤੁਹਾਨੂੰ ਦੱਸ ਦੇਣਾ, ਤੁਸੀਂ ਇੱਥੋਂ ਗਏ ਆ। ਇੱਕ ਦੋ ਗੱਲਾਂ ਮੈਂ ਕਹਿਣੀਆਂ ਚਾਹਾਂਗਾ। ਇੱਕ ਸਕਿੰਟ ਗੁਰਚਰਨ ਸਿੰਘ ਜੀ ਕਰ ਲੈਣ ਗੱਲ, ਫਿਰ ਤੁਹਾਡੇ ਕੋਲ ਆਉਣੇ। ਹਾਂਜੀ, ਦੋ ਗੱਲਾਂ ਮੈਂ ਕਰਨੀਆਂ ਚਾਹਾਂਗਾ ਵੀ ਜਦੋਂ ਵੀ ਕੋਈ ਸਾਡੇ ਪਰਿਵਾਰ ਵਿੱਚ ਜਾਂ ਸਾਡਾ ਕੋਈ ਸੱਜਣ ਮਿੱਤਰ ਚੌਗਿਰਦੇ ਇਕੱਲਾ ਰਹਿਣ ਲੱਗ ਜਾਂਦਾ, ਬਿਲਕੁਲ ਇਕੱਲਾ ਰਹਿਣਾ ਸ਼ੁਰੂ ਕਰ ਦੇਵੇ, ਕਮਰੇ ਵਿੱਚ ਪਿਆ ਰਵੇ, ਜਾਂ ਉਹ ਮਰਨ ਦੀਆਂ ਗੱਲਾਂ ਕਰੇ ਵੀ ਮੇਰਾ ਜੀਅ ਕਰਦਾ ਮਰ ਜਾਵਾਂ ਜਾਂ ਮੈਨੂੰ ਰੱਬ ਚੁੱਕ ਹੀ ਲਵੇ, ਜਦੋਂ ਵੀ ਕੋਈ ਐਸਾ ਤੁਹਾਨੂੰ ਕੋਈ ਬੰਦਾ ਟੱਕਰਦਾ ਨਾ ਤਾਂ ਉਹਨੂੰ ਸੀਰੀਅਸਲੀ ਲਓ ਔਰ ਉਹਦੇ ਘਰਦਿਆਂ ਨੂੰ ਸਲਾਹ ਦਿਓ ਜਾਂ ਆਪ ਉਹਨੂੰ ਖੁਦ ਸਲਾਹ ਦਿਓ ਕਿ ਉਹਨੂੰ ਜਿੰਨੀ ਵੀ ਜਲਦੀ ਹੋਏ ਕਿਸੇ ਸਾਈਕੋਲੋਜਿਸਟ ਕੋਲ ਜਾਂ ਸਾਈਕੈਟ੍ਰਿਸਟ ਕੋਲ ਭੇਜਿਆ ਜਾਵੇ, ਕਿਉਂਕਿ ਇਹੋ ਜਿਹੀਆਂ ਜਦੋਂ ਗੱਲਾਂ ਬੰਦਾ ਕਰਨ ਲੱਗ ਜਾਂਦਾ ਔਰ ਇਕੱਲਾ ਰਹਿਣ ਲੱਗ ਜਾਂਦਾ ਤਾਂ ਇਹੋ ਜਿਹਾ ਕਦਮ ਚੁੱਕ ਵੀ ਸਕਦਾ। ਤੇ ਇਹਨਾਂ ਚੀਜ਼ਾਂ ਦਾ ਨਾ ਅੱਜ ਕੱਲ੍ਹ ਇਲਾਜ ਹੈ, ਇਹ 2, 4, 5, 6 ਮਹੀਨੇ ਦਵਾਈ ਖਾਣ ਦੇ ਨਾਲ ਬੰਦਾ ਬਿਲਕੁਲ ਠੀਕ ਹੋ ਜਾਂਦਾ ਜਾਂ ਕਾਉਂਸਲਿੰਗ ਦੇ ਨਾਲ ਵੀ ਹੋ ਜਾਂਦਾ। ਧਿਆਨ ਰੱਖੋ। ਹਾਂਜੀ ਹਾਂਜੀ, ਬਿਲਕੁਲ ਸਹੀ, ਮਿਹਰਬਾਨੀ। ਠੀਕ ਹੈ ਜੀ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ। ਆਪਣੇ ਘਰਾਂ ਦੇ ਵਿੱਚ ਇੱਕ ਤਾਂ ਥੋੜਾ ਜਿਹਾ ਇਹਦੇ ਬਾਰੇ ਤਵੱਜੋ ਨਹੀਂ ਦਿੱਤੀ ਜਾਂਦੀ, ਜੇ ਪਤਾ ਵੀ ਲੱਗਦਾ ਤਾਂ ਉਹਦੇ ਵਿੱਚ ਆਪਣੀ ਨਮੋਸ਼ੀ ਜਾਂ ਬੇਇੱਜ਼ਤੀ ਏਦਾਂ ਮਹਿਸੂਸ ਕਰਦੇ ਹਾਂ ਆਪਾਂ। ਹਾਂਜੀ ਹਾਂਜੀ ਹਾਂਜੀ। ਤੇ ਉਹ ਕੋਈ ਬਾਹਰ ਨਾ ਪਤਾ ਲੱਗ ਜਾਵੇ, ਸਾਡੇ ਨਿਆਣੇ ਏਦਾਂ ਦੇ ਜਾਂ ਸਾਡੇ ਘਰ ਦੀ ਗੱਲ ਤੇ ਬਾਹਰ ਪਤਾ ਲੱਗੇ। ਮੇਰਾ ਖਿਆਲ ਹੈ ਵੀ ਜਿੰਨਾ ਰੌਲਾ ਪੈ ਸਕਦਾ ਉਹਨਾਂ ਪਾ ਕੇ ਤਾਂ ਤੁਸੀਂ ਆਪਣਾ ਜਾਂ ਆਪਣੇ ਬੱਚਿਆਂ ਦਾ ਜੋ ਵੀ ਇਲਾਜ ਕਰਾਓ, ਤਾਂ ਕਿ ਮਤਲਬ ਇੱਦਾਂ ਦੀ ਕੋਈ ਇੰਸੀਡੈਂਟ ਉੱਥੇ ਤਾਈਂ ਨਾ ਪਹੁੰਚੇ ਜਿੱਥੇ ਤਾਈਂ ਇਹ ਪਹੁੰਚ ਜਾਂਦੇ ਆ ਜੀ। ਸੋ ਇਸ ਕਰਕੇ ਸਾਡੇ ਇਹ ਥੋੜੀ ਜਿਹੀ ਪ੍ਰੋਬਲਮ ਹੈਗੀ ਆ, ਪਰ ਚਲੋ ਹਰੇਕ ਕੇਸ ਵੱਖਰਾ ਵੱਖਰਾ ਹੁੰਦਾ ਜੀ, ਇਸ ਕਰਕੇ ਆਪਾਂ ਇੱਦਾਂ ਟਿੱਪਣੀ ਨਹੀਂ ਕਰ ਸਕਦੇ ਕਿਸੇ ਤੇ ਵੀ। ਉਹਦਾ ਜਨਰਲ ਗੱਲ ਇਹ ਆ, ਜਨਰਲ ਗੱਲ ਇਹ ਆ ਵੀ ਜਦੋਂ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹਦੇ ਬਾਰੇ ਡਿਸਕਸ਼ਨ ਬਹੁਤ ਜ਼ਰੂਰੀ, ਆਇਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ। ਹਾਂਜੀ ਹਾਂਜੀ, ਤੇ ਉਹ ਕੋਈ ਸਾਈਕੈਟ੍ਰਿਕ ਜਾਂ ਸਾਈਕੋਲੋਜਿਸਟ ਜਿਹੜੇ ਸਪੈਸ਼ਲਿਸਟ ਨੇ ਉਹ ਹੀ ਕਰ ਸਕਦੇ ਨੇ। ਹਾਂਜੀ ਤੇ ਹਾਂਜੀ, ਉਹਨਾਂ ਕੋਲ ਜਾਣਾ ਚਾਹੀਦਾ, ਸਾਨੂੰ ਸਲਾਹ ਲੈਣੀ ਚਾਹੀਦੀ। ਥੈਂਕ ਯੂ ਜੀ। ਹਾਂਜੀ ਬਿਲਕੁਲ ਸਹੀ ਗੱਲ ਹੈ ਜੀ। ਸਾਡੇ ਕੋਲ ਜਗਜੀਤ ਕੌਰ ਜੀ, ਉਹ ਅਨਮਿਊਟ ਆ। ਉਹਦੇ ਬਾਅਦ ਦੇ ਵਿੱਚ ਹਰਦੀਪ ਸਿੰਘ ਤੇ ਆਪਣੇ ਸਤਿੰਦਰ ਸਿੰਘ ਜੀ, ਸਾਰੇ ਉਹਨਾਂ ਦੇ ਕੋਲ ਆ ਰਹੇ ਨੇ। ਜਗਜੀਤ ਕੌਰ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਆਈ ਸੀ ਤੇ ਦੋ ਤੁਕਾਂ ਦੀ ਵਿਆਖਿਆ ਫੇਰ ਤੋਂ ਮੈਨੂੰ ਤੁਸੀਂ ਸੁਣਾ ਦਿਓ। ਜਿਹਨੇ ਲਿਖਿਆ ਤਿਸ ਸਿਰ ਨਾਹੀਂ ਕਿਉਂ ਫਰਮਾਏ ਤਿਵ ਤਿਵ ਪਾਏ। ਕਿ ਜਿਸ ਰੱਬ ਨੇ ਇਹ ਸਿਸਟਮ ਬਣਾਇਆ ਨਾ ਉਹਦੇ ਸਿਰ ਦੇ ਉੱਤੇ ਇਹ ਅਕਸ਼ਰ ਨਹੀਂ ਹਨ, ਯਾਨੀ ਉਹਨੂੰ ਅਸੀਂ ਅੱਖਰਾਂ ਰਾਹੀਂ ਬਿਆਨ ਨਹੀਂ ਕਰ ਸਕਦੇ, ਉਹਦਾ ਅੰਤ ਨਹੀਂ ਜਾਣ ਸਕਦੇ। ਤੇ ਜਿਵ ਫਰਮਾਏ ਦਾ ਮਤਲਬ ਜਿਵੇਂ ਉਹਦਾ ਸਿਸਟਮ ਹੈ ਲਾ ਆਫ ਨੇਚਰ, ਉਵੇਂ ਹੀ ਸਾਨੂੰ ਫਲ ਮਿਲਦਾ ਹੈ।
सिस्टम तो बाहर नहीं। जे तुसी चंगे कर्म, जे तुसी इज्जत चाहते हो ਤਾਂ ਤੁਹਾਨੂੰ ਉਹ ਰਿਕੁਆਇਰਮੈਂਟ ਪੂਰੀ ਕਰਨੀ ਪਵੇਗੀ। ਜੇ ਤੁਸੀਂ ਨਹੀਂ ਕਰਦੇ ਤਾਂ ਫਿਰ ਨਹੀਂ ਪਾ ਸਕੋਗੇ। ਜੇ ਕਣਕ ਬੀਜੋਗੇ ਕਣਕ ਮਿਲੇਗੀ, ਜੌਂ ਬੀਜੋਗੇ ਜੌਂ ਮਿਲਣਗੇ। ਤਾਂ ਜਿਸ ਰੱਬ ਨੇ ਇਹ ਸਿਸਟਮ ਬਣਾਇਆ ਹੈ ਉਹਨੂੰ ਇਸ ਸਿਰਨਾਹੇ ਦਾ ਮਤਲਬ ਕਿ ਉਹਦਾ ਅਸੀਂ ਬਿਆਨ ਅੱਖਰਾਂ ਰਾਹੀਂ ਨਹੀਂ ਕਰ ਸਕਦੇ, ਅੰਤ ਨਹੀਂ ਪਾ ਸਕਦੇ। ਉਹਦੇ ਸਿਸਟਮ ਤੋਂ ਬਾਹਰ ਸਾਨੂੰ ਕੁਝ ਵੀ ਨਹੀਂ ਮਿਲਦਾ। ਧੰਨਵਾਦ। ਥੈਂਕ ਯੂ ਜੀ। ਹਰਦੀਪ ਸਿੰਘ ਭੋਗਲ। ਹਾਂਜੀ ਜੀ हाँ जी, वाहिगुरू जी खालसा वाहिगुरू जी फतेह। हाँ, मैं बिल्कुल चंगी तरह समझता हाँ कि सानू अपने कर्मां अनुसार ही फल मिलता है कि जे असी कानून फॉलो करेंगे तो असी ठीक तरह चले जाएंगे। सपोज करो कहते हम लेफ्ट हैंड ड्राइव करते, जो मैं राइट हैंड ड्राइव करूँ तो मेरा एक्सीडेंट होएगा, और जो अपनी कार नू सर्विस नहीं करावांगा तो फिर कितने कितने खड़ी होएगी या कोई एक्सीडेंट होएगा। जे मैं सारा कुछ फॉलो कर रहा हैगा, कानून भी फॉलो कर रहा, लेफ्ट हैंड ड्राइव भी कर रहा, कार भी चंगी तरह रखी हुई है, सर्विस भी की हुई है, तो जे अपने अपना माइंड बिजनेस कर रहे हैं कि फिर ड्राइव कर रहे हैं सड़क पे, उधर दूजे पास कोई आता है कि समझ लो कि मूर्ख से इंसान कह लो कि उन्हें कार भी चोरी की हुई है, तो मेरी कार भी चला के लग जाए तो फिर उसदे उत्ते मैं कुछ क्लेम भी नहीं कर सकता क्योंकि चोरी की है कार, तो आपने दौड़ जाना है या कोई भी कर सकता है। फिर थे कि मेरा बैड लक आ गया कि कर सकते ਆਪਾਂ। ਨਹੀਂ ਵੀਰ ਜੀ, ਬੈਡ ਲੱਕ ਨਹੀਂ ਹੈਗਾ। ਇਹ ਸਿਸਟਮ ਟੁੱਟਣ ਕਰਕੇ ਦੇਖੋ, ਜਦੋਂ ਸਿਸਟਮ ਟੁੱਟਦਾ ਹੈ ਤਾਂ ਸਾਡਾ ਨੁਕਸਾਨ ਉਦੋਂ ਹੁੰਦਾ ਹੈ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਤੁਸੀਂ ਸਿਸਟਮ ਤੋੜਿਆ ਜਾਂ ਮੈਂ ਤੁਹਾਡੇ ਵਿੱਚ ਕਾਰ ਮਾਰੀ ਹੈ। ਜੇ ਮੈਂ ਕਾਰ ਮਾਰੀ ਹੈ ਤਾਂ ਇਹਦਾ ਮਤਲਬ ਮੈਂ ਸਿਸਟਮ ਤੋੜਿਆ, ਸਿਸਟਮ ਟੁੱਟਣ ਕਰਕੇ ਉਹ ਸਾਰਾ ਕੁਝ। ਇਹਦਾ ਪਰ ਮੈਨੂੰ ਤਾਂ ਭੁਗਤਣਾ ਪੈ ਗਿਆ ਨਾ, ਜਿਹੜਾ ਕਿ ਬਿਲਕੁਲ ਸਾਰਾ ਕੁਝ ਫੋਲੋ ਕਰ ਰਿਹਾ ਸੀਗਾ, ਸਾਰਾ ਕੁਝ ਕਾਨੂੰਨ ਵੀ ਫੋਲੋ ਕੀਤਾ। ਦੇਖੋ ਉਹਦੇ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈਗੀ, ਨਾ ਹੀ ਪੁਲਿਸ ਵਾਲਾ ਤੁਹਾਡੀ ਗਲਤੀ ਹੀ ਕੱਢੇਗਾ। ਉਹ ਜਿਹੜਾ ਤੁਹਾਡਾ ਨੁਕਸਾਨ ਹੋਇਆ, ਇਹ ਚੀਜ਼ ਨਾ ਥੋੜੀ ਜਿਹੀ ਗੌਰ ਨਾਲ ਸਮਝਣੀ ਪੈਣੀ ਹੈ। ਹਾਂਜੀ ਹਾਂਜੀ। ਤੁਸੀਂ ਹੁਣ ਅਸੀਂ ਕੀ ਕਰਾਂਗੇ ਕਿ ਅਸੀਂ ਪੂਰੀ ਦੁਨੀਆ ਨੂੰ ਛੱਡ ਕੇ ਨਾ ਵੱਡੇ ਸਿਸਟਮ ਨੂੰ, ਤੇ ਅਸੀਂ ਆਪਣੇ ਤੱਕ ਸੀਮਤ ਹੋ ਜਾਵਾਂਗੇ, ਫਿਰ ਪ੍ਰੋਬਲਮ ਆਏਗੀ। ਕਿਉਂਕਿ ਸਾਰੇ ਸਿਸਟਮ ਦੇ ਵਿੱਚ ਜਦੋਂ ਸਿਸਟਮ ਟੁੱਟੇਗਾ, ਚਾਹੇ ਤੁਸੀਂ ਤੋੜੋ ਜਾਂ ਮੈਂ ਤੋੜਾਂ, ਤਾਂ ਸਿਸਟਮ ਟੁੱਟਣ ਕਰਕੇ ਤੁਹਾਨੂੰ ਸੱਟ ਲੱਗੀ, ਨਾ ਕਿ ਸਿਸਟਮ ਕਰਕੇ। ਇਹ ਥੋੜੀ ਜਿਹੀ ਬਾਰੀਕੀ ਹੈ ਕਿਉਂਕਿ ਤੁਸੀਂ ਸਾਰੇ ਸਿਸਟਮ ਨੂੰ ਆਪਣੇ ਨਾਲ ਜੋੜ ਰਹੇ ਹੋ ਸਿਰਫ। ਹਾਂਜੀ, ਇੱਥੇ ਪ੍ਰੋਬਲਮ ਇਹ ਆ ਰਹੀ ਹੈ। ਤਾਂ ਸਿਸਟਮ ਟੁੱਟਣ ਕਰਕੇ ਸਾਡਾ ਨੁਕਸਾਨ ਹੁੰਦਾ। ਜਦੋਂ ਵੀ ਕਿਸੇ ਦਾ ਹੋਏਗਾ, ਜੇ ਮੈਂ ਡਰਾਈਵ ਠੀਕ ਕਰ ਰਿਹਾ, ਤੁਸੀਂ ਮੇਰੇ ਵਿੱਚ ਲਿਆ ਮਾਰੀ ਤਾਂ ਸਿਸਟਮ ਤੁਸੀਂ ਤੋੜਿਆ। ਜੇ ਤੁਹਾਡੇ ਵਿੱਚ ਮੈਂ ਲਿਆ ਮਾਰੀ ਤਾਂ ਸਿਸਟਮ ਟੁੱਟਣ ਕਰਕੇ ਤੁਹਾਡੀ ਨੁਕਸਾਨ ਹੋਇਆ। ਤੁਹਾਡਾ ਦੋਸ਼ ਨਹੀਂ, ਸਿਸਟਮ ਟੁੱਟਣ ਕਰਕੇ ਹੋਇਆ। ਇਸ ਲਈ ਹਰ ਬੰਦੇ ਨੂੰ ਸਿਸਟਮ ਫੋਲੋ ਕਰਨਾ ਚਾਹੀਦਾ। ਹਾਂਜੀ ਹਾਂ, ਠੀਕ ਹੈ ਜੀ, ਧੰਨਵਾਦ। ਥੈਂਕ ਯੂ ਜੀ। ਧੰਨਵਾਦ ਜੀ। ਇੱਥੇ ਤਕਰੀਬਨ ਜਿਹੜਾ ਸਾਡਾ ਕਿਸਮਤ ਦਾ ਚੱਕਰ ਹੈਗਾ ਜੀ, ਉਹ ਸਾਡੇ ਦਿਮਾਗ ਚੋਂ ਤਾਂ ਕਾਫੀ ਚਿਰ ਦਾ ਬੜਿਆ ਹੀ ਨਿਕਲਦਾ ਨਹੀਂ। ਤੇ ਹਾਂਜੀ, ਕਿਉਂਕਿ ਸਿਸਟਮ ਦੇ ਮੁਤਾਬਕ ਇਹ ਸਾਰਾ ਕੁਝ ਚੱਲ ਰਿਹਾ, ਚਾਹੇ ਕੁਦਰਤ 'ਚ ਆ, ਚਾਹੇ ਇਸ ਮੁਲਕ ਦਾ ਜਿਹੜਾ ਕਾਨੂੰਨ ਆ ਉਹਦੇ ਠੀਕ ਹੈ ਜੀ, ਉਹਦੇ ਫੋਲੋ ਕਰਨਾ ਪੈਂਦਾ। ਕਈ ਵਾਰੀ ਸਾਡਾ ਕਸੂਰ ਹੁੰਦਾ, ਕਈ ਵਾਰੀ ਨਹੀਂ ਹੁੰਦਾ, ਪਰ ਜੋ ਵੀ ਆ ਉਹ ਭੁਗਤਣਾ ਤਾਂ ਪੈਂਦਾ ਹੀ ਹੈ ਜੀ। ਹੁਣ ਤੁਸੀਂ ਨਾ ਇੱਕ ਦੇਖੋ, ਜਿਹੜੇ ਕਿਸਮਤ ਦੱਸਣ ਵਾਲੇ ਜੋਤਸ਼ੀ ਨੇ ਜੀ, ਉਹਨਾਂ ਨੇ ਕਈਆਂ ਦੀ ਕਿਸਮਤ ਦੇ ਵਿੱਚ ਬੱਚੇ ਲਿਖੇ ਸਨ, ਕਈਆਂ ਦੀ ਕਿਸਮਤ ਵਿੱਚ ਵਿਆਹ ਲਿਖਿਆ ਸੀ, ਯਾਤਰਾ ਲਿਖੀ ਸੀ, ਲੇਕਿਨ ਉਹ ਕਰੋਨਾ ਨੇ ਸਾਰਾ ਕੁਝ ਹੀ ਬੰਦ ਕਰਤਾ। ਤਾਂ ਹੁਣ ਸਾਰੀ ਦੁਨੀਆ ਲੋਕਡਾਊਨ ਨੂੰ, ਤੇ ਸਾਰਿਆਂ ਦੀ ਕਿਸਮਤ ਮਾੜੀ ਤਾਂ ਨਹੀਂ ਹੋ ਗਈ ਕਿਉਂਕਿ ਸਾਰੀ ਦੁਨੀਆ ਦੇ ਕਰਮ ਮਾੜੇ ਤਾਂ ਨਹੀਂ ਨਾ। ਇਹ ਸਿਸਟਮ ਹੈ, ਕਿਉਂਕਿ ਉਸ ਸਿਸਟਮ ਦੇ ਵਿੱਚ ਲੋਕਡਾਊਨ ਨੂੰ ਕਰਨਾ ਹੀ ਪੈਣਾ ਸੀ। ਕਿਸਮਤ ਨਹੀਂ, ਸਿਸਟਮ ਦੀ ਗੱਲ। ਸਿਸਟਮ, ਹਾਂਜੀ ਬਿਲਕੁਲ ਸਹੀ ਗੱਲ ਹੈ ਜੀ। ਅੱਛਾ ਜੀ, ਥੈਂਕ ਯੂ ਜੀ ਭਾਜੀ ਤੁਹਾਡਾ, ਹਰਦੀਪ ਸਿੰਘ ਜੀ। ਤੇ ਸਾਡੇ ਨਾਲ ਸਤਿੰਦਰਜੀਤ ਤੂਰ, ਤੇ ਉਹਦੇ ਬਾਅਦ ਜੇ ਮੈਂ ਸਤਿੰਦਰ ਸਿੰਘ ਆਪਣੇ ਬੰਬੇ ਵਾਲੇ, ਉਹਨਾਂ ਨੂੰ ਵੀ ਕਹੂੰਗਾ ਕਿ ਉਹ ਵੀ ਅਨਮਿਊਟ ਹੋ ਜਾਣ। ਤੇ ਉਹਨਾਂ ਨੇ ਪਹਿਲਾਂ ਅਨਮਿਊਟ ਹੋਏ ਸੀਗੇ ਤੇ ਮੇਰਾ ਖਿਆਲ ਉਹਨਾਂ ਮਿਊਟ ਕਰਤਾ ਕਿ ਰੌਲਾ ਪੈਣ ਲੱਗ ਪੈਂਦਾ। ਪਹਿਲਾਂ ਸਤਿੰਦਰਜੀਤ ਤੂਰ, ਹਾਂਜੀ ਤੁਸੀਂ ਗੱਲ ਕਰੋ ਭੈਣ ਜੀ। ਹਾਂਜੀ, ਮੈਂ ਤਾਂ ਨਹੀਂ ਕੀਤਾ ਸੀਗਾ, ਚਲੋ ਠੀਕ ਆ। ਆਈ ਕੁਆਇਟ ਹੈਪੀ ਜਿੱਦਾਂ ਭਾਈ ਸਾਹਿਬ ਅਰਥ ਕਰਦੇ ਆ, ਕਾਫੀ ਵਧੀਆ ਸਮਝ ਲੱਗਦੀ ਆ। ਆਈ ਥਿੰਕ ਸਾਨੂੰ ਇਸ ਤੋਂ ਬਾਅਦ ਸੁਖਮਨੀ ਸਾਹਿਬ ਦੇ ਵੀ ਅਰਥ ਕਰਨੇ ਚਾਹੀਦੇ ਆ। ਠੀਕ ਹੈ ਜੀ, ਕੋਈ ਨਾ ਭੈਣ, ਅਸੀਂ ਦੇਖ ਲਵਾਂਗੇ ਜਪਜੀ ਸਾਹਿਬ ਦੀ ਸਮਾਪਤੀ ਤੋਂ ਬਾਅਦ, ਜਿਵੇਂ ਤੁਹਾਡੀ ਸਾਰੀਆਂ ਸੰਗਤਾਂ ਦੀ ਸਲਾਹ ਹੋਏਗੀ, ਕੋਈ ਗੱਲ ਨਹੀਂ, ਉਹ ਸੋਚ ਲਵਾਂਗੇ ਸਾਰੇ ਭੈਣ ਭਰਾ ਸਲਾਹ ਕਰਕੇ। ਵੀਰ ਜੀ ਤਰਲੋਚਨ ਸਿੰਘ ਨੇ ਹੋਰ ਸਾਰੇ ਸੋਚ ਕੇ। ਹਾਂਜੀ, ਕਿਉਂਕਿ ਆਮ ਹੀ ਆਪਾਂ ਜਿੰਨੇ ਵੀ ਲੇਡੀਜ਼ ਤੇ ਮੈਨ ਹੈਗੇ ਆ, ਸੁਖਮਨੀ ਸਾਹਿਬ ਨੂੰ ਬਹੁਤ ਜ਼ਿਆਦਾ ਤਰਜੀਹ ਦਿੰਦੇ ਆ, ਤੇ ਪਰ ਸਾਨੂੰ ਵਿੱਚੋਂ ਕੁਛ ਨਹੀਂ ਪਤਾ ਹੁੰਦਾ। ਅਸੀਂ ਪੜ੍ਹਦੇ ਜ਼ਰੂਰ ਆ ਗੁਟਕੇ ਸਾਹਿਬ ਤੋਂ, ਤੇ ਸਾਨੂੰ ਮੀਨਿੰਗ ਕੁਛ ਨਹੀਂ ਪਤਾ ਹੁੰਦਾ ਉਹਦਾ।
ਠੀਕ ਹੈ ਜੀ, ਸਾਰਿਆਂ ਨੇ ਸੁਣ ਲਈ ਤੁਹਾਡੀ ਗੱਲ ਤੇ ਇਹ ਨੂੰ ਅਸੀਂ ਵਿਚਾਰਾਂਗੇ ਸਾਰੇ। ਠੀਕ ਹੈ ਜੀ, ਮਿਹਰਬਾਨੀ ਭੈਣ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੇ ਹੁਣ ਮੈਂ ਆਪਣੇ ਸਤਿੰਦਰ ਸਿੰਘ ਜੀ ਬੰਬੇ ਵਾਲੇ, ਉਹਨਾਂ ਨੂੰ ਮੈਂ ਬੇਨਤੀ ਕਰਦਾ ਉਹ ਆਪਣੇ ਜੋ ਵੀ ਸਵਾਲ ਰੱਖਣਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਵੀਰ ਜੀ। ਅੱਜ ਦੀ ਵੀਰ ਜੀ ਜਿਹੜੀ ਪੌੜੀ ਸੀਗੀ ਅਖਰੀ ਨਾਮ ਅਖਰੀ ਸਲਾਹ ਦੀ, ਅਖਰੀ ਅੱਖਰ ਦੇ ਉੱਪਰ ਸੀਗਾ, ਮਤਲਬ ਮੇਰੀ ਨੌਲੇਜ, ਮੇਰੀ ਐਜੂਕੇਸ਼ਨ, ਹਾਂਜੀ ਮੇਰੀ ਐਜੂਕੇਸ਼ਨ ਦੇ ਉੱਪਰ ਸੀਗਾ। ਤੇ ਸਾਨੂੰ ਇਸ ਗੱਲ ਤੇ ਬਾਕੀ ਬਹੁਤ ਇੰਪੋਰਟੈਂਸ ਦੇਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਅਸੀਂ ਦੁਨੀਆ ਦੀ ਪੜ੍ਹਾਈ ਕਰਨੇ ਹਾਂ, ਉਹ ਸਭ ਆਰਥਿਕ ਪੜ੍ਹਾਈ ਹੈਗੀ ਹੈ। ਹਾਂਜੀ, ਮੇਰੀ ਆਰਥਿਕ ਭਲਾਈ ਵਾਸਤੇ। ਹਾਂਜੀ, ਔਰ ਜਿਹੜੀ ਸਾਡੀ ਗੁਰਬਾਣੀ ਹੈ ਮੇਰੀ ਅਧਿਆਤਮਿਕ ਪੜ੍ਹਾਈ ਵਾਸਤੇ ਹੈ, ਮੇਰੀ ਆਤਮਾ ਦੀ ਉਸਾਰੀ ਵਾਸਤੇ। ਤੇ ਸਾਨੂੰ ਉਸ ਤੇ ਵੀ ਪੂਰਾ ਜ਼ੋਰ ਦੇਣਾ ਚਾਹੀਦਾ ਹੈ, ਉਸ ਤੇ ਵੀ ਉਹਨੂੰ ਵੀ ਪੂਰਾ ਇੰਪੋਰਟੈਂਸ ਦੇਣਾ ਚਾਹੀਦਾ ਹੈ। ਕਿਉਂਕਿ ਸਾਡੇ ਆਲੇ ਦੁਆਲੇ ਅਸੀਂ ਦੇਖ ਹੀ ਰਹੇ ਹਾਂ ਕਿਸ ਤਰ੍ਹਾਂ ਸਕਸੈਸਫੁਲ ਲੋਕ ਜਿਹੜੇ ਹੈਗੇ ਨੇ ਆਪਣੀ ਜ਼ਿੰਦਗੀ ਦੇ ਨਾਲ ਜੋ ਕੁਝ ਕਰ ਰਹੇ ਨੇ, ਕਿਸ ਤਰ੍ਹਾਂ ਦੁਖੀ ਹੋ ਰਹੇ ਨੇ, ਤੇ ਬਾਕੀ ਅਸੀਂ ਲੋਕ ਉਹਨਾਂ ਦੇ ਉਸ ਚੀਜ਼ ਨੂੰ ਦੇਖ ਕੇ ਦੁਖੀ ਹੋਣੇ ਕਿ ਵੀ ਯਾਰ ਇੰਨਾ ਅਮੀਰ ਆਦਮੀ ਸੀ ਫਿਰ ਵੀ ਕਿਸ ਤਰ੍ਹਾਂ ਇਹਨੇ ਕਰ ਲਿਆ। ਸ਼ਾਇਦ ਕਿਉਂਕਿ ਉਹਦੀ ਅਧਿਆਤਮਿਕ ਜਿਹੜੀ ਸੀ ਨੌਲੇਜ ਨਹੀਂ ਸੀਗੀ, ਤਾਂ ਕਰਕੇ ਇਹ ਸਭ ਸਟੈਪ ਕਰਨੇ ਚਾਲੂ ਹੋ ਗਿਆ। ਤੇ ਸਾਨੂੰ ਵੀਰ ਦੀ ਜਿਹੜੀ ਅਧਿਆਤਮਿਕਤਾ ਹੈ ਨਾ, ਜਿਹੜੀ ਮਤਲਬ ਸਾਨੂੰ ਅੱਜ ਤੱਕ ਅਧਿਆਤਮਿਕਤਾ ਸਿਖਾਈ ਗਈ ਹੈ, ਗੁਰਬਾਣੀ ਉਹਦੇ ਤੋਂ ਅਲੱਗ ਸਾਨੂੰ ਇੱਕ ਚੀਜ਼ ਦਿੰਦੀ ਹੈ। ਇਸ ਲਈ ਗੁਰਬਾਣੀ ਜਿਹੜੀ ਹੈ ਨਾ, ਉਹਨੂੰ ਸਮਝਣ ਵਾਸਤੇ ਸਾਨੂੰ 10 ਚੀਜ਼ਾਂ ਮੁੱਖ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਪਰਿਵਾਰਕ ਔਰ ਵਿਵਹਾਰਕ ਤੌਰ ਤੇ ਬਿਲਕੁਲ ਮੁਕੰਮਲ ਜਿਹੜੀ ਪਰਸਨੈਲਿਟੀ ਉਹ ਪੂਰੀ ਹੋਣੀ ਚਾਹੀਦੀ, ਤਾਂ ਸਾਡੀ ਜ਼ਿੰਦਗੀ ਵਿੱਚ ਸੁੱਖ ਆਏਗਾ ਨਾ। ਇਸ ਲਈ ਗੁਰਬਾਣੀ ਸਾਡੀ ਮੁਕੰਮਲ ਵਿਕਾਸ ਕਰਦੀ ਹੈ, ਸਾਡਾ ਪਰਸਨਲ ਲਾਈਫ ਵੀ, ਫੈਮਿਲੀ ਲਾਈਫ ਵੀ ਔਰ ਸੋਸ਼ਲ ਲਾਈਫ ਵੀ। ਅਸੀਂ ਪੈਸਾ ਕਿਵੇਂ ਕਮਾਉਣਾ ਹੈ ਕਿਰਤ ਕਰਕੇ, ਬਜਟ ਕਿਵੇਂ ਬਣਾਉਣਾ ਹੈ, ਅਸੀਂ ਸਰੀਰ ਨੂੰ ਠੀਕ ਕਿਵੇਂ ਰੱਖਣਾ ਹੈ, ਮਾਨਸਿਕ ਤੌਰ ਤੇ ਕਿਵੇਂ ਠੀਕ ਹੋਣਾ ਹੈ, ਬੌਧਿਕ ਵਿਸ਼ਾਲਤਾ ਕਿਵੇਂ ਹਾਸਲ ਕਰਨੀ ਹੈ, ਔਰ ਆਤਮਿਕ ਜਿਹੜਾ ਸ਼ਾਂਤੀ ਅਸੀਂ ਕਿਵੇਂ ਹਾਸਲ ਕਰਨੀ ਹੈ, ਇਹ ਸਾਰਾ ਕੁਝ ਇਕੱਠਾ ਚੱਲਦਾ ਹੈ। ਇਸ ਲਈ ਇਹਨੂੰ ਵਿਸ਼ਾਲਤਾ ਦੇ ਵਿੱਚ ਲੈਣ ਦੀ ਲੋੜ ਹੈ। ਬਾਕੀ ਜਿਹੜੇ ਸਾਡੇ ਚਾਰ ਚੁਫੇਰੇ ਕੁਝ ਜਿਨ੍ਹਾਂ ਨੂੰ ਅਸੀਂ ਅਮੀਰ ਲੋਕ ਕਹਿੰਦੇ ਆ, ਤਾਂ ਡਿਪਰੈਸ਼ਨ ਦਾ ਜਿਹੜਾ ਸੰਬੰਧ ਹੈ ਉਹ ਅਮੀਰ ਔਰ ਗਰੀਬ ਦੇ ਨਾਲ ਨਹੀਂ ਹੈ। ਇਹਦੇ ਕੁਝ ਵੱਖਰੇ ਕਾਰਨ ਨੇ, ਕੁਝ ਤਾਂ ਸਮਾਜਿਕ ਕਾਰਨ ਨੇ ਜਾਂ ਆਰਥਿਕ ਨੇ, ਉਹ ਤਾਂ ਹੈ ਹੀ ਹੈ ਨੇ। ਕੁਛ ਇਹਦੇ ਨੇ ਜੈਨੇਟਿਕ ਕਾਰਨ ਨੇ, ਜਿਨ੍ਹਾਂ ਦੇ ਮਾਂ-ਬਾਪ ਨੂੰ ਹੁੰਦਾ ਹੈ ਤਾਂ ਬੱਚਿਆਂ ਦੇ ਵਿੱਚ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ। ਔਰ ਕੁਝ ਕੈਮੀਕਲੀ ਕਾਰਨ ਨੇ, ਮਤਲਬ ਜਿਹੜੇ ਸਾਡੇ ਕੈਮੀਕਲ ਇੰਬੈਲੈਂਸ ਹੋ ਜਾਂਦੇ ਨੇ। ਤਾਂ ਕਈ ਥਾਵਾਂ ਤੇ ਤਿੰਨੇ ਚੀਜ਼ਾਂ ਮਿਲ ਜਾਂਦੀਆਂ ਨੇ, ਕਈ ਥਾਵਾਂ ਤੇ ਇੱਕ ਹੁੰਦੀਆਂ ਨੇ। ਇਸ ਕਰਕੇ ਇਹ ਇੱਕ ਵੱਖਰਾ ਸਬਜੈਕਟ ਹੈ। ਪਰ ਹਾਂ, ਜੇ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਂਦੇ ਆ ਨਾ, ਤਾਂ ਫਿਰ ਸਾਡੀ ਜ਼ਿੰਦਗੀ ਵਿੱਚ ਸਦਾ ਵਿਗਾਸਤਾ ਰਹਿੰਦੀ ਹੈ। ਫਿਰ ਇਹਨਾਂ ਰੋਗਾਂ ਤੋਂ ਅਸੀਂ ਮੁਕਤ ਰਹਿੰਦੇ ਹਾਂ ਔਰ ਮੁਕਤ ਹੋ ਸਕਦੇ ਹਾਂ। ਬਿਲਕੁਲ, ਧੰਨਵਾਦ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ। ਮਿਹਰਬਾਨੀ ਜੀ ਸਤਿੰਦਰ ਸਿੰਘ ਜੀ, ਥੈਂਕ ਯੂ। ਤੇ ਅਰਵਿੰਦਰ ਸਿੰਘ ਜੀ, ਤੁਸੀਂ ਅਨਮਿਊਟ ਹੋਏ ਸੀਗੇ, ਤੁਸੀਂ ਹੁਣ ਮੁੜ ਕੇ ਮਿਊਟ ਹੋ ਗਏ। ਜੇ ਕੋਈ ਪੁੱਛਣਾ ਤਾਂ ਤੁਸੀਂ ਗੱਲ ਕਰ ਲਓ, ਤੇ ਹੋਰ ਵੀ ਕਿਸੇ ਨੇ ਜੇ। ਹਾਂਜੀ ਹਾਂਜੀ, ਕਰੋ ਗੱਲ। ਮੈਂ ਸਿਰਫ ਗਿਆਨੀ ਜੀ ਪੁੱਛਣਾ ਸੀਗਾ, ਪੰਜਾਬੀ ਡਿਕਸ਼ਨਰੀ ਕੋਈ ਪਤਾ ਇੰਡੀਆ 'ਚ ਤਾਂ ਮਿਲ ਜਾਂਦੀਆਂ ਹੋਣੀਆਂ, ਕੋਈ ਇੱਥੇ ਮਿਲ ਜਾਂਦੀ ਕੋਈ? ਕਿਹੜੀ ਜੀ? ਪੰਜਾਬੀ ਦੀ ਡਿਕਸ਼ਨਰੀ। ਪੰਜਾਬੀ ਡਿਕਸ਼ਨਰੀ? ਹਾਂਜੀ ਹਾਂਜੀ। ਤੁਸੀਂ ਡਿਕਸ਼ਨਰੀ ਨਾ, ਇੱਕ ਇੰਗਲਿਸ਼ ਪੰਜਾਬੀ ਡਿਕਸ਼ਨਰੀ ਹੈਗੀ, ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਇੱਕ ਤਾਂ। ਅੱਛਾ ਜੀ। ਤੇ ਦੂਜਾ ਜਿਹੜੀ ਤੁਸੀਂ ਡਿਕਸ਼ਨਰੀ, ਇੱਕ ਮਹਾਨਕੋਸ਼ ਡਾਊਨਲੋਡ ਕਰ ਸਕਦੇ ਹੋ। ਉਹ ਤਾਂ ਹੈ ਮੇਰੇ ਪਾਸ। ਹਾਂਜੀ, ਉਹ ਮਹਾਨਕੋਸ਼ ਤੋਂ ਵਧੀਆ ਤੁਹਾਨੂੰ ਫਿਰ ਹੋਰ ਨਹੀਂ ਮਿਲਣਾ ਕੋਈ ਵੀ। ਬਾਕੀ ਜੇ ਇੰਗਲਿਸ਼ ਪੰਜਾਬੀ ਡਿਕਸ਼ਨਰੀ, ਤਾਂ ਉਹ ਤੁਸੀਂ ਇੱਥੇ ਜਾਓਗੇ ਨਾ ਜਦੋਂ ਪਲੇ ਸਟੋਰ ਤੇ, ਹਾਂਜੀ, ਤਾਂ ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਅੱਛਾ ਜੀ। ਤੇ ਮਹਾਨਕੋਸ਼ 'ਚ ਜਦੋਂ ਮੈਨੂੰ ਦੇਖਣੀ ਆਉਂਦੀ ਚੰਗੀ ਤਰ੍ਹਾਂ, ਕਿ ਮੈਂ ਉਹ ਲੱਭਦਾ ਰਿਹਾ, ਬਹੁਤ ਟਾਈਮ ਲੱਗ ਜਾਂਦਾ, ਹੈ ਕੋਈ ਸੌਖਾ ਤਰੀਕਾ? ਉਹਦੇ ਵਿੱਚ ਨਾ ਤੁਸੀਂ, ਤੁਹਾਡੇ ਕੋਲ ਇੱਕ ਹੈਗੀ ਗੁਰਬਾਣੀ ਐਕਸਪਲੋਰਰ ਐਪ ਹੈਗੀ ਹੈ ਨਾ, ਈ ਗੁਰਬਾਣੀ। ਅੱਛਾ ਜੀ, ਹਾਂਜੀ। ਜਾਂ ਗੁਰਬਾਣੀ ਐਕਸਪਲੋਰਰ ਤੁਸੀਂ ਇੱਕ ਡਾਊਨਲੋਡ ਕਰ ਲਓ ਐਪ। ਹਾਂਜੀ ਹਾਂਜੀ, ਜਦੋਂ ਗੁਰਬਾਣੀ ਐਕਸਪਲੋਰਰ ਨੂੰ ਖੋਲੋਗੇ ਨਾ, ਹਾਂਜੀ, ਜਦੋਂ ਓਪਨ ਕਰੋਗੇ ਤੇ ਉਹਦੇ ਵਿੱਚ ਆਏਗਾ ਗੁਰਬਾਣੀ ਸਰਚ ਸੁੰਦਰ ਗੁਟਕਾ, ਔਰ ਇੱਕ ਉਹਦੇ ਵਿੱਚ ਆਏਗਾ ਗੁਰਬਾਣੀ ਕੋਸ਼। ਅੱਛਾ। ਜਿਹੜਾ ਗੁਰਬਾਣੀ ਕੋਸ਼ ਹੋਏ ਨਾ, ਉਹਦੇ ਤੇ ਕਲਿੱਕ ਕਰ ਦਿਓ। ਹਾਂਜੀ। ਉਹਦੇ ਵਿੱਚ ਕਲਿੱਕ ਕਰੋਗੇ ਤੇ ਉਹ ਮਹਾਨਕੋਸ਼ ਖੁੱਲ ਜਾਏਗਾ। ਫਿਰ ਉਹਦੇ ਉੱਤੇ ਸਰਚ ਬਾਕਸ ਆਏਗਾ, ਤੇ ਸਰਚ ਬਾਕਸ ਦੇ ਵਿੱਚ ਤੁਸੀਂ ਕੋਈ ਵੀ ਅੱਖਰ ਪਾਓਗੇ। ਮੰਨ ਲਓ ਤੁਸੀਂ ਮਨ ਖੋਜਣਾ ਨਾ, ਤੇ ਮੰਮਾ ਔਰ ਨੰਨਾ ਪਾ ਦਿਓ ਮਨ।
ਤੇ ਥੱਲੇ ਇੱਕ ਨਾ ਲਿਸਟ ਖੁੱਲ ਜਾਏਗੀ ਕਾਫੀ ਸਾਰੇ ਮਨ ਦੀ, ਨੰਨੇ ਨਾਲ ਸਿਹਾਰੀ, ਨੰਨੇ ਥੱਲੇ ਔਂਕੜ। ਜਿਹੜਾ ਸ਼ਬਦ ਤੁਹਾਨੂੰ ਚਾਹੀਦਾ ਉਹਦੇ ਉੱਤੇ ਕਲਿੱਕ ਕਰ ਦਿਓ ਤੇ ਉਹਦੇ ਫਿਰ ਅਰਥ ਥੱਲੇ ਆ ਜਾਣਗੇ। ਠੀਕ ਹੈ ਜੀ। ਉਸ ਤੋਂ ਬਾਅਦ ਥੱਲੇ ਨਾ ਇੱਕ ਗੋਲ ਜਿਹਾ ਚੱਕਰ ਜਿਹਾ ਬਣਿਆ ਹੋਣਾ, 3 ਬਣ ਕੇ ਨਾ ਏਦਾਂ ਕਰਕੇ, ਏਦਾਂ 3 ਤੀਰ ਜਿਹੇ ਬਣੇ ਨੇ, ਉਹਦੇ ਤੇ ਕਲਿੱਕ ਕਰੋਗੇ ਤਾਂ ਫਿਰ ਉਹ ਗੁਰਬਾਣੀ ਕੋਸ਼ ਜਿਹੜਾ ਨਾ ਡਾਕਟਰ ਗੁਰਚਰਨ ਸਿੰਘ ਵਾਲਾ ਉਹਦੇ ਵਿੱਚ ਚਲਾ ਜਾਏਗਾ, ਨਾਲ ਦੇ ਨਾਲ ਉਹ ਖੁੱਲ ਜਾਏਗਾ ਤੇ ਉਹਦੇ ਵਿੱਚ ਜਿਹੜਾ ਉਹ ਸ਼ਬਦ ਗੁਰਬਾਣੀ ਵਿੱਚ ਕਿਹੜੀ ਪੰਕਤੀ ਵਿੱਚ ਆਇਆ ਉਹ ਆ ਜਾਏਗਾ। ਦੁਬਾਰਾ ਥੱਲੇ ਕਲਿੱਕ ਕਰੋਗੇ ਤੇ ਭਾਈ ਵੀਰ ਸਿੰਘ ਵਾਲਾ ਕੋਸ਼ ਉਹਦੇ ਚਲਾ ਜਾਏਗਾ। 3 ਕੋਸ਼ ਇਕੱਠੇ ਹੀ ਕੰਮ ਕਰਨਗੇ ਉਹਦੇ ਵਿੱਚ, ਜਿਹੜੀ ਮਤਲਬ ਗੁਰਬਾਣੀ ਤੁਹਾਨੂੰ ਦੱਸਿਆ ਐਕਸਪਲੋਰਰ ਤੁਸੀਂ। ਤੇ ਜੇ ਨਾ ਡਾਊਨਲੋਡ ਕਰ ਲਓ ਫਿਰ ਮੈਂ ਤੁਹਾਨੂੰ ਵੀਡੀਓ ਕਾਲ ਕਰਕੇ ਮੈਂ ਤੁਹਾਨੂੰ ਦੱਸਦਾ। ਅੱਛਾ, ਥੈਂਕ ਯੂ। ਹਾਂ, ਜਾਂ ਜਿੱਦਣ ਕਿਤੇ ਇੱਥੇ ਮਿਲੇ ਤਾਂ ਫਿਰ ਅਸੀਂ ਉੱਥੇ ਮਿਲ ਕੇ ਕਰ ਲਾਂਗੇ, ਤੁਹਾਨੂੰ ਮੈਂ ਦੱਸ ਦਾਂਗਾ। ਉਹ ਬੜਾ ਸੌਖਾ ਹੈ, ਬਹੁਤ ਵਧੀਆ। ਤੇ ਗੁਰਬਾਣੀ ਐਕਸਪਲੋਰਰ ਦੇ ਵਿੱਚ ਤੁਸੀਂ ਇਹ ਵੀ ਕਰ ਸਕਦੇ ਹੋ, ਜੇ ਤੁਸੀਂ ਨਾ ਉੱਥੇ ਜਦੋਂ ਗੁਰਬਾਣੀ ਐਕਸਪਲੋਰਰ ਖੁੱਲੇਗਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕਲਿੱਕ ਕਰੋਗੇ, ਗੁਰੂ ਗ੍ਰੰਥ ਸਾਹਿਬ ਖੁੱਲਣ ਤੋਂ ਬਾਅਦ ਇੱਕ ਸੱਜੇ ਪਾਸੇ ਇੱਕ ਨਿੱਕਾ ਜਿਹਾ ਬਾਕਸ ਖੁੱਲੇਗਾ, ਉਹਦੇ ਉੱਤੇ ਲਿਖਿਆ L ਤੇ ਉਹਦੇ ਥੱਲੇ ਲਿਖਿਆ W। ਜਦੋਂ ਉੱਥੇ LW ਉੱਤੇ ਕਲਿੱਕ ਕਰੋਗੇ ਤੇ ਜੇ ਵਰਡ ਉੱਤੇ ਆ ਜਾਏਗਾ ਨਾ, W ਉੱਤੇ ਆ ਜਾਏਗਾ ਤੇ ਸਰਚ ਬਾਕਸ ਦੇ ਵਿੱਚ ਤੁਸੀਂ ਪਾਓਗੇ ਮਨ ਤੇ ਥੱਲੇ ਲਿਸਟ ਖੁੱਲ ਜਾਏਗੀ ਕਿਹੜਾ ਮਨ ਤੁਹਾਨੂੰ ਚਾਹੀਦਾ। ਮੰਨ ਲਓ ਤੁਸੀਂ ਔਂਕੜ ਵਾਲਾ ਚਾਹੁੰਦੇ ਹੋ, ਉਹਦੇ ਤੇ ਕਲਿੱਕ ਕਰ ਦਿਓ ਤੇ ਮਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀ ਵਾਰੀ ਆਇਆ ਹੈ ਉਹਦੀ ਗਿਣਤੀ ਵੀ ਆ ਜਾਏਗੀ ਵੀ 1800 ਵਾਰੀ ਆਇਆ ਹੈ, ਔਰ ਜਿਹੜੀਆਂ ਪੰਕਤੀਆਂ ਵਿੱਚ ਆਇਆ ਉਹ 1800 ਪੰਕਤੀਆਂ ਵੀ ਆ ਜਾਣਗੀਆਂ। ਜੇ ਸਿਹਾਰੀ ਵਾਲਾ ਖੋਲੋਗੇ ਤੇ ਉਹ ਮਨ ਕਿੰਨੀ ਵਾਰੀ ਆਇਆ ਹੈ ਉਹ ਵੀ, ਔਰ ਜੇ ਔਂਕੜ ਵਾਲਾ ਖੋਲੋਗੇ ਤੇ ਉਹ ਵੀ ਆ ਜਾਏਗਾ। ਅੱਜ ਕੱਲ ਤਾਂ ਨਾ ਬਹੁਤ ਸੌਖਾ ਕੰਮ ਹੋ ਗਿਆ। ਜਾਣੀ ਜਿਹੜਾ ਗੁਰਬਾਣੀ ਐਕਸਪਲੋਰਰ ਹੈ ਜੀ, ਉਹਦੇ ਵਿੱਚ ਜਾਣੀ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ, ਮਤਲਬ ਗਾਹਾਂ ਤੇ ਗਾਹਾਂ ਜਿੱਦਾਂ ਬ੍ਰਾਂਚਾਂ ਹੁੰਦੀਆਂ ਜਦੋਂ ਤੁਸੀਂ ਕਲਿੱਕ ਕਰਦੇ ਆ ਉਹਨਾਂ ਤੇ। ਹਾਂਜੀ, ਜਿਨ੍ਹਾਂ ਕੋਲ ਐਂਡਰੋਇਡ ਫੋਨ ਹੈ ਉਹਨਾਂ ਵਾਸਤੇ ਗੁਰਬਾਣੀ ਐਕਸਪਲੋਰਰ ਠੀਕ ਹੈ। ਔਰ ਜਿਨ੍ਹਾਂ ਦੇ ਕੋਲ ਆਈਫੋਨ ਹੈ ਉਹ ਈਸ਼ਰ ਮਾਈਕਰੋਮੀਡੀਆ ਡਾਊਨਲੋਡ ਕਰ ਲਓ। ਠੀਕ ਹੈ, ਇਹ ਦੋਵੇਂ ਸੇਮ ਵਰਕ ਕਰਦੀਆਂ ਨੇ। ਜਿਨ੍ਹਾਂ ਕੋਲ ਆਈਫੋਨ ਹੈ ਉਹ ਈਸ਼ਰ ਮਾਈਕਰੋਮੀਡੀਆ ਡਾਊਨਲੋਡ ਕਰ ਲਓ, ਔਰ ਜਿਨ੍ਹਾਂ ਕੋਲ ਐਂਡਰੋਇਡ ਫੋਨ ਹੈਗਾ ਉਹ ਗੁਰਬਾਣੀ ਐਕਸਪਲੋਰਰ ਡਾਊਨਲੋਡ ਕਰ ਲਓ। ਇਹ ਸੇਮ ਚੀਜ਼ਾਂ ਨੇ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਸਾਡੇ ਨਾਲ ਸਵਿੰਦਰ ਕੌਰ ਹੈ ਜੀ, ਉਹਨਾਂ ਨੇ ਕੁਝ ਪੁੱਛਣਾ ਭੈਣ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਭੈਣ ਜੀ। ਹਾਂਜੀ ਬਾਬਾ ਜੀ, ਮੈਨੂੰ ਜੀ ਵਾਹਿਗੁਰੂ ਮਤਲਬ ਦਾ ਲਫ਼ਜ਼ ਦਾ ਮਤਲਬ ਦੱਸੋਗੇ? ਦੇਖੋ ਜੀ, ਵਾਹਿਗੁਰੂ ਸ਼ਬਦ ਹੈਗਾ ਵਾਹ ਗੁਰੂ। ਵਾਹ ਦਾ ਮਤਲਬ ਹੈਗਾ ਅਸ਼ਚਰਜ, ਔਰ ਗੁਰੂ ਦਾ ਮਤਲਬ ਗੁਰੂ ਹੈਗਾ। ਗੂ ਦਾ ਮਤਲਬ ਅੰਧਕਾਰ, ਰੂ ਦਾ ਮਤਲਬ ਪ੍ਰਕਾਸ਼। ਕਿ ਹੇ ਗੁਰੂ ਤੂੰ ਅਸ਼ਚਰਜ ਹੈਗਾ, ਤੇਰਾ ਗਿਆਨ ਅਸ਼ਚਰਜ ਹੈਗਾ। ਵਾਹਿਗੁਰੂ ਸ਼ਬਦ ਰੱਬ ਵਾਸਤੇ ਨਹੀਂ ਹੈ, ਇਹ ਗੁਰੂ ਵਾਸਤੇ ਹੈ। ਔਰ ਸਭ ਤੋਂ ਪਹਿਲਾਂ ਇਹ ਸ਼ਬਦ ਜਿਹੜਾ ਹੈ ਭੱਟਾਂ ਨੇ ਵਰਤਿਆ ਵਾਹਿਗੁਰੂ ਦੇ ਰੂਪ ਵਿੱਚ। ਵਾਹਿਗੁਰੂ 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 ਵਾਹ ਜੀਓ। ਔਰ ਵਾਹਿਗੁਰੂ ਤੇਰੀ ਸਭ ਰਚਨਾ, ਵਾਹਿਗੁਰੂ ਵੀ ਕਿਹਾ ਹੈ, ਇਹ ਗੁਰੂ ਵਾਸਤੇ ਹੈਗਾ ਸ਼ਬਦ, ਗੁਰੂ ਦੀ ਉਪਮਾ ਹੈ। ਹਾਂਜੀ, ਮੇਰਾ ਖਿਆਲ ਇੱਕੋ ਵਾਰੀ ਆਉਂਦਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਖੀਰ ਤੇ ਜਾ ਕੇ ਸ਼ਾਇਦ ਆਉਂਦਾ ਹੈ ਨਾ ਜੀ। ਇਹ ਜੀ 8-9 ਵਾਰੀ ਆਉਂਦਾ ਜਦੋਂ ਤੁਸੀਂ ਭੱਟਾਂ ਦੇ ਸਵਈਆਂ ਵਿੱਚ ਪਾਓਗੇ ਵਾਹਿਗੁਰੂ। ਲੇਕਿਨ ਉਹ ਵਾਹਿਗੁਰੂ ਇਕੱਠਾ ਨਹੀਂ ਹੈ, ਸ਼ਬਦ ਅਸੀਂ ਇਕੱਠਾ ਕਰ ਲਿਆ। ਇਹ ਹੈ ਅਲੱਗ-ਅਲੱਗ, ਵਾਹ ਅਲੱਗ ਹੈ ਔਰ ਗੁਰੂ ਅਲੱਗ ਹੈ। ਅਸਲ ਦੇ ਵਿੱਚ ਵਾਹਿਗੁਰੂ ਜਦੋਂ ਅਸੀਂ ਗੁਰੂ ਦੀ ਸਿੱਖਿਆ ਤੇ ਜੀਵਨ ਜੀਂਦੇ ਆ ਨਾ, ਔਰ ਗੁਰੂ ਦੀ ਸਿੱਖਿਆ ਦੇ ਉੱਤੇ ਪੂਰੇ ਉਤਰਦੇ ਆ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਇੱਕ ਬਹੁਤ ਮਹਾਨ ਆਨੰਦ ਪੈਦਾ ਹੁੰਦਾ ਹੈ। ਇਹਨਾਂ ਜੀ ਥੋੜਾ ਜਿਹਾ ਚੁੱਪ ਕਰਕੇ। ਹਾਂਜੀ, ਫਿਰ ਸਾਡੇ ਮੂੰਹ ਦੇ ਵਿੱਚੋਂ ਨਿਕਲਦਾ ਵਾਹ ਗੁਰੂ, ਕਿ ਹੇ ਗੁਰੂ ਵਾਹ, ਕਿ ਤੇਰਾ ਗਿਆਨ ਇੰਨਾ ਮਹਾਨ, ਤੇਰੀ ਫਿਲਾਸਫੀ ਇੰਨੀ ਮਹਾਨ, ਤੇਰਾ ਜੀਵਨ ਦਿੱਤਾ ਇੰਨਾ ਮਹਾਨ ਕਿ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ ਸੀ। ਜਿਵੇਂ ਅਸੀਂ ਕਿਸੇ ਚੀਜ਼ ਨੂੰ, 2 ਸ਼ਬਦ ਨਿਕਲਦੇ ਨੇ ਸਾਡੇ ਮੂੰਹ ਚੋਂ, ਇੱਕ ਆਹ ਔਰ ਇੱਕ ਵਾਹ। ਆਹ ਉਦੋਂ ਨਿਕਲਦੀ ਹੈ ਜਦੋਂ ਅਸੀਂ ਬਹੁਤ ਦੁਖੀ ਹੋਈਏ, ਤੇ ਵਾਹ ਉਦੋਂ ਨਿਕਲਦੀ ਹੈ ਜਦੋਂ ਅਸੀਂ ਵੰਡਰਫੁਲ ਹੋਈਏ। ਵਾਹ ਦਾ ਮਤਲਬ ਵੰਡਰਫੁਲ, ਵਾਹ ਗੁਰੂ। ਪਰ ਅਸੀਂ ਵੰਡਰਫੁਲ ਹੋਣ ਤੋਂ ਪਹਿਲਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹਾਂ, ਉਹ ਇੱਕ ਵੱਖਰਾ ਟੌਪਿਕ ਹੈ। ਜਦੋਂ ਅਸੀਂ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਮੰਜ਼ਿਲ ਤੇ ਪਹੁੰਚਦੇ ਹਾਂ, ਫਿਰ ਸਾਡੀ ਜ਼ਿੰਦਗੀ ਚੋਂ ਨਿਕਲਦਾ ਵਾਹ ਗੁਰੂ। ਇਹ ਗੁਰੂ ਤੂੰ ਅਸ਼ਚਰਜ ਹੈ, ਵੰਡਰਫੁਲ ਤੇਰੀ ਸ਼ੈਲੀ, ਵੰਡਰਫੁਲ ਤੇਰੀ ਫਿਲਾਸਫੀ, ਵੰਡਰਫੁਲ ਤੇਰਾ ਜੀਵਨ ਦਾ ਰਾਸਤਾ। ਵਾਹਿਗੁਰੂ ਦਾ ਮਤ। ਠੀਕ ਹੈ ਜੀ, ਮਿਹਰਬਾਨੀ। ਜਸਵੀਰ ਕੌਰ ਜੀ, ਮੈਂ ਤੁਹਾਡੇ ਕੋਲ ਆਉਣਾ ਤੇ ਉਹਦੇ ਬਾਅਦ ਚ ਨੀਨਾ ਜੀ। ਹਾਂਜੀ ਜਸਵੀਰ ਕੌਰ ਜੀ ਕਰੋ। ਹਾਂਜੀ, ਮੈਂ ਪੁੱਛਣਾ ਸੀਗਾ ਇਹ ਕਿੰਡਲ ਤੇ ਵੀ ਕਰ ਸਕਦੇ ਆ? ਹਾਂਜੀ, ਕਿੰਡਲ ਤੇ ਵੀ ਕਰ ਸਕਦੇ ਆ। ਉਹ ਮੇਰਾ ਖਿਆਲ ਲੈਪਟਾਪ ਛੋਟਾ ਜਿਹਾ ਹੁੰਦਾ ਜੀ, ਉਹਦੇ ਸ਼ਾਇਦ ਤੁਸੀਂ ਉਹਦੇ ਵਿੱਚ
ਉਹਦੇ ਵਿੱਚ ਜੇ ਤੁਹਾਡੀ ਇਹ ਸਾਰੀਆਂ ਸਹੂਲਤਾਂ ਪੂਰੀਆਂ ਹੁੰਦੀਆਂ ਸ਼ਾਇਦ ਉਹ 'ਚ ਤੁਸੀਂ ਕਰ ਸਕਦੇ ਆ। ਮਤਲਬ ਜਿਹੜਾ ਐਕਸਪਲੋਰਰ ਹੈ ਨਾ, ਹਾਂਜੀ ਤੁਸੀਂ ਜੇ ਐਂਡਰੋਇਡ ਹੈਗਾ ਨਾ ਤੁਹਾਡਾ, ਐਂਡਰੋਇਡ ਸਿਸਟਮ ਵਿੱਚ ਤੁਸੀਂ ਕਰ ਸਕਦੇ ਹੋ ਐਕਸਪਲੋਰਰ, ਔਰ ਜੇ ਆਈਫੋਨ ਹੈ ਤਾਂ ਫਿਰ ਉਹਦੇ ਵਿੱਚ ਤੁਸੀਂ ਈਸ਼ਰ ਮਾਈਕਰੋਮੀਡੀਆ ਕਰ ਸਕਦੇ ਹੋ। ਤੁਸੀਂ ਜਸਵੀਰ ਕੌਰ ਜੀ ਟਰਾਈ ਕਰਕੇ ਦੇਖ ਲਿਓ ਉਹਦੇ ਵਿੱਚ, ਜਿਹਦਾ ਆਈਪੈਡ ਹੁੰਦਾ ਏਦਾਂ ਆ ਬਟ। ਅੱਛਾ ਜੇ ਆਈਪੈਡ ਹੈ ਤੇ ਉਹਦੇ ਵਿੱਚ ਈਸ਼ਰ ਮਾਈਕਰੋਮੀਡੀਆ ਹੋਏਗਾ। ਹਾਂ ਮੈਂ ਟਰਾਈ ਕਰੂੰਗੀ, ਫਿਰ ਮੈਂ ਦੱਸ ਦੂੰਗੀ ਤੁਹਾਨੂੰ ਜੇ ਹੋ ਗਿਆ। ਤੇ ਜੇ ਤੁਹਾਡੀ ਕੋਈ ਸੈਮਸੰਗ ਦੀ ਜਾਂ ਕੋਈ ਹੋਰ ਹੈਗੀ ਨਾ ਟੈਬ ਤੇ ਉਹਦੇ ਵਿੱਚ ਗੁਰਬਾਣੀ ਐਕਸਪਲੋਰਰ ਹੋ ਜਾਏਗਾ। ਜੇ ਆਈਪੈਡ ਹੈ ਤਾਂ ਉਹਦੇ ਵਿੱਚ ਈਸ਼ਰ ਮਾਈਕਰੋਮੀਡੀਆ ਹੋਏਗਾ। ਆਲਰਾਈਟ, ਓਕੇ, ਹਾਂਜੀ ਹਾਂਜੀ ਠੀਕ ਹੈ ਜੀ। ਤੇ ਹੁਣ ਸਾਡੇ ਨਾਲ ਆਖਰ ਦੇ ਵਿੱਚ ਹੈਗੇ ਜੀ ਨੀਨਾ ਜੀ। ਨੀਨਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਕਹਿਣਾ ਚਾਹਾਂਗੀ ਕਿ ਜਿੰਨੇ ਵੀ ਭਾਈ ਜੀ ਇੱਥੇ ਆਉਂਦੇ ਆ ਸਾਡੇ ਇੰਗਲੈਂਡ ਦੇ ਵਿੱਚ, ਉਹਨਾਂ ਨੂੰ ਉਹਨਾਂ ਐਜੂਕੇਟਿਡ ਹੋਣਾ ਚਾਹੀਦਾ ਜਿੰਨਾ ਭਾਈ ਸਾਹਿਬ ਹੈਗੇ ਆ, ਕਿਉਂਕਿ ਇਹ ਅੰਗਰੇਜ਼ੀ ਦੇ ਵਿੱਚ ਸਿਖਾ ਰਹੇ ਹੈ ਤੇ ਇਹ ਅੰਗਰੇਜ਼ੀ ਦੇ ਵਿੱਚ ਮਤਲਬ ਸਿਖਾ ਕੇ ਸਾਨੂੰ ਬਹੁਤ ਜ਼ਿਆਦਾ ਨੌਲੇਜ ਦੇ ਰਹੇ ਹੈਗੇ ਆ। ਤੇ ਭਾਈ ਸਾਹਿਬ ਨੇ ਐਡਮਿਟ ਕੀਤਾ ਕਿ ਉਹਨਾਂ ਨੂੰ ਡਿਪਰੈਸ਼ਨ ਹੋਈ ਸੀ। ਤੇ ਮੈਂ ਹੁਣ ਤੁਹਾਨੂੰ ਦੱਸਣ ਲੱਗਿਆ ਕਿ ਮੇਰੇ ਦੋਨੋਂ ਛੋਟੇ ਬ੍ਰਦਰ ਦੀ ਡੈਥ ਹੋ ਗਈ ਤੇ ਆਈ ਵੈਂਟ ਇਨਟੂ ਕਲੀਨਿਕਲ ਡਿਪਰੈਸ਼ਨ। ਪਰ ਮੈਂ ਉਹ ਸਭ ਦੁਨੀਆ ਤੋਂ ਛੁਪਾ ਕੇ ਰੱਖੀ ਗੱਲ ਕਿ ਮੈਨੂੰ ਡਿਪਰੈਸ਼ਨ ਹੋਈ। ਤੇ I was having treatment from a psychiatrist, I was having a psychologist treatment, and I was embarrassed about letting people know that I am depressed. And it all ends up that I was a human being. I had the same hormones, the same mental thinking. ਪੰਜਾਬੀ ਚ ਬਾਕੀ ਨਹੀਂ, ਮੈਂ ਕਹਿ ਰਹੀ ਹਾਂ ਕਿ ਵੀ ਮੈਂ ਇਨਸਾਨ ਹੈਗੀ ਹਾਂ ਤੇ ਮੇਰੇ ਕੋਲ ਉਹੀ ਕਮੀਆਂ ਸਨ ਜਿਹੜੇ ਕਿ ਆਮ ਬੰਦਿਆਂ ਦੇ ਚ ਹੁੰਦੀਆਂ। ਤੇ ਮੇਰੇ ਛੋਟੇ 2 ਬ੍ਰਦਰ ਦੀ ਡੈਥ ਹੋਣ ਦੇ ਕਰਕੇ ਮੈਨੂੰ ਬੜਾ ਧੱਕਾ ਲੱਗਿਆ ਤੇ I could not control my emotions and I could not do anything। ਪਰ ਮੈਂ ਲੋਕਾਂ ਤੋਂ ਛੁਪਾ ਕੇ ਰੱਖਿਆ ਕਿਉਂਕਿ people associate depression ਪਾਗਲਪਨ ਦੇ ਨਾਲ। ਹਾਂਜੀ ਲੋਕਾਂ ਦੀ ਗਲਤੀ ਹੈ। ਹਾਂਜੀ ਗਲਤੀ ਹੈ ਜੀ ਲੋਕਾਂ ਦੀ ਉਹ ਇਸ ਚੀਜ਼ ਨੂੰ। ਹਾਂਜੀ ਹੁਣ ਤੁਸੀਂ ਮੈਨੂੰ ਜੋ ਤੁਸੀਂ ਆਪ ਐਡਮਿਟ ਕੀਤਾ ਤੇ I feel so relieved ਕਿ ਬਈ ਅਗਰ ਤੁਹਾਨੂੰ ਡਿਪਰੈਸ਼ਨ ਹੋ ਸਕਦੀ ਹੈ ਤੇ ਰੱਬ ਦੇ ਇੰਨੇ ਨੇੜੇ ਹੈਗੇ ਹੋ ਤੇ ਮੈਂ ਤੇ ਆਮ ਬੰਦਾ ਹੈਗਾ। ਦੇਖੋ ਭੈਣ ਜੀ ਨਾ ਡਿਪਰੈਸ਼ਨ ਦਾ ਸੰਬੰਧ ਰੱਬ ਦੇ ਬੰਦੇ ਨਾਲ ਜਾਂ ਦੂਜੇ ਨਾਲ ਨਹੀਂ ਹੈ। ਇਹਦੇ ਬਹੁਤ ਸਾਰੇ ਕਾਰਨ ਨੇ। ਇਹਨੂੰ ਜੇਕਰ ਤੁਸੀਂ ਨਾ ਮੈਂ 2-4 ਮਿੰਟ ਤੁਹਾਡੇ ਲਵਾਂਗਾ। ਇੱਕ ਕਿਤਾਬ ਹੈਗੀ ਜੇ ਤੁਸੀਂ ਪੜ੍ਹਨਾ ਚਾਹੋ ਤਾਂ ਸਾਰੇ ਪੜ੍ਹ ਸਕਦੇ ਹੋ। ਯੂ ਕੈਨ ਹੀਲ ਯੂਰ ਲਾਈਫ। ਇਹ ਪੁਸਤਕ ਹੈਗੀ ਲੂਇਸ ਐਲ ਹੇ ਦੀ ਲਿਖੀ ਹੋਈ। ਹਿੰਦੀ ਪੰਜਾਬੀ ਵਿੱਚ ਮਿਲ ਜਾਂਦੀ ਹੈ, ਪੰਜਾਬੀ ਵਿੱਚ ਵੀ, ਹਿੰਦੀ ਵਿੱਚ ਵੀ ਮਿਲ ਜਾਂਦੀ ਹੈ ਔਰ ਇੰਗਲਿਸ਼ ਵਿੱਚ ਵੀ ਮਿਲ ਜਾਂਦੀ ਹੈ। ਇਹਦੇ ਵਿੱਚ ਜਿਹੜੀ ਲੂਇਸ ਐਲ ਹੇ ਉਹਦੇ ਬਾਰੇ ਮੈਂ ਥੋੜੀ ਜਿਹੀ ਜਾਣਕਾਰੀ ਤੁਹਾਨੂੰ ਦੇਣੀ ਚਾਹਾਂਗਾ। ਇਹ 12-14 ਸਾਲ ਦੀ ਸੀ ਜਦੋਂ ਇਹਦੇ ਨਾਲ ਜਬਰ ਜਨਾਹ ਹੋ ਗਿਆ। ਫਿਰ 16 ਸਾਲ ਦੀ ਨਾਲ ਫਿਰ ਜਬਰ ਜਨਾਹ ਹੋ ਗਿਆ। ਫਿਰ ਇਹਦਾ ਵਿਆਹ ਹੋਇਆ ਤੇ ਇਹਦਾ ਤਲਾਕ ਹੋ ਗਿਆ। ਫਿਰ ਇਹਦੇ ਪਿਤਾ ਦੀ ਡੈਥ ਹੋ ਗਈ। ਫਿਰ ਇਹਦੀ ਭੈਣ ਦਾ ਵੀ ਜਿਹੜਾ ਸੀ ਤਲਾਕ ਹੋ ਗਿਆ। ਫਿਰ ਇਹਨੇ ਵਪਾਰ ਕੀਤਾ, ਉਹਦੇ ਵਿੱਚ ਵੀ ਫੇਲ ਹੋ ਗਈ ਔਰ ਆਖਿਰ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਤੇ ਮੰਜੇ ਤੇ ਪੈ ਗਈ, ਮਰਨ ਸ਼ਈਆ ਤੇ। ਇਹਦੇ ਮੱਥੇ ਤੇ ਤਿਉੜੀਆਂ ਪੈ ਗਈਆਂ ਜਿਹਦੇ ਨਾਲ ਇਹਨੇ ਬੋਲਣਾ, ਆਪਣੇ ਦੁੱਖ ਬਿਆਨ ਕਰਨੇ। ਇਹਦੇ ਨਾਲ ਲੋਕਾਂ ਨੇ ਕੱਟਣਾ ਸ਼ੁਰੂ ਕਰਤਾ ਤੇ ਇਹਦੇ ਨਾਲ ਕੋਈ ਬੋਲਦਾ ਨਹੀਂ ਸੀ ਕਿਉਂਕਿ ਮਤਲਬ ਕਿਸ ਨਾਲ ਹੱਸ ਕੇ ਬੋਲਦੀ ਨਹੀਂ ਸੀ ਔਰ ਆਪਣੀਆਂ ਪਰੇਸ਼ਾਨੀਆਂ ਦੱਸਦੀ ਸੀ। ਇਸ ਕੰਡੀਸ਼ਨ ਦੇ ਅੰਦਰ ਕੀ ਮਰਨ ਦੇ ਕਿਨਾਰੇ ਤੇ ਸੀ ਤੇ ਆਖਿਰ ਇਹ ਫੋਟੋ ਖਿਚਾਉਣ ਵਾਸਤੇ ਗਈ ਤੇ ਕੈਮਰਾਮੈਨ ਨੇ ਕਿਹਾ ਵੀ ਥੋੜਾ ਸਮਾਈਲ ਕਰੋ ਤੇ ਇਹ ਕਹਿਣ ਲੱਗੀ ਵੀ ਸਮਾਈਲ ਮੇਰੇ ਤੋਂ ਨਹੀਂ ਹੁੰਦੀ, ਮੈਂ ਮੁਸਕਰਾ ਨਹੀਂ ਸਕਦੀ। ਕਹਿਣ ਲੱਗਾ ਥੋੜਾ ਮੁਸਕਰਾਓ, ਫੋਟੋ ਠੀਕ ਹੋ ਜਾਏਗੀ। ਉਹਨੇ ਉਹਦੇ ਗੱਲ ਪੈ ਗਈ, ਕਹਿਣ ਲੱਗੀ ਮੇਰੇ ਨਾਲ ਇੰਨੀਆਂ ਤਕਲੀਫਾਂ ਨੇ ਤੇ ਮੈਂ ਕਿਵੇਂ ਮੁਸਕਰਾਵਾਂ, ਤੂੰ ਫੋਟੋ ਖਿੱਚੋ। ਕਹਿਣ ਲੱਗਾ ਵੀ ਬੀਬੀ ਫੋਟੋ ਠੀਕ ਆ ਜਾਏਗੀ, ਥੋੜਾ ਮੁਸਕਰਾ ਲੈ। ਇਹ ਫਿਰ ਉਹਦੇ ਗੱਲ ਪੈ ਗਈ ਤੇ ਕੈਮਰਾਮੈਨ ਵੀ ਕੋਈ ਢੀਠ ਹੋਣਾ ਉਹ ਮੇਰੇ ਵਰਗਾ, ਉਹ ਕਹਿਣ ਲੱਗਾ ਬੀਬੀ ਮੁਸਕਰਾ ਲੈ ਥੋੜਾ। ਤੇ ਇਹਦਾ ਨਾ ਹਾਸਾ ਨਿਕਲ ਗਿਆ ਤੇ ਉਹਨੇ ਫੋਟੋ ਖਿੱਚੀ ਤੇ ਇਹਦਾ ਜਦੋਂ ਮੁਸਕਰਾਹਟ ਵਾਲੀ ਫੋਟੋ ਇਹਨੇ ਦੇਖੀ ਤੇ ਫੋਟੋ ਬਹੁਤ ਸੋਹਣੀ ਆਈ। ਘਰ ਜਾ ਕੇ ਇਹਨੇ ਆਪਣਾ ਚਿਹਰਾ ਦੇਖਿਆ, ਚਿਹਰਾ ਦੇਖ ਕੇ ਫੋਟੋ ਦੇਖੀ ਔਰ ਇਹਨੇ ਸੋਚਿਆ ਕਿ ਜੇ 2 ਸੈਕਿੰਡ ਮੁਸਕਰਾਉਣ ਦੇ ਨਾਲ ਫੋਟੋ ਇੰਨੀ ਸੋਹਣੀ ਹੋ ਸਕਦੀ ਹੈ
ਤਾਂ ਮੁਸਕਰਾਉਣ ਦੇ ਨਾਲ ਕੀ ਜ਼ਿੰਦਗੀ ਸੋਹਣੀ ਨਹੀਂ ਹੋ ਸਕਦੀ? ਇਹਨੇ ਮੁਸਕਰਾਉਣਾ ਸ਼ੁਰੂ ਕੀਤਾ, ਤੁਹਾਡੇ ਵੱਲ ਦੇਖ ਕੇ ਮੁਸਕਰਾਈ, ਤੁਸੀਂ ਮੁਸਕਰਾਹਟ ਵਿੱਚ ਦੂਜੇ ਨਾਲ, ਤੀਜੇ ਨਾਲ, ਜਿੱਧਰ ਇਹ ਵੇਖ ਕੇ ਮੁਸਕਰਾਈ ਸਾਰੇ ਮੁਸਕਰਾਉਣ ਲੱਗੇ, ਕਹਿਣ ਲੱਗੇ ਦੁਨੀਆ ਹੀ ਬਦਲ ਗਈ ਯਾਰ, ਸਾਰੇ ਮੁਸਕਰਾਉਂਦੇ ਨੇ। ਇਹਨੇ ਮੁਸਕਰਾਉਣਾ ਸ਼ੁਰੂ ਕੀਤਾ, ਲੋਕਾਂ ਦੇ ਨਾਲ ਬੋਲਣਾ ਸ਼ੁਰੂ ਕੀਤਾ, ਹੌਲੇ ਹੌਲੇ ਡਿਪਰੈਸ਼ਨ ਤੋਂ ਬਾਹਰ ਆਈ। ਫਿਰ ਇਹਨੇ 2 ਸੰਸਥਾਵਾਂ ਚਲਾ ਕੇ ਲੱਖਾਂ ਲੋਕਾਂ ਨੂੰ ਡਿਪਰੈਸ਼ਨ ਤੋਂ ਬਾਹਰ ਕੱਢਿਆ। ਇਹਨੇ ਕੈਂਪ ਲਗਾਏ, ਸੈਮੀਨਾਰ ਲਗਾਏ, ਔਰ ਬਹੁਤ ਲੋਕਾਂ ਨੂੰ, ਉਹਦੀ ਜਿਹੜੀ ਕਿਤਾਬ ਹੈਗੀ ਯੂ ਕੈਨ ਹੀਲ ਯੂਰ ਲਾਈਫ, ਮੇਰੇ ਖਿਆਲ 4-5 ਕਰੋੜ ਕਿਤਾਬ ਵਿਕੀ ਦੁਨੀਆ ਦੇ ਵਿੱਚ। ਹੁਣ ਉਹਦੀ ਡੈਥ ਹੋਈ ਹੈ 85 ਸਾਲ ਦੀ। ਇਹਦੇ ਲੈਕਚਰ YouTube ਦੇ ਉੱਤੇ ਤੁਸੀਂ ਸੁਣ ਸਕਦੇ ਹੋ। ਤਾਂ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਨੂੰ ਡਿਪਰੈਸ਼ਨ ਹੋਏ ਨੇ। ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਸੀ ਉਹਨੂੰ ਹੋ ਗਿਆ ਸੀ, ਔਰ ਅਸੀਂ ਜਿਹੜਾ ਸਿਗਮੰਡ ਫਰਾਇਡ ਸੀ, ਦੇਖੋ ਸਿਗਮੰਡ ਫਰਾਇਡ ਇੱਕ ਡਾਕਟਰ ਸੀ ਜਿਹਨੇ ਚੇਤਨ, ਅਵਚੇਤਨ ਔਰ ਅਰਧ ਚੇਤਨ ਦੀ ਗੱਲ ਕੀਤੀ, ਕੌਨਸ਼ੀਅਸ, ਸਬਕੌਨਸ਼ੀਅਸ, ਅਨਕੌਨਸ਼ੀਅਸ ਦੀ। ਉਹ ਵੀ ਡਿਪਰੈਸ਼ਨ ਵਿੱਚ ਚਲਾ ਗਿਆ ਸੀ। ਤਾਂ ਡਿਪਰੈਸ਼ਨ ਵਿੱਚ ਕੋਈ ਵੀ ਜਾ ਸਕਦਾ। ਜਿਵੇਂ ਸਾਡੀਆਂ ਅੱਖਾਂ ਨੇ, ਉਂਗਲੀਆਂ ਨੇ, ਇਹ ਅੰਗ ਖਰਾਬ ਹੁੰਦੇ ਨੇ, ਬਿਮਾਰ ਹੁੰਦੇ ਨੇ, ਇਸੇ ਤਰ੍ਹਾਂ ਦਿਮਾਗ ਦੇ ਵਿੱਚ ਵੀ ਕੈਮੀਕਲ ਇੰਬੈਲੈਂਸ ਹੋ ਜਾਣਾ ਇੱਕ ਸੁਭਾਵਿਕ ਗੱਲ ਹੈ। ਇਹਨਾਂ ਨੂੰ ਪਾਗਲਪਣੇ ਦੇ ਨਾਲ ਨਹੀਂ ਜੋੜਨਾ ਚਾਹੀਦਾ। ਔਰ ਜੇ ਕਿਤੇ ਐਸੀ ਪ੍ਰੋਬਲਮ ਆਵੇ ਤਾਂ ਸਾਨੂੰ ਸਿੱਧਾ ਜਿਹੜੇ ਨਾ ਜਾ ਕੇ ਕਿਸੇ ਸਾਈਕੈਟ੍ਰਿਕ ਜਾਂ ਸਾਈਕੋਲੋਜਿਸਟ ਦੇ ਨਾਲ ਕਰਨਾ ਚਾਹੀਦਾ, ਆਪਣਾ ਮਿਲਣਾ ਚਾਹੀਦਾ। ਤੇ ਤੁਸੀਂ ਇਹ ਕਿਤਾਬ ਜੇ ਕੋਈ ਪੜ੍ਹਨਾ ਚਾਹੇ ਤਾਂ ਪੜ੍ਹ ਸਕਦੇ ਹੋ, ਯੂ ਕੈਨ ਹੀਲ ਯੂਰ ਲਾਈਫ, ਲੂਇਸ ਐਲ ਹੇ ਦੀ ਲਿਖੀ। ਠੀਕ ਹੈ ਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਤੇ ਸਾਡੇ ਨਾਲ ਕੁਲਦੀਪ ਕੌਰ ਜੀ, ਤੁਸੀਂ ਕੁਝ ਪੁੱਛਣਾ ਮੇਰਾ, ਤੁਸੀਂ ਅਨਮਿਊਟ ਹੋਏ ਆ। ਯਾਨੀ ਜੀ ਲੂਇਸ ਕੀ? ਲੂਇਸ ਐਲ ਹੇ, ਲੂਇਸ LOUISE ਐਲ ਵੱਖਰਾ ਹੇ। ਸੌਰੀ, ਦੁਬਾਰਾ ਸ਼ੁਰੂ ਕਰਿਓ। ਲੂਇਸ ਅੱਗੇ ਐਲ ਇਕੱਠਾ ਅਲੱਗ ਹੈਗਾ, ਐਲ ਸ਼ਬਦ, ਹੇ HAY, ਲੂਇਸ ਐਲ ਹੇ। ਠੀਕ ਹੈ ਜੀ, ਠੀਕ ਹੈ ਜੀ ਕੁਲਦੀਪ ਕੌਰ। ਓਕੇ, ਥੈਂਕ ਯੂ। ਓਕੇ ਜੀ, ਮਿਹਰਬਾਨੀ, ਬਹੁਤ ਬਹੁਤ ਤੁਹਾਡੀ ਸਾਰਿਆਂ ਦੀ ਬਹੁਤ ਬਹੁਤ ਮਿਹਰਬਾਨੀ ਜੀ। ਕਿਉਂਕਿ ਅੱਜ ਦੀ ਜਿਹੜੀ ਡਿਪਰੈਸ਼ਨ ਵਾਲੀ ਗੱਲ ਕੀਤੀ, ਮੇਰਾ ਖਿਆਲ ਕਿਤੇ ਜੇ ਲੱਗਾ ਟਾਈਮ ਤਾਂ ਆਪਾਂ ਸ਼ਾਇਦ ਜਪਜੀ ਸਾਹਿਬ ਦੇ ਬਾਅਦ ਇੱਕ ਦਿਨ ਸਮਾਜ ਦਾ ਰੱਖ ਲਵਾਂਗੇ। ਯਾਨੀ ਕਿ ਜੇ ਤੁਸੀਂ ਆਪਣਾ ਸੈਮੀਨਾਰ ਇੱਕ ਲਾਉਣਾ ਚਾਹੋਗੇ ਤਾਂ ਸ਼ੱਕ ਤੁਸੀਂ ਲਾ ਸਕਦੇ ਹੋ। ਹਾਂਜੀ, ਅਸੀਂ ਪਿੱਛੇ ਕੀਤਾ ਸੀ ਚਿੰਤਾ ਰੋਗ ਬਾਰੇ, ਜੇ ਦੁਬਾਰਾ ਚਾਹੋਗੇ ਤਾਂ ਆਪਾਂ ਦੁਬਾਰਾ ਕਰ ਲਾਂਗੇ। ਹਾਂਜੀ, ਉਹਦੇ ਵਿੱਚ ਮੈਂ ਇੱਦਾਂ ਚਾਹੂੰਗਾ ਜੀ, ਜੇ ਕਿਸੇ ਨੂੰ ਇੱਦਾਂ ਕੋਈ ਗੱਲਬਾਤ ਕਿਸੇ ਨੂੰ ਆਪੂ ਨੂੰ ਵੀ ਹੋਵੇ ਜਾਂ ਕਿਸੇ ਦਾ, ਜਿੱਦਾਂ ਤੁਸੀਂ ਆਪਣਾ ਦੱਸਿਆ ਕਿ ਤੁਹਾਨੂੰ ਵੀ ਆਪਣੀ ਲਾਈਫ ਦੇ ਵਿੱਚ ਇੱਦਾਂ ਹੋ ਚੁੱਕੀ ਹੈ, ਤੇ ਜੇ ਕਿਸੇ ਨੂੰ ਇੱਦਾਂ ਹੋ ਚੁੱਕੀ ਹੋਵੇ, ਕਈ ਵਾਰੀ ਕਿਸੇ ਦਾ ਸੁਣ ਕੇ, ਜਿੱਦਾਂ ਨੀਨਾ ਜੀ ਨੇ ਕਿਹਾ ਨਾ ਕਿ ਮੈਂ ਲੁਕੋ ਕੇ ਰੱਖਿਆ, ਤੇ ਇਸ ਕਰਕੇ ਇਹ ਸਾਡੇ ਥੋੜਾ ਸਮਾਜ ਦੀ ਪ੍ਰੋਬਲਮ ਕਰਕੇ ਅਸੀਂ ਲੁਕੋ ਕੇ ਰੱਖਦੇ ਹਾਂ। ਜੇ ਓਪਨ ਹੋ ਜਾਵੇ ਨਾ ਤਾਂ ਉਹਦੇ ਵਿੱਚ ਸਵਾਏ ਹੈਲਪ ਤੋਂ ਹੋਰ ਤੁਹਾਡਾ ਨੁਕਸਾਨ ਕੋਈ ਨਹੀਂ, ਤੁਹਾਨੂੰ ਹੈਲਪ ਜ਼ਰੂਰ ਮਿਲ ਸਕਦੀ ਹੈ। ਹਾਂਜੀ, ਜੇ ਤੁਸੀਂ ਲੁਕਾਓਗੇ ਤਾਂ 2 ਚਿਹਰੇ ਹੋਣਗੇ, ਇੱਕ ਤੁਹਾਡਾ ਡਿਪਰੈਸ਼ਨ ਵਾਲਾ ਹੋਣਾ, ਇੱਕ ਹੋਣਾ ਜਿਹੜਾ ਤੁਸੀਂ ਸ਼ੋਅ ਕਰਦੇ ਆ ਕਿ ਮੈਨੂੰ ਕੋਈ ਡਿਪਰੈਸ਼ਨ ਨਹੀਂ। ਔਰ ਉਹ ਚੀਜ਼ ਹੋਰ ਪਰੇਸ਼ਾਨ ਕਰਦੀ, ਜਿਵੇਂ ਵੀਰ ਜੀ ਕਹਿ ਰਹੇ ਸੀ ਭਾਈ ਸਾਹਿਬ ਜੀ। ਤੇ ਦੇਖੋ ਸਾਡਾ ਨਾ 2 ਚੀਜ਼ਾਂ ਨੇ, ਜਿਵੇਂ ਅਸੀਂ ਦਿਲ ਔਰ ਦਿਮਾਗ ਦੀ ਗੱਲ ਕਰਦੇ ਹਾਂ। ਹੁਣ ਮੇਰਾ ਦਿਲ ਕਰਦਾ ਹੈ ਕਿ ਮੈਂ ਨਾ ਪੀਜ਼ਾ ਹੱਟ ਤੇ ਜਾ ਕੇ ਪੀਜ਼ਾ ਖਾਵਾਂ, ਲੇਕਿਨ ਮੇਰਾ ਦਿਮਾਗ ਇਹ ਕਹਿ ਰਿਹਾ ਵੀ ਯਾਰ ਕਲਾਸ ਵਾਲੇ ਕੀ ਹੁਣ ਕਹਿਣਗੇ, ਭਾਈ ਵੀ ਪੀਜ਼ੇ ਖਾਂਦੇ ਨੇ, ਆਮ ਕਹਿ ਦਿੱਤਾ ਜਾਂਦਾ ਨਾ। ਹਾਂਜੀ ਹਾਂਜੀ। ਹੁਣ ਦਿਲ ਪੀਜ਼ਾ ਖਾਣ ਤੇ ਕਰ ਰਿਹਾ ਹੈ, ਦਿਮਾਗ ਮੇਰਾ ਮਤਲਬ ਕਹਿ ਰਿਹਾ ਵੀ ਨਹੀਂ ਯਾਰ ਮੈਨੂੰ ਲੋਕ ਕੀ ਕਹਿਣਗੇ, ਉੱਥੇ ਕੋਈ ਬੀਬੀ ਮਿਲ ਗਈ, ਭਰਾ ਮਿਲ ਗਿਆ ਤੇ ਮੈਂ ਉੱਥੇ ਨਾ ਜਾਵਾਂ। ਦਿਲ ਮੇਰਾ ਕਰਦਾ ਮੈਂ ਪੈਂਟ ਸ਼ਰਟ ਪਾਵਾਂ, ਲੇਕਿਨ ਫਿਰ ਮੈਂ ਪੈਂਟ ਸ਼ਰਟ ਵਾਲੇ ਲੋਕਾਂ ਕਹਿੰਦੇ ਵਾਹ ਬਈ ਵਾਹ, ਗਿਆਨੀ ਜੀ ਅੱਜ ਤੇ ਬਾਬੂ ਜੀ ਬਣੇ ਨੇ, ਤੇ ਬਾਬੂ ਜੀ ਕਰਕੇ ਹੁਣ ਦਿਲ ਕੁਛ ਹੋਰ ਕਹਿ ਰਿਹਾ, ਦਿਮਾਗ ਕੁਛ ਹੋਰ, ਤੇ ਇੰਝ ਖਿੱਚੇ ਹੁੰਦੇ ਆ ਅਸੀਂ। ਉਹਦੇ ਕਰਕੇ ਅਸੀਂ ਕਈ ਵਾਰੀ ਡਿਪਰੈਸ਼ਨ ਦੇ ਅੰਦਰ ਚਲੇ ਜਾਂਦੇ ਹਾਂ। ਸਾਡੀਆਂ ਬਹੁਤ ਸਾਰੀਆਂ ਦਮਿਤ ਇੱਛਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਿਸੇ ਕਾਰਨ ਕਰਕੇ ਦਬਾਇਆ ਹੁੰਦਾ ਹੈ। ਇਸ ਕਰਕੇ ਦਿਲ ਔਰ ਦਿਮਾਗ ਦੀ ਜਿਹੜੀ ਸਾਂਝ ਹੈ ਉਹ ਬਹੁਤ ਜ਼ਰੂਰੀ ਹੈ। ਆਪਣੀਆਂ ਭਾਵਨਾਵਾਂ ਨੂੰ ਅਸੀਂ ਗਿਆਨ ਰਾਹੀਂ ਕੰਟਰੋਲ ਕਰਨਾ ਹੈ, ਔਰ ਆਪਣੀਆਂ ਭਾਵਨਾਵਾਂ ਨੂੰ ਜਿਹੜਾ ਠੀਕ ਢੰਗ ਦੇ ਨਾਲ ਕੰਟਰੋਲ ਕਰ ਲੈਂਦਾ, ਉਹਨਾਂ ਚੀਜ਼ਾਂ ਤੋਂ ਬਚ ਜਾਂਦਾ ਹੈ। ਤੇ ਗੁਰਬਾਣੀ ਸਾਨੂੰ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰਨਾ ਹੀ ਸਿਖਾਉਂਦੀ ਹੈ ਕਿ ਜਿਹੜੀਆਂ ਚੰਗੀਆਂ ਭਾਵਨਾਵਾਂ ਨੇ ਉਹਨਾਂ ਨੂੰ ਅਸੀਂ ਐਕਟੀਵੇਟ ਕਰਨਾ, ਜਿਹੜੀਆਂ ਮਾੜੀਆਂ ਭਾਵਨਾਵਾਂ ਨੂੰ ਐਕਟੀਵੇਟ ਕਰਨਾ ਹੈ। ਔਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਦੇਖੋ ਸਾਰਿਆਂ ਦੇ ਵਿੱਚ ਤੁਸੀਂ ਜੇ ਨਾ ਵੀ ਚਾਹੋ ਤਾਂ ਜਿਹੜਾ ਤੁਹਾਡਾ ਕੋਈ ਐਸਾ ਵਿਅਕਤੀ ਹੈ, ਕੋਈ ਜ਼ਿੰਦਗੀ ਦੇ ਵਿੱਚ ਭੈਣ ਭਰਾ ਰਿਸ਼ਤੇਦਾਰ ਜਿਹੜਾ ਤੁਹਾਡਾ ਵਿਸ਼ਵਾਸ ਦਾ ਪਾਤਰ ਹੈ ਔਰ ਜਿਹੜਾ ਇਸ ਬਾਰੇ ਨੌਲੇਜ ਵੀ ਰੱਖਦਾ, ਉਹ ਨਾ ਕਿ ਬਾਅਦ ਦੇ ਵਿੱਚ ਉਹ ਤੁਹਾਡਾ ਮਜ਼ਾਕ ਉਡਾਉਂਦਾ ਫਿਰੇ। ਬਹੁਤੇ ਲੋਕ ਐਵੇਂ ਹੁੰਦੇ ਨੇ। ਤਾਂ ਤੁਸੀਂ ਆਪਣੇ ਦਿਲ ਦੀ ਸਾਂਝ ਕਿਸੇ ਅੱਗੇ ਪਾਓਗੇ, ਦੱਸੋਗੇ ਤਾਂ ਉਹਦਾ ਸੋਲੂਸ਼ਨ ਨਿਕਲੇਗਾ। ਹੁਣ ਮੈਂ ਡਿਪਰੈਸ਼ਨ ਵਿੱਚ ਚਲਾ ਗਿਆ ਮੇਰੇ ਖਿਆਲ 'ਚ 99 ਵਿੱਚ, ਤਾਂ ਉਹਦਾ ਮੈਨੂੰ ਫਾਇਦਾ ਹੋਇਆ ਬਹੁਤ ਸਾਰਾ।
ਦੁੱਖ ਦਾਰੂ ਸੁਖ ਰੋਗ ਭਇਆ ਵਾਲੀ ਗੱਲ। ਫਿਰ ਮੈਂ ਉਹਦੇ ਬਾਰੇ ਸਟੱਡੀ ਕੀਤੀ ਕਿ ਹੁੰਦਾ ਕਿਉਂ, ਇਹਦਾ ਰੀਜ਼ਨ ਕੀ। ਫਿਰ ਮੈਂ ਬਹੁਤ ਸਾਰੀਆਂ ਪੁਸਤਕਾਂ ਪੜ੍ਹੀਆਂ ਇਹਦੇ ਬਾਰੇ। ਇੱਕ ਡਾਕਟਰ ਦਿव्य मंगला ਦੀ ਪੁਸਤਕ ਲਿਖੀ ਹਰ 10ਵਾਂ ਭਾਰਤੀ ਮਨ ਕਾ ਰੋਗੀ ਜਾਨੀਏ ਕਹੀਂ ਆਪ ਤੋਂ ਨਹੀਂ। ਉਹ ਪੜ੍ਹ ਕੇ ਬਹੁਤ ਕੁਛ ਮਤਲਬ ਸਿੱਖਣ ਨੂੰ ਮਿਲਿਆ। ਔਰ ਇੰਨਾ ਕੁਛ ਮਿਲਿਆ ਕਿ ਅੱਜ ਮੈਂ ਜਿਹੜਾ ਕੋਈ ਛੋਟਾ ਮੋਟਾ ਕੋਈ ਡਿਪਰੈਸ਼ਨ ਦਾ ਬੰਦਾ ਹੈਗਾ ਜਿਹੜੀ ਸ਼ੁਰੂਆਤੀ ਦੌਰ ਤੇ, ਤਾਂ ਉਹਨੂੰ ਅਸੀਂ ਉਹਦੀ ਕਾਉਂਸਲਿੰਗ ਕਰ ਸਕਦੇ ਹਾਂ, ਇਹਨਾਂ ਨੂੰ ਕੋਈ ਸਲਾਹ ਦੇ ਸਕਦਾ ਹਾਂ ਥੋੜੀ ਬਹੁਤੀ। ਜੇ ਜ਼ਿਆਦਾ ਹੈ ਤਾਂ ਉਹਨੂੰ ਕਿਸੇ ਸਾਈਕੈਟਰੀ ਕੋਲ ਜਾਂ ਦੂਜੇ ਦੀ ਜਾਣ ਦੀ ਸਲਾਹ ਦੇ, ਤੇ ਜੇ ਥੋੜੀ ਬਾਤੀ ਉਹਦੇ ਨਾਲ ਚੇਂਜਿੰਗ ਨਾਲ ਹੋ ਸਕਦਾ ਹੈ ਤਾਂ ਇਹਦੇ ਨਾਲ ਸਾਡਾ ਨਾ ਦੱਸਣ ਦੇ ਨਾਲ ਸਾਨੂੰ ਫਾਇਦਾ ਹੁੰਦਾ ਹੈ ਕਾਫੀ ਸਾਰਾ, ਨੁਕਸਾਨ ਨਹੀਂ। ਜਿਵੇਂ ਭਾਈ ਸਾਹਿਬ ਜੀ ਤਰਲੋਚਨ ਸਿੰਘ ਕਹਿ ਰਹੇ ਸਨ, ਤਾਂ ਦੱਸਣਾ ਇੱਕ ਪਾਪ ਨਹੀਂ। ਜੇ ਮੈਨੂੰ ਬੁਖਾਰ ਚੜਿਆ ਹੈ ਤੇ ਮੈਂ ਕਹਿਦਾ ਮੈਨੂੰ ਬੁਖਾਰ ਹੈ ਤੇ ਇਹਦੇ ਵਿੱਚ ਕਿਹੜਾ ਅਪਰਾਧ ਹੈਗਾ। ਜੇ ਡਿਪਰੈਸ਼ਨ ਚਲਾ ਗਿਆ ਤਾਂ ਨੋ ਪ੍ਰੋਬਲਮ ਹੈ, ਇੱਕ ਮਾਮੂਲੀ ਗੱਲ ਹੈਗੀ। ਠੀਕ ਹੈ ਜੀ, ਗੱਲ ਕੀਤਿਆਂ ਦੀ ਗੱਲ ਗਾਹਾਂ ਮਤਲਬ ਉਹਦਾ ਕੋਈ ਸੋਲੂਸ਼ਨ ਲੱਭਦਾ। ਹਾਂਜੀ ਬਸ ਕੁਲਦੀਪ ਕੌਰ ਜੀ ਤੁਸੀਂ ਅਨਮਿਊਟ ਹੈ, ਕੁਝ ਸ਼ਾਇਦ ਕੁਝ ਕਹਿਣਾ ਸੀ ਕਿ ਵੀ ਇਹ ਟ੍ਰੀਟੇਬਲ ਹੈਗਾ, ਸੋ ਇੰਨਾ ਫਿਕਰ ਵਾਲੀ ਗੱਲ ਨਹੀਂ ਹੈ। ਹਾਂ ਨਹੀਂ ਨਹੀਂ ਹਾਂਜੀ ਸੋਲੂਸ਼ਨ ਹੈਗੇ ਆ ਜੀ ਬਾਹਰ। ਹਾਂਜੀ ਥੈਂਕ ਯੂ ਜੀ। ਠੀਕ ਹੈ ਜੀ, ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ। ਕੱਲ ਨੂੰ ਆਪਾਂ ਮੁੜ ਕੇ ਆਵਾਂਗੇ ਇਸੇ ਟਾਈਮ ਤੇ 2 ਵਜੇ ਆ ਜਾਵਾਂਗੇ। ਜਗਜੀਤ ਕੌਰ ਜੀ ਤੁਸੀਂ ਅਨਮਿਊਟ ਹੋਏ ਆ। ਨਹੀਂ ਮੈਂ ਸਾਂਝੀ ਫਤਿਹ ਬੁਲਾਉਣਾ ਸੀ। ਅੱਛਾ ਜੀ ਠੀਕ ਹੈ, ਚਲੋ ਬੁਲਾਓ ਜੀ ਫਤਿਹ। ਫਿਰ ਸਾਰੇ ਜਣੇ ਕੱਲ ਨੂੰ 2 ਵਜੇ ਮਿਲਦੇ ਆ ਜੀ। ਫਿਰ ਕੱਲ ਨੂੰ ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ